या रब तू जो हर आन नई शान दिखा देता है। जो हरियाण नई शान दिखा देता है। दीदाए शौक को दीदाए शौक हैरान बना देता है। डाली डाली तेरी तखलीक के गुन गाती है और पत्ता पत्ता तेरी कुदरत का पता देता है। डाली डाली तेरी तखलीक के गुण गाती है और पत्ता पत्ता तेरी कुदरत का पता देता है। शहर अरब वल जांदे ओ मैनू ले चल शहर मदीने मैं भी देख लवां नगरी जिथे वसदे ने यार नगीने। मैं भी देख लवां आ नगरी ओ जिथे वसदे ने यार नगीने। ओ मैं भी ओ मैं भी ओ मैं भी ओ माया मैं भी देख लवां नगरी जिथे वसदे ने यार नगीने। जिस दर दे उत्ते खुले रहिंदे सदा रहमत दे खजीने। खाकी मैं उस खाक नूं चुम्मा जिथे लाए कदम नबी। इस्लाम और अल्लाह दे पाक नबी नबियां दे सरदार इमामुल अंबिया सरबरे कायनात उन्हां दी जिंदगी दा सब तो बड़ा मौजज़ा मिराज। और उस तो भी बड़ा मौजज़ा मिराज होने का यकीन सब तो पहला फकीरां नूं होया। उस तो भी वड्डी गल है हले यकीन कमली वाली सरकार नूं भी नहीं होया सी कि असीं कित्थों आए हां ते अहले सुफा नूं अहले सुफा दे फकीरां नूं सब तो पहला पता लग गया सी कि नबी नूं मिराज हो गई। ते मेरे ख्याल से इशा दी नमाज तो बाद कुरान दसदा है हदीस दसदे ने कि इशा दी नमाज तो बाद चले सी आप सरकार ते फजर दी नमाज तक ते पहुंच गए होने ते वक्त हो गया। अल्लाह पाक कहंदे आजा मैं तेरा आशिक हूं आजा मैं तेरा आशिक हूं महबूब से पर्दा कौन करे। की नहीं कीता की नहीं कीता यार ने एक यार वास्ते
ਜਦ ਇੱਥੇ ਸਾਰਾ ਕੁਝ ਕਰੀ ਜਾਂਦਾ ਤੇ ਫਿਰ ਉਹਨੇ ਕੀ ਨਹੀਂ ਕੀਤਾ ਹੁਣ। ਹਾਂ ਸੋਚ ਕੇ ਦੇਖੋ ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ। ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਕੀ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ। ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ। ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ। ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਇਸ ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ, ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ। ਇਸ ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ, ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ, ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ। ਕਾਰਾਂ ਵਿੱਚ ਰੋਵਣ ਵਾਲੇ ਨੂੰ, ਵਿੱਚ ਰੋਵਣ ਵਾਲੇ ਨੂੰ, ਕਾਰਾਂ ਵਿੱਚ ਰੋਵਣ ਵਾਲੇ ਨੂੰ, ਕਾਰਾਂ ਵਿੱਚ ਰੋਵਣ ਵਾਲੇ ਨੂੰ ਮਹਿਮਾਨ ਬੁਲਾਇਆ ਜਾਣਾ ਏ। ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ। ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਰਾਹ ਮਲ ਕੇ ਖਲੋਣਾ ਵਲੀਆਂ ਨੇ, 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 ਰਾਹ ਮਲ ਕੇ ਖਲੋਣਾ ਵਲੀਆਂ ਨੇ। ਸਭ ਬਣ ਕੇ ਖਲੋਣਾ ਨਬੀਆਂ ਨੇ, ਸਭ ਬਣ ਕੇ ਖਲੋਣਾ ਨਬੀਆਂ ਨੇ, ਸਭ ਬਣ ਕੇ ਖਲੋਣਾ ਨਬੀਆਂ ਨੇ, ਸਭ ਬਣ ਕੇ ਖਲੋਣਾ ਨਬੀਆਂ ਨੇ। ਕਮਲੀ ਵਾਲੇ ਦੇ ਹੰਝੂਆਂ ਦੀ, ਕਮਲੀ ਵਾਲੇ ਦੇ ਹੰਝੂਆਂ ਦੀ, ਕਮਲੀ ਵਾਲੇ ਦੇ ਹੰਝੂਆਂ ਦੀ, ਕਮਲੀ ਵਾਲੇ ਦੇ ਹੰਝੂਆਂ ਦੀ ਦੋਜ਼ਖ ਨੂੰ ਬੁਝਾਇਆ ਜਾਣਾ ਏ। ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਕੀ ਨਹੀਂ ਕੀਤਾ ਯਾਰ ਨੇ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀ ਨਹੀਂ ਕੀਤਾ ਯਾਰ ਨੇ ਇੱਕ ਯਾਰ ਵਾਸਤੇ। ਅੱਜ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਅੱਜ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਅੱਜ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਅੱਜ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ। ਤੁਰੇ ਰਲ ਕੇ ਕਾਬੇ ਦੋ ਰਾਹੀ, ਕਾਬੇ ਦੋ ਰਾਹੀ, ਤੁਰੇ ਰਲ ਕੇ ਕਾਬੇ ਦੋ ਰਾਹੀ, ਤੁਰੇ ਰਲ ਕੇ ਕਾਬੇ ਦੋ ਰਾਹੀ। ਜਿਬਰੀਲ ਤੇ ਰੱਬ ਦਾ
सजाइया ने सरकार वास्ते, रब महफिला सजाइया ने सरकार वास्ते। जिबरील अमी मुकबल को से मल मल के नबी को जगाते हैं, जिबरील अभी मुकबल को से मल मल के नबी को जगाते हैं। जिबरील अभी मुकबल को से मल मल के नबी को जगाते हैं। जिबरील अमी मल मल के नबी को जगाते हैं। जल्दी से चलो ऐसे गुरदी छुपा फिर दोस का नाम उस नूर को जब फैला, फिर दोस का जामा उस नूर को जब फैला दे। ऐसी सूरत होनी है, फरिश्ता कुर्बान जाए। सूरत हज़रत जिबरील की कुर्बान जाते। फिर देख के सूरत हज़रत की, जिबरील भी कुर्बान जाते हैं। अंदाज में मिट मिट जाते हैं, मिट जाते हैं, अंदाज में मिट मिट जाते हैं, मिट मिट जाते हैं। और अपनी जुबान पे ये लाते हैं। रब महफिला सजाइया ने सरकार वास्ते, रब महफिला सजाइया ने सरकार वास्ते। की तैयार नहीं कि यार वास्ते, की तैयार नहीं कि यार वास्ते, की तैयार नहीं कि यार वास्ते। रब महफिला सजाइया ने सरकार वास्ते, रब महफिला सजाइया ने सरकार वास्ते। हुण सारी दुनिया सो सुती पई है सारी दुनिया। कौन जाग रहा? आशिक जाग रहे। सौण वाले सौ गए, अकलां वाले सौ गए। ਸੋਟੇ ਨੂੰ ਡੱਬ ਕਾਲੇ, ਅਕਲਾਂ ਦੇ ਘਰ ਖਾਲੀ, ਬਾਜ਼ੀ ਲੈ ਗਏ ਨੇ ਦਿਲ ਵਾਲੇ। ਅਕਲਾਂ ਵਾਲੇ ਸੁੱਤੇ ਪਏ ਤੇ ਹੁਣ ਤੇ ਦਿਲ ਵਾਲੇ ਜਾਗਦੇ ਆ। ਰੱਬ ਜੀ ਕਹਿੰਦੇ ਹੁਣ ਸਾਰੀ ਦੁਨੀਆ ਸੋ ਗਈ, ਅਰਸ਼ਾਂ ਤੇ ਆਜਾ ਚੁੱਪ ਕਰਕੇ। ਹੁਣ ਸਾਰੀ ਦੁਨੀਆ ਸੌ ਗਈ ਏ ਅਰਸ਼ਾਂ ਤੇ ਆਜਾ ਚੁੱਪ ਕਰਕੇ। ਹੁਣ ਸਾਰੀ ਦੁਨੀਆ ਸੌ ਗਈ ਏ ਅਰਸ਼ਾਂ ਤੇ ਆਜਾ ਚੁੱਪ ਕਰਕੇ। ਹੁਣ ਸਾਰੀ ਦੁਨੀਆ ਸੌ ਗਈ ਏ ਅਰਸ਼ਾਂ ਤੇ ਆਜਾ ਚੁੱਪ ਕਰਕੇ। ਹੁਣ ਸਾਰੀ ਦੁਨੀਆ ਸੋ ਗਈ ਏ ਅਰਸ਼ਾਂ ਤੇ ਆਜਾ ਚੁੱਪ ਕਰਕੇ। ਹੁਣ ਸਾਰੀ ਦੁਨੀਆ ਸੌ ਗਈ ਏ ਅਰਸ਼ਾਂ ਤੇ ਆਜਾ ਚੁੱਪ ਕਰਕੇ। ਗੱਲਾਂ ਹੋਵਣ ਨਾਜ਼ੋ ਨਿਆਜ਼ ਦੀਆਂ, ਖੁਦ ਸੁਣ ਜਾ ਸੁਣਾ ਜਾ ਚੁੱਪ ਕਰਕੇ। ਰੱਬ महफिला सजाइया ने सरकार वास्ते, महफिला सजाइया ने सरकार वास्ते। की तैयार ने एक यार वास्ते, की तैयार ने एक यार वास्ते, की तैयार ने एक यार वास्ते। रब महफिला सजाइया ने सरकार वास्ते, रब महफिला सजाइया ने सरकार वास्ते। ਜਦੋਂ ਹਜ਼ੂਰ ਤਿਆਰ ਹੋ ਗਏ, ਕੱਪੜੇ ਕੁਪੜੇ ਪਾ ਲਏ, ਦਸਤਾਰ ਬੰਨ ਲਈ, ਜਬਰੀਲ ਨੂੰ ਕਹਿਣ ਲੱਗੇ, ਜਬਰੀਲ मेराज की शब, मेराज की शब। जिबरील से कहने लगे शाह उमम, मेराज की शब। जरा तवज्जो। जिबरील से कहने लगे शाह उमम, जिबरील तूने तो देखा है जहां, बतलाओ तो भला कैसे है।
जबरील बोले शाहे लब हक की कसम आफाक दीदे आफाक दीदे मेरे बुता पर सीधे मेरे बुता पर सीधे मेरे बुता पर सीधे मेरे बुता पर सीधे मेरे बुता पर बिशियार खूबा दीदे बिशियार खूबा दीदे बिशियार खूबा दीदे लेकिन तू चीज है दीगरी सजाया रे रब ने बला सजाया रे सरकार वास्ते रब ने बला सजाया रे सरकार अल्लाह पाक ने दिल दिता दिमाग दिता जुबान दी ਕੰਨ ਦਿੱਤੇ ਅੱਖਾਂ ਦਿੱਤੀਆਂ ਅੱਲਾਹ ਪਾਕ ਕਹਿੰਦੇ ਦਿਲ ਕਿਉਂ ਦਿੱਤਾ ਇਸ ਕਰਕੇ ਦਿੱਤਾ ਕਿ 24 ਘੰਟੇ ਹਰ ਪਲ ਹਰ ਸੈਕਿੰਡ ਤੇਰੇ ਦਿਲ 'ਚ ਮੇਰੇ ਮਹਿਬੂਬ ਦੀ ਯਾਦ ਰਹੇ ਹਾਂ ਜ਼ੁਬਾਨ ਇਸ ਕਰਕੇ ਦਿੱਤੀ ਕਿ ਜਦ ਵੀ ਬੋਲੇ ਤੇਰੀ ਜ਼ੁਬਾਨ 'ਚੋਂ ਮੇਰੇ ਮਹਿਬੂਬ ਦੀ ਤਾਰੀਫ ਨਿਕਲੇ ਹਾਂ ਅੱਖਾਂ ਕਿਉਂ ਦਿੱਤੀਆਂ ਜ਼ਰਾ ਤੋਂ ਦਿਲ ਯਾਦ ਲਈ ਬਣਾਇਆ तारीफ नहीं जुबान दिल याद नहीं बनाया 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 तारीफ नहीं जुबान हाँ दिल याद नहीं बनाया तारीफ नहीं जुबान अखा बनाई सोने दे दीदार वास्ते अखा बनाई सोने दे दीदार वास्ते अखा बनाया सोने दे दीदार वास्ते दिल याद नहीं बनाया तारीफ नहीं जुबान 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 अखा बनाई सोने दे दीदार वास्ते अखा बनाई सोने दे दीदार वास्ते अखा बनाया 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 सोने दे दीदार वास्ते ਇਸ ਨਾਂ ਦੇ ਸ਼ੇਰ ਬਹੁਤ ਨੇ ਪਰ ਮੈਨੂੰ ਆ ਬਾਕਮਾਲ ਸ਼ੇਰ ਜਿਹੜਾ ਹੁਣ ਪੜਨ ਲੱਗਾ ਮੈਂ ਬਹੁਤ ਕਮਾਲ ਦਾ ਸ਼ੇਰ ਚਾਚਾ ਜੀ ਸ਼ਾਇਰ ਨੇ ਸਾਰੀ ਨਾਤ ਇਸੇ ਸ਼ੇਰ ਦੇ ਵਿੱਚ ਜਿੱਦਾਂ ਨਿਚੋੜ ਪਾ ਦਿੱਤਾ ਹੁੰਦਾ ਜ਼ਰਾ ਤਵੱਜੋ ਇਨਸਾਨ ਦੀ ਸੱਚਾਈ ਮੇਰੀ ਸੱਚਾਈ ਕੀ ਹੈ ਰਹਿਮਤ ਉਹਦੀ ਨੇ ਲੈ ਲਿਆ ਆਪਣੀ ਪਨਾਹ ਦੇ ਵਿੱਚ रहमत योगी ने ले लिया अपनी पनाह दे विच ਰਹਿਮਤ ਉਹਦੀ ਨੇ ਲੈ ਲਿਆ ਆਪਣੀ ਪਨਾਹ ਦੇ ਵਿੱਚ रहमत योगी ने ले लिया अपनी पनाह दे विच रहमत योगी ने ले लिया अपनी पनाह दे विच ਰਹਿਮਤ ਉਹਦੀ ਨੇ ਲੈ ਲਿਆ ਆਪਣੀ ਪਨਾਹ ਦੇ ਵਿੱਚ ਪਰ ਕਦੋਂ ਕਦੋਂ ਰਹਿਮਤ ਆਈ ਰਹਿਮਤ ਉਹਦੀ ਨੇ ਲੈ ਲਿਆ ਆਪਣੀ ਪਨਾਹ ਦੇ ਵਿੱਚ रहमत योगी ने ले लिया अपनी पनाह दे विच रहमत योगी ने ले लिया अपनी पनाह दे विच रहमत योगी ने ले लिया अपनी पनाह दे विच ਪਾਏ ਜਦੋਂ ਮੈਂ ਸੋਹਣੇ ਦੇ ਦੋ ਚਾਰ ਵਾਸਤੇ ਪਾਏ ਜਦੋਂ ਮੈਂ ਸੋਹਣੇ ਦੋ ਚਾਰ ਵਾਸਤੇ ਪਾਏ ਜਦੋਂ ਮੈਂ ਸੋਹਣੇ ਦੇ ਦੋ ਚਾਰ ਵਾਸਤੇ ਪਾਏ ਜਦੋਂ ਮੈਂ
जन्नत सिमट कर कदमों में आ गई मेरे, पाए जदों में सोने दे दो चार वास्ते, पाए जदों में सोने दे दो चार वास्ते, पाए जदों में सोने दे दो चार वास्ते। जन्नत सिमट के कदमों में, जन्नत सिमट के कदमों में, जन्नत सिमट के कदमों में, जन्नत सिमट के कदमों में आ गई मेरे, पाए जदों में सोने दे दो चार वास्ते, पाए जदों में सोने दे दो चार वास्ते, पाए जदों में सोने दे दो चार वास्ते। मुंह से आकार मेरे ऐब खुले जाते हैं, आकार मेरे ऐब खुले जाते हैं, मुंह से आकार मेरे ऐब खुले जाते हैं, आकार मेरे ऐब खुले जाते हैं, आकार मेरे ऐब खुले जाते हैं। कमली वाले मुझे कमली में छुपा ले आजा, पाए जदों में सोने दे दो चार वास्ते, 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 पाए जदों में सोने दे दो चार वास्ते। रहमत योगी ने ले लिया अपनी पनाह दे विच, रहमत योगी ने ले लिया अपनी पनाह दे विच, योगी ने ले लिया अपनी पनाह दे विच, रहमत योगी ने ले लिया अपनी पनाह दे विच। पाए जदों में सोने दे दो चार वास्ते, पाए जदों में सोने दे दो चार वास्ते, पाए जदों में सोने दे दो चार वास्ते, पाए जदों में सोने दे दो चार वास्ते। कतरे से मेर कतरे से दरिया बना दिया, जर्रे से मेहर कुंडरे से दरिया बना दिया। ਹੋਰ ਸੁਣਾਓ ਵੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਰਹਿਮਤ ਢਿੱਲੀ ਜੀ ਹਮੇਸ਼ਾ ਨਾਲ ਹੈ। ਹੁਣ ਦੱਸ ਕੀ ਹੈ ਦਿਲ ਦੇ ਵਿੱਚ? ਦਿਲ ਵਿੱਚ ਸਤਿਗੁਰੂ ਹੁਣ ਤਾਂ ਕੁਝ ਨਹੀਂ ਸੀਗਾ, ਬਟ ਮਹੀਨਾ ਤੋਂ ਮਨ ਬਹੁਤ ਪਰੇਸ਼ਾਨ ਸੀ, ਅੰਦਰੋਂ ਟੁੱਟ ਗਿਆ ਸੀ। ਅੱਛਾ ਇੱਕ ਸਿਰਫ ਢਾਡੀ ਯਾਦ ਦੇ ਸਹਾਰੇ ਸੀਗਾ, ਬਟ ਮੈਂ 3-4 ਵਾਰੀ ਨੈਗੇਟਿਵ ਸੋਚ ਵੀ ਆਈ ਵੀ ਸਟਰਗਲ ਵੀ ਬਹੁਤ ਕੀਤੀ, ਮਿਹਨਤ ਡੇ ਨਾਈਟ, ਪਰ ਫਲ ਢਾਡੀ ਵੱਲੋਂ ਬਹੁਤ ਮਿਲਿਆ ਸੋਚ ਤੋਂ ਬਾਹਰ। ਕਿਸੇ ਟਾਈਮ ਤਾਂ ਆਪਣੇ ਤੋਂ ਸਾਈਕਲ ਨਹੀਂ ਸੀ, ਅੱਜ ਗੱਡੀਆਂ 'ਚ ਬਿਠਾਉਣ ਵਾਲੇ ਤੁਸੀਂ ਹੈ। ਤੇ ਹੁਣ ਸਰਕਲ 25-28 ਵਰਕਰ ਕੰਮ ਕਰਦੇ ਸੀ, ਤੇ ਇਸ ਟਾਈਮ ਦੇ ਵਿੱਚ ਵਰਕਰ 2-3 ਤੋਂ ਵੱਧ ਨਹੀਂ ਰਹੇ। ਕੰਮ ਆ ਰਿਹਾ, ਕੰਮ ਅਪਸੈਟ ਹੋ ਜਾਂਦਾ, ਫੈਮਿਲੀ ਅਪਸੈਟ ਹੋ ਗਈ। ਤੇ ਜਿਵੇਂ ਦਰਬਾਰ ਆ ਡੇਲੀ ਬੇਸ ਵਿੱਚ 2 ਟਾਈਮ ਮੈਂ ਹੀ ਕਰਦਾ family ਦਾ। 2 ਮਿੰਟ ਬੁਲਾਉਂਦੇ ਆ ਤੇ ਆਪਣੇ ਬਾਕੀਆਂ ਨੂੰ ਬੁਲਾਣਾ, ਮੈਂ ਆਪਣਾ ਬਾਅਦ ਚ ਬੁਲਾਈ। ਹਾਂਜੀ ਮੰਮ ਪਾਪਾ ਬੁਲਾ ਲਓ, ਕੋਈ ਨਹੀਂ, ਬਾਅਦ ਚ 2 ਫੈਮਲੀਆਂ ਜਦੋਂ ਅੱਛਾ। ਬਾਅਦ ਚ 2 ਮਿੰਟਾਂ ਦੀ। ਫਿਰ ਕਿਸੇ ਟਾਈਮ ਤੇ ਚਰਾਗਾਂ ਨੂੰ ਵੀ ਤੇਲ ਲਈ ਪੈਸੇ ਨਹੀਂ ਹੁੰਦੇ, ਮਾਰਕੀਟ ਪੈਸੇ ਬੜਾ, ਵਰਕਿੰਗ ਵੀ ਬੜੀ ਕੀਤੀ, ਬਟ ਰਿਜ਼ਲਟ ਜ਼ੀਰੋ ਆ ਜਾਣਾ। ਇਹਦੇ ਕਰਕੇ ਅਪਸੈਟ ਵਾਲਾ ਜ਼ੀਰੋ ਹੋ ਗਿਆ ਸੀ। ਇੱਧਰ ਆ ਦੇਖੋ ਇਹਨੂੰ ਆਈ ਕਾ ਠੀਕ ਹੈ। ਇਸ ਤਰ੍ਹਾਂ ਦੀ ਜਾਣੀ ਕਿ ਵੀ ਇੱਕ ਤੁਹਾਡੇ ਸਤਸੰਗ ਵਿੱਚ ਬਚਨ ਹੁੰਦੇ ਆ ਵੀ ਮੇਨ ਹੱਥ ਡੋਰ ਹੁੰਦੀ ਆ, ਬਟ ਤੁਹਾਡੇ ਮੇਰੀ ਡੋਰ ਜੋ ਵੀ ਸੀ, ਇਸ ਪਰਿਵਾਰ ਦੀ ਡੋਰ ਸੀ ਤੁਹਾਡੇ ਤੱਕ ਸੀ, ਜੋ ਵੀ ਮਿਲਿਆ। ਤੇ ਉਸ ਤੋਂ ਬਾਅਦ ਵਿੱਚ ਮੈਨੂੰ ਤੁਸੀਂ ਇੰਨੀ ਕੁ ਰਹਿਮਤ ਕੀਤੀ ਵੀ ਮੇਰੇ ਤੇ ਵੀ ਮੈਂ ਇਸ ਪਰਿਵਾਰ ਦਾ ਆਗਿਆਕਾਰੀ ਬਣ ਚੁੱਕਾ ਹਾਂ। ਤੇ ਬਟ ਮੈਂ ਆਪਣੇ ਆਪ ਤੇ ਕਦੀ ਨਾ ਸੋਚਿਆ, ਬਾਕੀ ਤੁਸੀਂ ਸਤਿਗੁਰੂ ਜਾਣਦੇ, ਬਟ ਹੁਣ ਮੇਰੇ ਮਾਈਂਡ ਜਿਹੜਾ ਦਿਲ ਸਾਰਾ ਮਾਈਨਸ ਸੀਗਾ ਵੀ ਕੰਮ ਨੂੰ ਤਾਂ ਬਿਲਕੁਲ ਹੀ ਦਿਲ ਨਹੀਂ ਕਰਦਾ ਜੀ। 1.5-2 ਮਹੀਨੇ ਹੋ ਜਾਂਦੇ ਮੈਂ ਸ਼ੋਰੂਮ 'ਚ ਐਂਟਰੀ ਨਹੀਂ ਕਰਦਾ। 3 ਸ਼ਾਪਾਂ ਤੁਹਾਡੀ ਰਹਿਮਤ ਵਿੱਚ ਆ, 2 ਰੈਂਟ ਤੇ 1 ਆਪਣੀ। ਤੇ ਜੇ ਦਰਬਾਰ ਵੱਲ ਸੋਚਦਾ ਸੀ, ਮੈਂ ਪਿੱਛੇ ਜਿਹੇ ਸੋਚਿਆ ਵੀ ਚਲੋ ਕੁਛ ਵੀ ਕਾਰੋਬਾਰ ਕੀਤਾ ਵੀ ਦਰਬਾਰ ਬਣਾ ਲੈਂਦੇ ਹਾਂ,
ਘਰ ਬਾਹਰ ਬਣਾ ਲੈਂਦੇ ਢਾਡੀ ਰਹਿਮਤ ਨਾਲ ਕਨਾਲ ਜਗ੍ਹਾ ਰੋਡ ਤੇ। ਉਸ ਟਾਈਮ ਫਿਰ ਅਪਸੈਟ ਹੋ ਗਿਆ, ਜਦੋਂ ਵੀ ਕੋਈ ਸੋਚ ਲੈਂਦਾ ਉਦੋਂ ਅਪਸੈਟ, ਜਦੋਂ ਸੋਚ ਲੈ ਲੈਂਦਾ ਉਦੋਂ ਹੀ ਅਪਸੈਟ। ਵਰਕਿੰਗ ਜ਼ੀਰੋ ਹੋ ਗਈ। ਰਹਿਮਤ ਢਾਡੀ ਹੈ ਰਹਿਣੀ ਆ ਸਦਾ ਲਈ, ਬਟ ਇਹ ਆ ਵੀ ਕੰਮ ਸੀ, ਵਰਕਰ ਮਾਈਨਸ ਹੋ ਗਏ, ਕੰਮ ਆ ਜਾਂਦਾ ਚੱਲ ਜਾਂਦਾ, ਉਹ ਨਹੀਂ ਮਿਲੀ। ਫੈਮਿਲੀ 'ਚ ਜ਼ੀਰੋ ਹੋ ਚੁੱਕਾ ਜੀ, ਆਪਣੇ ਆਪ 'ਚ ਜ਼ੀਰੋ ਹੋ ਗਿਆ, ਕੋਈ ਫੈਮਿਲੀ 'ਚ ਜ਼ੀਰੋ ਹੋ ਗਿਆ, ਆਪਣੇ ਆਪ 'ਚ ਜ਼ੀਰੋ ਹੋ ਗਿਆ, ਇੱਕ ਸਿਰਫ ਢਾਡੇ ਤੱਕ ਹੀ ਆ ਸਕਦਾ। ਫੈਮਿਲੀ ਜ਼ੀਰੋ ਕੀ ਮਤਲਬ? ਫੈਮਿਲੀ 'ਚ ਇਹ ਸੀਗਾ ਜਿੱਦਾਂ ਰਿਲੇਸ਼ਨ ਆਪਣੇ ਆਪ ਹੀ ਅਪਸੈਟ ਹੋ ਗਏ, ਉਹ ਮੰਨ ਲਓ ਵੀ ਕੁਛ ਇਦਾਂ ਹੋ ਗਈ ਸਟਰਗਲ ਵੀ ਮੇਰੀ ਸੋਚ ਇਹ ਸੀ ਵੀ ਅਸੀਂ ਇੱਕ ਗੁਰੂ ਦੇ ਆ ਤੇ ਦਰਬਾਰ ਤੇ ਨਿਸ਼ਾਨ ਆ ਬੰਦ ਦਾ, ਵੀ ਅਸੀਂ ਬੰਦ ਰਹੀਏ। ਬਟ ਕੁਛ ਇੱਦਾਂ ਦੇ ਕੋਈ ਇਹ ਨਹੀਂ ਵੀ ਕੋਈ ਗਲਤ ਗਾਈਡ ਹੋਈ ਕਿਸੇ ਨੂੰ, ਸੋਚ 'ਚ ਪਤਾ ਨਹੀਂ ਕੀ ਆ ਗਿਆ ਕਿ ਇਹਨਾਂ ਦੇ ਮੇਰੀ ਵਾਈਫ ਦੇ ਆ ਸਕਦਾ, ਮਦਰ ਦੇ ਆ ਸਕਦਾ, ਬ੍ਰਦਰ ਦੇ ਆ ਸਕਦਾ, ਭਰਜਾਈ ਦੇ ਆ ਸਕਦਾ, ਵੀ ਅਸੀਂ ਜੁਦੇ ਹੋਣਾ। ਅੱਛਾ। ਜੁਦੇ ਹੋਣ ਦਾ ਸਟਰਗਲ ਤਾਂ ਮੈਨੂੰ ਪਤਾ ਨਹੀਂ ਲੱਗਾ ਕੀ ਆ, ਕਿਉਂਕਿ ਇਹ ਮੇਰੇ ਨਾਲ ਹੀ ਕੰਮ ਕਰਦਾ। ਚਲੋ ਫਿਰ ਆਪਾਂ ਇਹ ਸੋਚਿਆ ਵੀ ਜੇ ਖੁਸ਼ੀ ਮਿਲ ਸਕਦੀ ਤਾਂ ਅਸੀਂ ਦੇ ਸਕਦੇ ਹਾਂ, ਵੀ ਇਸ ਤੋਂ ਪਰੇ ਤਾਂ ਕੋਈ ਨਹੀਂ। ਰੋਟੀ ਤਾਂ ਉਹਨਾਂ ਨੇ ਵੀ ਖਾਣੀ, ਰੋਟੀ ਇਹਨਾਂ ਨੇ ਵੀ ਖਾਣੀ, ਵੀ ਇਹਨਾਂ ਦਾ ਕੋਈ ਕਸੂਰ ਨਹੀਂ, ਤਾਂ ਜਨਮ ਦੇ ਕੇ ਛੱਡ ਦਿੱਤਾ। 55-60 ਸਾਲ ਦੀ ਏਜ ਹੋ ਚੁੱਕੀ। ਬਟ ਉਹ ਚੀਜ਼ ਨਾਲ ਵੀ ਐਗਰੀ ਹੋਣ ਤੋਂ ਬਾਅਦ 'ਚ ਜਿਹੜਾ ਮਨ ਨੂੰ ਸਕੂਨ ਸੀ ਨਾ, ਉਹ ਸਾਰਾ ਜ਼ੀਰੋ ਹੋ ਚੁੱਕਾ। ਇੱਕ ਆਸ ਸੀ ਇੱਦਾਂ ਵੀ ਟਾਰਗੇਟ ਹੁੰਦਾ ਵੀ ਇਸ ਚੀਜ਼ ਲਈ ਆਪਾਂ ਕਮਾ ਰਹੇ ਪੈਸਾ ਹੀ, ਬੱਚਿਆਂ ਤੱਕ ਵੀ ਇੱਕ ਸੋਚ ਸ਼ਾਮ ਨੂੰ ਆਈਦਾ ਵੀ, ਬਟ ਰੋਟੀ ਖਾਣ ਤੱਕ ਅਹਿਮੀਅਤ ਹੁੰਦੀ ਹੈ ਜਾਂ ਪਰਿਵਾਰ 'ਚ ਦਿਖਾਉਣਾ ਚਾਹੀਦਾ ਅਹਿਮੀਅਤ ਆ ਮੈਨੂੰ, ਇਹ ਨਹੀਂ ਹੈ ਵੀ ਮੈਂ ਪਰਿਵਾਰ ਲਈ ਆ ਰਿਹਾ। ਮਨ ਕਿ ਜਿਹਨਾਂ ਨੂੰ ਗੁੱਸਾ ਪਾਉਂਦਾ ਬੁਲਾਉਂਦੇ ਨਹੀਂ ਕਿੰਨੇ ਦਿਨ ਸਾਨੂੰ। ਗੁੱਸਾ ਇਸੇ ਕਰਕੇ ਆ ਜਾਂਦਾ ਵੀ ਜਦੋਂ ਇੱਕ ਸਿਰਫ ਨਾ ਮੇਰੇ ਮਾਈਂਡ 'ਚ ਪਤਾ ਨਹੀਂ ਕੀ ਆ ਜਾਂਦਾ, ਕੀ ਕਹਾਣੀ ਪੈ ਜਾਂਦੀ ਆ, ਜਦੋਂ ਕੋਈ ਗਲਤ ਨੈਗੇਟਿਵ ਹੋਵੇ ਜਾਂ ਨਾ ਵੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਚਾਹੇ ਮੇਰੀ ਫੈਮਿਲੀ ਹੋਵੇ, ਮਦਰ ਹੋਵੇ, ਬ੍ਰਦਰ ਹੋਵੇ, ਚਾਹੇ ਮੈਂ ਖੁਦ ਹੀ ਹੋਵਾਂ, ਚਾਹੇ ਕਸਟਮਰ ਤੱਕ ਹੋਵੇ, ਪੈਸੇ ਵੀ ਹੋਵੇ, ਲੱਖ ਰੁਪਈਆ ਲੈਣਾ ਹੋਵੇ, ਮੈਂ ਛੱਡਿਆ ਨਾ। ਮਨ ਗਲਤ ਘਰ ਬੋਲਦੇ ਨਹੀਂ ਵੀ ਸਾਡੇ ਨਾਲ ਕਿੰਨੇ ਦਿਨ ਵੀ ਚੁੱਪ ਰਹਿਣਾ, ਇਹ ਨਹੀਂ ਵੀ ਕੁੱਟਮਾਰ ਕਰਨੀ ਜਾਂ ਗਾਲੀ ਗਲੋਚ ਕਰਨੀ, ਕੁਛ ਨਹੀਂ, ਵੀ ਚੁੱਪ ਸ਼ਾਂਤੀ ਰਹਿਣਾ, ਆਉਣਾ ਰੋਟੀ ਖਾਣੀ, ਬਸ ਠੀਕ ਹੈ ਚੱਲ ਜਾਓ ਕੰਮ ਤੇ ਆ ਜਾਓ, ਬਸ ਸਹੀ। ਇਸ ਤੋਂ ਅੱਗੇ ਸੋਚ ਹੀ ਨਹੀਂ ਸੀ। ਹੁਣ ਤਾਂ ਇੱਥੇ ਤੱਕ ਸੋਚ ਸੀ ਵੀ ਮੈਂ ਇੱਥੇ ਨਹੀਂ ਰਹਿਣਾ, ਬਟ ਇਹ ਸੀ ਵੀ ਬਾਹਰ ਚਲ ਜਾਣਾ। ਆਹੀ ਪਾਸਪੋਰਟ ਜੇ ਵੀ ਪਾਇਆ ਹੋਇਆ। ਹਾਂਜੀ, ਮੈਂ ਇਜਾਜ਼ਤ ਲੈਣੀ ਸੀ ਤੇ ਵੀ ਠੀਕ ਹੈ। ਅਮਰੀਕਾ ਦਾ ਸੀਗਾ ਬੇਸ ਮੇਰਾ ਬਣਦਾ ਖੁਦ ਦਾ, ਤੇ ਵੀ ਆਪਣੇ ਤੇ ਹੀ ਮੇਰਾ ਫਰੈਂਡ ਸੀਗਾ, ਉਹ ਕਹਿੰਦਾ ਸੀ ਭਾਜੀ ਵੀ ਮੇਰਾ ਏਜੰਟ ਹੈਗਾ, ਥੋੜ੍ਹੇ ਬਹੁਤ ਇੱਥੇ ਕਰਨੇ ਆ, ਬਟ ਇਹ ਵੀ ਆ ਵੀ ਪੈਸਾ ਵੀ ਹੈ ਨਹੀਂ, ਆਸ ਬੜੀ ਆ, ਕੋਸ਼ਿਸ਼ ਵੀ ਆ, ਤੇ ਆਪਣੇ ਆਪ ਤੇ ਭਰੋਸਾ ਵੀ ਆ। ਸਤਿਗੁਰ ਦੀ ਰਹਿਮਤ ਤਾਂ ਹੈ, ਪਹਿਲੋਂ ਵੀ ਸੀ, ਅੱਜ ਵੀ ਆ, ਕੱਲ ਨਾ ਵੀ ਹੋਇਆ ਤਾਂ ਵੀ ਰਹਿਣੀ। ਕਿਉਂਕਿ ਜਿਸ ਬੰਦੇ ਕੋਲ ਇੱਕ 2 ਰੁਪਏ ਨਾਲ ਉਸਤਾਦ ਨੇ ਦਿੱਤੇ, ਉਹਨੂੰ ਜਲੰਧਰ ਤੁਰ ਕੇ ਆਵੇ ਨਾ, ਉਸ ਇਨਸਾਨ ਦੀ ਇੰਨੀ ਔਕਾਤ ਨਹੀਂ ਹੈ। ਸਿਰਫ 11ਵੀਂ ਵਾਲੀ ਸਰਕਾਰ ਤਾਂ ਹੋਈ, ਤੁਹਾਡੀ ਰਹਿਮਤ ਕਰਕੇ ਇੱਥੇ ਬੈਠਾ, ਗੱਡੀਆਂ ਦੇ ਵਿੱਚ ਸ਼ੋਰੂਮਾਂ ਦਾ ਮਾਲਕ ਬਣਾ ਦਿੱਤਾ, ਭੈਣ ਭਰਾ ਮਾਂ ਪਿਓ ਦੇ ਪਿੰਡ ਪੱਧਰ ਤੇ ਨਗਰ ਦੇ ਵਿੱਚ ਨਾਂ ਬਣਿਆ ਵੀ ਬੱਚੇ ਇਹਨਾਂ ਦੇ ਆ, ਗੁਰੂ ਇਹਨਾਂ ਦਾ। ਦਰਬਾਰ ਤੇ ਜੋੜਨ ਕਰਕੇ ਅਸੀਂ 2000 ਦੇ ਵਿੱਚ ਜੁੜੇ ਸੀ। 2005-7 ਦੇ ਮੈਂ ਪਹਿਲੀ ਵਾਰੀ ਨਾਮਦਾਨ ਲਿਆ ਸੀ, ਫਿਰ 10 ਦੇ ਵਿੱਚ ਹਸਬੈਂਡ ਵਾਈਫ ਇਕੱਠੇ ਹੋਣ ਕਰਕੇ ਨਾਮਦਾਨ ਲਿਆ, ਦੂਜੀ ਵਾਰੀ ਢਾਡੀ ਰਹਿਮਤ ਵਿੱਚ ਹੀ। ਵੀ ਬਹੁਤ ਸਕੂਨ ਮਿਲਿਆ, ਬਹੁਤ ਮਿਲਿਆ, ਬਿਨਾਂ ਸੋਚਿਆ ਮਿਲਿਆ, ਬਿਆਨ ਨਹੀਂ ਕਰ ਸਕਦਾ ਵੀ ਆਹ ਨਹੀਂ ਮਿਲਿਆ। ਇੱਕ ਹੁੰਦਾ ਵੀ ਇਨਸਾਨ ਨੇ ਆਹ ਟਾਰਗੇਟ ਬਣਾ ਕੇ ਲਿਆ, ਨਹੀਂ, ਬਿਨਾਂ ਸੋਚ ਤੋਂ ਬਹੁਤ ਮਿਲਿਆ। ਰਾਤ ਨੂੰ ਸੋਚ ਸੀ, ਸਵੇਰ ਨੂੰ ਝੋਲੀ 'ਚ ਸੀ, ਹੁਣ ਵੀ ਹੈ, ਬਟ ਹੁਣ ਨਾਲ ਹੈ ਨਾ ਵੀ ਇੱਕ ਅਹਿਮੀਅਤ ਗਵਾਚ ਗਈ ਆਪਣੇ ਸਰੀਰ ਦੀ। ਵੀ ਕਦੀ ਤਾਂ ਦਿਲ ਕਰਦਾ ਹੀ ਕੰਮ ਕਰ ਛੱਡ ਕੇ ਵੀ ਸੇਵਾ ਕਰ ਲਓ, ਵਧੀਆ, ਇਹਨਾਂ ਸਿਮਰਨ ਜ਼ਿਆਦਾ ਕਰ ਲਓ, ਬੈਟਰ। ਕਮਾਈ ਤੇ ਬਿਲਕੁਲ ਧਿਆਨ ਨਹੀਂ ਕਰਦੇ। ਹੁਣ ਇੱਕੋ ਸੀਗਾ ਟਾਰਗੇਟ ਵੀ ਮੈਂ ਇੱਥੇ ਰਹਿਣਾ ਨਹੀਂ, ਜੇ ਰਿਹਾ ਤਾਂ ਉੱਥੇ ਵੀ ਮੇਰੇ ਕੋਲ ਇੰਨਾ ਕੁਛ ਨਹੀਂ ਹੋਣਾ ਬਰਦਾਸ਼ਤ, ਜਾਂ ਮੰਨ ਲਓ ਵੀ ਆਪਣੇ ਆਪ ਕਾਰੋਬਾਰ ਤੇ ਵੀ ਮੈਂ ਇੰਨਾ ਵੇਟਰ ਆ ਵੀ 2, 4, 5, 10 ਸਾਲ ਜੋ ਸ਼ੋਰੂਮ ਮੇਰਾ ਰੈਂਟ ਤੇ ਜਾਂ ਲੋਨ ਕਰਵਾਇਆ ਸੀ ਮੈਂ 15 ਲੱਖ ਦਾ, ਕਿਸ਼ਤ ਜਾ ਰਹੀ ਸੀ ਉਹਦੀ, ਵੀ ਮੈਂ ਉਹਨੂੰ ਵੀ ਕਲੀਅਰ ਕਰ ਸਕਦਾ। ਪਲੱਸ ਟਵਿੰਸ ਬੇਟੀਆਂ, ਇੱਕ ਬੇਟਾ ਮੇਰੇ, ਵੀ ਇਹਨਾਂ ਦੀ ਆਉਣ ਵਾਲੇ ਸਮੇਂ 'ਚ ਵਧੀਆ ਤਰੀਕੇ ਨਾਲ ਜ਼ਿੰਦਗੀ ਬਿਹਤਰ ਕਰ ਸਕਦਾ, ਪੜ੍ਹਾਈ ਲਿਖਾਈ ਕਰ ਸਕਦਾ, ਮੈਰਿਜ ਕਰਵਾ ਸਕਦਾ। ਵੀ ਜੇ ਮੈਂ ਇੱਥੇ ਰਿਹਾ ਤੇ ਇਸ ਵੇਲੇ ਦੇ ਹਿਸਾਬ ਨਾਲ ਅਪਸੈਟ ਹੋਣ ਨਾ, ਤੇ ਮੇਰੇ ਕੋਲੋਂ ਤਾਂ ਆਪਣਾ ਸ਼ੋਰੂਮ ਕਲੀਅਰ ਤਾਂ ਹੋ ਜਾਊਗਾ, ਬੱਚੇ ਨੂੰ ਗਿਫਟ ਦੇ ਦੂੰਗਾ, ਆਉਣ ਵਾਲੇ ਸਮੇਂ 'ਚ ਉਹ ਚੀਜ਼ 25 ਲੱਖ ਦੀ ਲਈ ਸੀ 1 ਕਰੋੜ ਦੀ ਬਣ ਜੂ, ਬਟ ਵੀ ਮੈਂ ਜ਼ੀਰੋ ਹੋ ਜਾਣਾ ਪਰ ਬਾਕੀ ਪਰਿਵਾਰ।
ਕਿਉਂਕਿ ਅੰਦਰੋਂ ਦਿਲ ਨਹੀਂ ਕਰ ਰਿਹਾ ਸੀ ਕੰਮ ਕਰਨ ਨੂੰ। ਕੰਮ ਬਹੁਤ ਹੈ ਢਾਡੀ ਰਹਿਮਤ ਨਾਲ, ਬਟ ਬੰਦੇ ਅੱਜ ਆ ਰਹੇ ਆ, ਕੱਲ ਹੈ ਨਹੀਂ। ਨੇ ਢਾਡੀ ਰਹਿਮਤ ਨਾਲ ਦੁਨੀਆ ਗੱਲਾਂ ਕਰਦੀ ਮੰਦਪੁਰ ਦੇ ਵਿੱਚ ਦੁਕਾਨ ਚਲਾਈ ਜਾ ਨੇ ਵੀ ਮੰਦਪੁਰ 'ਚ ਦੁਕਾਨ ਨਹੀਂ ਚੱਲਣੀ। ਇਹ ਕਹਿੰਦੇ ਸੀ ਮੈਨੂੰ ਇੱਥੇ ਨਗਰ ਦੇ ਖੁਦ ਜੀਵ। ਤੇ ਢਾਡੀ ਰਹਿਮਤ ਨਾਲ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਵਰਕਰ ਆ ਕੇ ਕੰਮ ਕੀਤਾ ਤੇ ਪੰਜਾਬ ਲੈਵਲ ਤੇ ਡਲਹੌਜੀ ਤੱਕ ਕੰਮ ਕੀਤਾ ਇਸ ਮੰਦਪੁਰ ਤੋਂ ਢਾਡੀ ਰਹਿਮਤ ਨਾਲ। चल हो गई जो तेरे दिल च सी गल होर भी कोई है पहले तेरी सुन ली ਬਾਕੀ ਮੇਰੇ ਤੇ ਹੀ ਸੀ, ਬਾਕੀ ਫੈਮਿਲੀ ਹੈ ਤੁਸੀਂ ਕਰ ਸਕਦੇ ਕਹਾਣੀ ਦਾ। ਚਲੋ ਉਹਨਾਂ ਦੀ ਪਹਿਲਾਂ ਤੇਰੇ ਪੁਆਇੰਟ ਤੇ ਆਈਏ, ਕਿਉਂਕਿ ਤਿੰਨ ਚਾਰ ਜਿਹੜੇ ਪੁਆਇੰਟ ਅਸੀਂ ਤੇਰੀਆਂ ਗੱਲਾਂ ਚੋਂ ਸਮਝੇ ਆ, ਹੁਣ ਉਹਨਾਂ ਤੇ ਪਹਿਲਾਂ ਆਈਏ ਕਿ ਪਹਿਲੀ ਚੀਜ਼ ਜਿੱਦਾਂ ਤੂੰ ਸੋਚ ਰਿਹਾ ਅਮਰੀਕਾ ਜਾਣ ਬਾਰੇ ਜਾਂ ਕਿਸੇ ਵੀ ਕੰਟਰੀ ਜਾਣ ਬਾਰੇ ਨਾ, ਤਾਂ ਇੱਥੇ ਆਪਣਾ ਸ਼ੋਰੂਮ ਹੈ, ਇੱਥੇ ਆਪਣਾ ਸਭ ਕੁਝ ਹੈ। ਅਗਰ ਇਨਸਾਨ ਸੋਚੇ ਜਿੱਦਾਂ ਤੇਰਾ ਆਪਣਾ ਕਹਿਣਾ ਹੈ ਕਿ ਸਾਈਕਲ ਵੀ ਹੈ ਨਹੀਂ ਸੀ ਕੋਲ ਜਾਂ 1 ਰੁਪਿਆ ਜ਼ੀਰੋ ਸੀ ਮੈਂ, ਜੀ ਜੀ ਔਰ ਅੱਜ ਮਾਲਕਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ ਹੈ, ਠੀਕ ਹੈ। ਹੁਣ ਅਸੀਂ ਬਾਹਰ ਜਾਂਦੇ ਰਹੀਦਾ, ਅਸੀਂ ਜੀ ਦੇਖੀ ਜਿਹੜੇ 15 20 ਸਾਲ ਤੋਂ ਉੱਥੇ ਹੈ, ਉਹ ਸਿਰਫ ਕੰਮ ਕਰਦੇ ਦੂਜਿਆਂ ਦੇ ਅੰਡਰ, ਦੂਜਿਆਂ ਦੇ ਥੱਲੇ। ਇੱਥੇ ਤੂੰ ਆਪਣੇ ਸ਼ੋਰੂਮ ਦਾ ਮਾਲਕ ਹੈ, ਇੱਕ ਕਿਸਮ ਦਾ ਓਨਰ ਹੈ, ਜੀ ਠੀਕ ਹੈ। ਬੇਸ਼ੱਕ ਚਾਹੇ ਕਿਸ਼ਤ ਜਾ ਰਹੀ ਹੈ, ਪਰ ਹੁਣ ਗੱਡੀ ਚਾਹੇ ਕਿਸ਼ਤਾਂ ਤੇ ਹੋਵੇ, ਪਰ ਬੰਦਾ ਕਹਿਣ ਹੁੰਦਾ ਨਾ ਮੇਰੀ ਗੱਡੀ ਹੈ, ਮੈਂ ਓਨਰ ਹੈ। ਔਰ ਜਲਦੀ ਜਿੱਦਾਂ ਉਹ ਗੱਡੀ 2 ਸਾਲ 4 ਸਾਲਾਂ ਫ੍ਰੀ ਵੀ ਹੋ ਜਾਂਦੀ ਹੈ, ਪੂਰੀ ਤਰ੍ਹਾਂ ਸਾਡਾ ਹੋ ਜਾਂਦਾ ਨਾ। ਇੱਥੇ ਫਿਰ ਵੀ ਮਾਲਕ ਰਹਿਣਾ ਹੈ ਅਸੀਂ, ਜੀ ਸਮਝਦੇ ਹੋ ਕਿ ਨਹੀਂ। ਔਰ ਜਿਹੜੀ ਗੱਲ ਇਹ ਹੈ ਕਿ ਜੇ ਮਾਲਕ ਉੱਥੋਂ ਇੱਥੇ ਤੱਕ ਲਿਆ ਸਕਦੇ ਆ, ਤਾਂ ਇੱਥੋਂ ਅੱਗੇ ਵੀ ਲੈ ਕੇ ਜਾ ਸਕਦੇ ਆ, ਪਰ ਉਹਦੇ ਵਾਸਤੇ ਤੈਨੂੰ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ ਹੈ, ਸਮਝਦਾ ਨਹੀਂ। ਔਰ ਉਹ ਤਿਆਰੀ ਦਾ ਮਤਲਬ ਕੀ ਹੈ? ਤਿਆਰੀ ਦਾ ਮਤਲਬ ਸਭ ਤੋਂ ਪਹਿਲਾਂ ਤਾਂ ਇੱਥੋਂ ਤਿਆਰ ਹੋਣਾ ਪੈਂਦਾ ਹੈ। ਜਦੋਂ ਬੰਦਾ ਇੱਥੇ ਇੱਕ ਸੋਚ ਰੱਖ ਲੈਂਦਾ ਨਾ ਕਿ ਮੈਂ ਰਹਿਣਾ ਹੀ ਨਹੀਂ ਇੱਥੇ, ਮੈਂ ਜਾਣਾ ਹੀ ਬਾਹਰ, ਤਾਂ ਫਿਰ ਇੱਥੇ ਦੇ ਕੰਮ ਵੱਲੋਂ ਵਾਕਈ ਮਨ ਬੰਦੇ ਦਾ ਲੱਗਦਾ ਹੀ ਨਹੀਂ ਹੈ, ਨਾ ਹੀ ਕਰਨ ਨੂੰ ਦਿਲ ਕਰਦਾ, ਕਿਉਂਕਿ ਬੰਦਾ ਮਾਈਂਡ ਸੈੱਟ ਕੀ ਹੋ ਜਾਂਦਾ, ਮੈਂ ਰਹਿਣਾ ਹੀ ਨਹੀਂ ਇੱਥੇ, ਮੈਂ ਤਾਂ ਰਹਿਣਾ ਹੀ ਬਾਹਰ। ਔਰ ਅਸੀਂ ਤਾਂ ਦੇਖ ਰਹੇ ਹਾਂ ਕਿ ਬੱਚੇ ਹੈ, ਪਰਿਵਾਰ ਹੈ, ਬਾਹਰ ਜਾ ਕੇ ਬੰਦਾ ਇਕੱਲਾ ਚਲਾ ਜਾਂਦਾ ਹੈ, 10 ਸਾਲ ਲਾਉਂਦਾ ਹੈ, 15 ਸਾਲ ਲਾਉਂਦਾ ਹੈ, ਔਰ ਫਿਰ ਕੀ ਹੁੰਦਾ ਹੈ, ਪੈਸਾ ਤਾਂ ਕਮਾ ਲੈਂਦਾ ਹੈ, ਪਰ ਉਹ 10-15 ਸਾਲ ਜਿਹੜਾ ਬੱਚਿਆਂ ਨੂੰ ਵੱਧਦੇ ਦੇਖਣਾ ਹੈ, ਬੱਚਿਆਂ ਨੂੰ ਜੋ ਇੱਕ ਬਾਪ ਦੀ ਜਾਂ ਪਰਿਵਾਰ ਨੂੰ ਜੋ ਇੱਕ ਫੈਮਿਲੀ ਦੀ ਜ਼ਰੂਰਤ ਹੁੰਦੀ ਹੈ ਨਾ, ਇੱਕ ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ, ਉਹ ਬਹੁਤ ਚੀਜ਼ਾਂ ਅਸੀਂ ਮਿਸ ਕਰ ਜਾਂਦੇ ਹਾਂ, ਸਮਝਦੇ ਹੋ ਕਿ ਨਹੀਂ। ਇਸ ਲਈ ਇੱਥੇ ਮਾਲਕ ਤੈਨੂੰ ਇੰਨਾ ਦੇ ਸਕਦੇ ਹੈ, ਅਗਰ ਤੂੰ ਤਿਆਰ ਹੋਵੇਂ ਲੈਣ ਨੂੰ, ਅਗਰ ਤੂੰ ਤਿਆਰ ਹੈ, ਆਪਣਾ ਮਾਈਂਡ ਸੈੱਟ ਕਰੇ। ਹਾਂ ਠੀਕ ਹੈ, ਬਾਹਰ ਜਾਣ ਦੀ ਤੇਰੀ ਇੱਛਾ ਹੈ, ਪਰ ਇੱਦਾਂ ਨਹੀਂ ਜਾਣਾ ਕਿ ਅਸੀਂ ਕੰਮ ਕਰਨ ਜਾਣਾ। ਵੈਸੇ ਆਪਣਾ ਕਿਸੇ ਹੋਰ ਢੰਗ ਨਾਲ ਬੰਦਾ ਜਾਂਦਾ, ਕੋਈ ਸੈਰ ਕਰਨ ਜਾਂਦਾ ਹੈ, ਕੋਈ ਟੂਰਿਸਟ ਬੇਸ 'ਤੇ ਜਾਂਦਾ, ਜਾ ਕੇ ਘੁੰਮ ਕੇ ਆਉਂਦਾ, ਬੰਦੇ ਨਾਲੇ ਪਤਾ ਲੱਗ ਜਾਂਦਾ ਦੇਖ ਕੇ। ਪਰ ਜੇ ਇਹ ਸੋਚਦੇ ਆ ਕਿ ਅਮਰੀਕਾ ਜਾਣ ਵਾਸਤੇ 15-20 ਲੱਖ ਰੁਪਇਆ ਜਾਂ ਕਿਸੇ ਏਜੰਟ ਨੂੰ ਦੇ ਕੇ ਉਹ ਲਾ ਕੇ ਉੱਧਰ ਜਾਵਾਂ, ਤਾਂ ਉਹੀ ਆਪਣੇ ਕੰਮ 'ਚ ਕਿਉਂ ਨਾ ਪਾਵਾਂ ਮੈਂ, ਜਾਂ ਆਪਣੇ ਆਪ ਨੂੰ ਫ੍ਰੀ ਕਿਉਂ ਨਾ ਕਰਾਂ ਮੈਂ, ਸਮਝਦਾ ਕਿ ਨਹੀਂ। ਜੀ ਕਿਉਂਕਿ ਸਿਰਫ ਜ਼ਿੰਦਗੀ 'ਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਆਹ ਜਿਹੜੇ ਪਲ ਹੁੰਦੇ ਨਾ, ਇਕੱਠੇ ਬੈਠੇ ਆ ਅਸੀਂ ਪਰਿਵਾਰ ਦੇ ਨਾਲ, ਇੱਕ ਪਲ, ਇੱਕ ਸੈਕਿੰਡ, ਇੱਕ ਮਿੰਟ ਜਿਹੜਾ ਗੁਜ਼ਾਰਨਾ, ਇਹਦੀ ਵੀ ਬੜੀ ਵੈਲਿਊ ਹੁੰਦੀ ਹੈ। ਅਸੀਂ ਕਈ ਵਾਰ ਸਾਸਾਂ ਨੇ ਦੱਸਿਆ ਕਿ ਸਟੀਵ ਜੌਬਸ ਜਿਹੜਾ ਕਿ ਐਪਲ ਕੰਪਨੀ ਦਾ ਮਾਲਕ ਸੀ, ਸ਼ਾਇਦ ਸੰਨ 2011 'ਚ ਉਹਦੀ ਡੈਥ ਹੋਈ ਹੈ, ਹਸਪੀਟਲ ਦੇ ਵਿੱਚ ਸੀ ਉਹ। ਤਾਂ ਉਹਨੇ ਐਂਡ ਦੇ ਟਾਈਮ 'ਤੇ ਇੱਕ ਡਾਇਰੀ ਲਿਖੀ, ਆਪਣੀ ਡਾਇਰੀ ਦੇ ਵਿੱਚ ਨਾ ਐਂਡ 'ਤੇ ਕੁਝ ਚੀਜ਼ਾਂ ਨੋਟ ਕੀਤੀਆਂ। ਉਹਦੇ 'ਚ ਇੱਕ ਇਹ ਚੀਜ਼ ਵੀ ਸੀਗੀ ਕਿ ਮੈਂ ਜ਼ਿੰਦਗੀ 'ਚ ਪੈਸਾ ਬਹੁਤ ਕਮਾਇਆ, ਪਰ ਅੱਜ ਮੇਰੇ ਕੋਲ ਇੰਨਾ ਪੈਸਾ ਹੈ ਕਿ ਮੈਂ ਕੋਈ ਵੀ ਇੱਕ ਬੰਦਾ ਨਹੀਂ ਇੱਦਾਂ ਦਾ, ਇੱਕ ਪੈਸੇ ਨਾਲ ਮੈਂ ਡਰਾਈਵਰ ਤਾਂ ਰੱਖ ਸਕਦਾ ਹਾਂ, ਨੌਕਰ ਤਾਂ ਰੱਖ ਸਕਦਾ ਹਾਂ, ਪਰ ਕੋਈ ਇੱਕ ਆਦਮੀ ਇੱਦਾਂ ਦਾ ਨਹੀਂ ਮੈਂ ਪੈਸੇ ਨਾਲ ਖਰੀਦ ਸਕਦਾ ਜਿਹੜਾ ਮੇਰੀ ਜਗ੍ਹਾ ਇੱਥੇ ਲੇਟ ਜਾਵੇ, ਔਰ ਮੈਂ ਉਹਨੂੰ ਕਹਿ ਸਕਾਂ ਮੇਰੀ ਜਗ੍ਹਾ ਤੂੰ ਮਰ ਜਾ, ਤਾਂ ਕਿ ਮੈਂ ਆਪਣੀ ਫੈਮਿਲੀ ਨਾਲ, ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰ ਸਕਾਂ। ਉਹ ਕਹਿੰਦਾ ਪੈਸਾ ਮੈਂ ਬਹੁਤ ਕਮਾਇਆ, ਪਰ ਅੱਜ ਮੈਂ ਕੀ ਕਰ ਰਿਹਾ ਮੈਂ, ਕਿ ਪੈਸਾ ਮੈਂ ਕਮਾ ਲਿਆ, ਪਰ ਜਿਹੜਾ ਮੈਂ ਜੀਵਨ 'ਚ ਖੁਸ਼ੀ ਲੈ ਸਕਦਾ ਸੀ, ਆਨੰਦ ਲੈ ਸਕਦਾ ਸੀ ਆਪਣੇ ਪਰਿਵਾਰ ਕੋਲ ਬਹਿ ਕੇ, ਉਹ ਆਨੰਦ ਲੈਣਾ ਮੈਂ ਚੁੱਕ ਗਿਆ, ਸਮਝਦਾ ਕਿ ਨਹੀਂ। ਇਸ ਲਈ ਇੱਕ ਚੀਜ਼ ਹੈ ਕਿ ਆਪਣੇ ਮਾਈਂਡ ਨੂੰ ਥੋੜ੍ਹਾ ਜਿਹਾ ਪਹਿਲਾਂ ਇਹ ਸੈੱਟ ਕਰੀਏ ਅਸੀਂ ਕਿ ਜੇ ਮਾਲਕ ਮੈਨੂੰ ਜ਼ੀਰੋ ਤੋਂ ਇੱਥੇ ਤੱਕ ਲਿਆ ਸਕਦੇ, ਤਾਂ ਅੱਗੇ ਵੀ ਬਹੁਤ ਕੁਝ ਦੇ ਸਕਦੇ। ਔਰ ਤੇਰਾ ਆਪਣਾ ਕਹਿਣਾ ਕਿ ਕੰਮ ਬਹੁਤ ਹੈ ਮੇਰੇ ਕੋਲ, ਠੀਕ ਹੈ। ਔਰ ਜਿਹੜਾ ਮੈਂ ਪਿੱਛੇ 2 ਮਹੀਨੇ 3 ਮਹੀਨੇ ਸ਼ੋਰੂਮ ਨਹੀਂ ਗਿਆ ਜਾਂ ਮੇਰਾ ਜਾਣ ਨੂੰ ਦਿਲ ਨਹੀਂ ਕਰਦਾ, ਤਾਂ ਉਹ ਚੀਜ਼ ਦਾ ਵੀ ਫਿਰ ਸਾਡੇ ਕੰਮ 'ਤੇ ਪ੍ਰਭਾਵ ਪੈਂਦਾ ਹੈ। ਇੱਕ ਦੁਕਾਨ ਬੰਦਾ ਮਾਲਕ ਜਾਣਾ ਹੀ ਬੰਦ ਕਰ ਦੇਵੇ, ਨੌਕਰਾਂ ਦੇ ਹਵਾਲੇ ਕਰ ਦੇਵੇ, ਤਾਂ ਦੁਕਾਨ 'ਚ ਬੇਬਰਕਤੀ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜੋ ਮਾਲਕ ਦੇ ਬੈਠਣ ਨਾਲ ਬਰਕਤ ਆਉਣੀ ਹੈ,
ਉਹ ਗੱਲ ਕੁਛ ਹੋਰ ਹੁੰਦੀ, ਤੇ ਜਿਹੜਾ ਨੌਕਰ ਨੇ ਸੰਭਾਲਣਾ ਉਹ ਗੱਲ ਕੁਛ ਹੋਰ ਹੋ ਜਾਂਦੀ ਹੈ। ਉਹ ਦੂਸਰੀ ਚੀਜ਼ ਇਹ ਵੀ ਹੈ ਕਿ ਜਿੱਦਾਂ ਤੂੰ ਕਹਿ ਰਿਹਾ ਹੈ ਕਿ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਦਿਲ ਕਰਦਾ ਭਜਨ ਬੰਦਗੀ ਕਰਾਂ, ਤੇ ਕਈ ਵਾਰ ਸਾਡਾ ਨਾ ਸਤਸੰਗ ਦੇ ਨਾਲ ਜੁੜ ਕੇ, ਉਸ ਮਾਲਿਕ ਦੇ ਨਾਲ ਜੁੜ ਕੇ ਸਾਡਾ ਅੰਦਰੋਂ ਇੱਦਾਂ ਹੋ ਜਾਂਦਾ ਹੈ ਕਿ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਰਹਿ ਜਾਂਦਾ। ਲਾਲਚ ਦਾ ਮਤਲਬ ਹੈ ਕਿ ਮੇਰੀ ਬਹੁਤੀ ਇੱਛਾ ਨਹੀਂ ਹੈ ਕਿ ਮੈਂ ਆਪਣੇ ਵਾਸਤੇ ਆਹ ਕਰਾਂ, ਮੈਂ ਸੋਨਾ ਪਾਵਾਂ, ਚਾਂਦੀ ਪਾਵਾਂ, ਮੈਂ ਆਹ ਕਰਾਂ, ਉਹ ਕਰਾਂ। ਪਰ ਅਸੀਂ ਕਹਿੰਦੇ ਜੇ ਪਰਮਾਤਮਾ ਨੇ ਸਾਨੂੰ ਹੁਨਰ ਦਿੱਤਾ ਹੈ ਨਾ, ਤੇ ਅਸੀਂ ਆਪਣੇ ਵਾਸਤੇ ਨਹੀਂ, ਜੇ ਮੈਨੂੰ ਕੋਈ ਹੁਨਰ ਹੈ ਤਾਂ ਮੈਂ ਦੂਜਿਆਂ ਨੂੰ ਖੁਸ਼ੀ ਕੀ ਦੇ ਸਕਦਾ। ਜਿੱਦਾਂ ਸਮਝ ਲੈ ਕਿ ਡਾਕਟਰ ਹੈ, ਉਹ ਡਾਕਟਰ ਆਪਰੇਸ਼ਨ ਕਰਨਾ ਜਾਣਦਾ ਹੈ, ਹਾਰਟ ਸਪੈਸ਼ਲਿਸਟ ਹੈ ਜਾਂ ਆਈ ਸਪੈਸ਼ਲਿਸਟ ਹੈ, ਕੁਛ ਵੀ ਹੈ। ਉਹ ਹੁਣ ਕਹਿੰਦਾ ਹੈ ਕਿ ਮੈਂ ਵੀ ਰੂਹਾਨੀਅਤ ਨਾਲ ਜੁੜ ਗਿਆ, ਹੁਣ ਮੇਰਾ ਦਿਲ ਨਹੀਂ ਕਰਦਾ ਕੋਈ ਕੰਮ ਕਰਨ ਨੂੰ। ਪਰ ਅਸੀਂ ਕਹਿੰਦੇ ਕੰਮ ਉਹਨੂੰ ਵੀ ਨਹੀਂ ਬੰਦ ਕਰਨਾ ਚਾਹੀਦਾ। ਉਹਨੂੰ ਇੱਥੇ ਕੀ ਕਰਨਾ ਚਾਹੀਦਾ ਹੈ ਕਿ ਅਗਰ ਮੇਰੀ ਮਿਹਨਤ ਨਾਲ ਕਿਸੇ ਦਾ ਵੈਸਟ ਹੋ ਸਕਦਾ ਹੈ, ਕਿਸੇ ਦਾ ਭਲਾ ਹੋ ਸਕਦਾ ਹੈ। ਜਿੱਦਾਂ ਹੁਣ ਫਰਜ਼ ਕਰ ਸ਼ੋਰੂਮ ਬਹੁਤ ਹੈ ਫਰਨੀਚਰ ਵਾਲੇ, ਪਰ ਬਹੁਤ ਲੋਕ ਇੱਦਾਂ ਦੇ ਵੀ ਹੈ ਕਿ ਜਿਹੜੇ ਪੈਸਾ ਜ਼ਿਆਦਾ ਲੈਂਦੇ, ਚੀਜ਼ ਘਟੀਆ ਦਿੰਦੇ ਹੈ। ਪਰ ਅਸੀਂ ਹੀ ਕੀ ਕਰ ਸਕਦੇ ਹਾਂ ਕਿ ਮੈਂ ਜਾਇਜ਼, ਠੀਕ ਹੈ, ਜੋ ਮਿਹਨਤ ਉਹ ਤਾਂ ਲੈਣੀ ਹੈ, ਪਰ ਮੈਂ ਅਗਲੇ ਚੀਜ਼ ਵੀ ਬੈਸਟ ਦੇਵਾਂ। ਇਹ 'ਚ ਵੀ ਦੂਜੇ ਦਾ ਇੱਕ ਭਲਾਈ ਦਾ ਕੰਮ ਕਰ ਰਹੇ ਹਾਂ। ਕਿਉਂਕਿ ਜ਼ਿੰਦਗੀ ਸਿਰਫ ਆਪਣੇ ਵਾਸਤੇ ਨਹੀਂ ਜੀ ਜਾਂਦੀ ਕਿ ਮੇਰਾ ਆਪਣੇ ਪਰਿਵਾਰ ਵਾਸਤੇ, ਘਰ ਵਾਸਤੇ ਕੁਝ ਕਰਨ ਨੂੰ ਦਿਲ ਨਹੀਂ ਕਰ। ਨਹੀਂ, ਜੇ ਮਾਲਿਕ ਨੇ ਮੈਨੂੰ ਹੁਨਰ ਦਿੱਤਾ ਹੈ ਤਾਂ ਮੈਂ ਇਹ ਹੁਨਰ ਨਾਲ ਇੱਦਾਂ ਦੀ ਚੀਜ਼ ਤਿਆਰ ਕਰਾਂ ਕਿ ਜਿਹਦੇ ਘਰ 'ਚ ਵੀ ਉਹ ਜਾਵੇ, ਉਹਦੇ ਵਾਸਤੇ ਇੱਕ ਤਾਂ ਅੱਛੀ ਕੁਆਲਿਟੀ ਦੀ ਚੀਜ਼ ਜਾ ਰਹੀ ਹੈ, ਔਰ ਦੂਜਾ ਚਲੋ ਜੋ ਉਹਦੇ ਬਦਲੇ ਮੈਨੂੰ ਮਿਹਨਤ ਮਿਲ ਰਹੀ ਉਹ ਠੀਕ ਹੈ, ਪਰ ਮੈਂ ਆਪਣੇ ਵੱਲੋਂ ਕੁਝ ਬੈਸਟ ਕਰ ਰਿਹਾ ਕਿ ਮੈਂ ਸੰਸਾਰ ਵਾਸਤੇ ਕੁਝ ਅੱਛਾ ਕਰ ਸਕਾਂ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਜਿੱਦਾਂ ਇੱਕ ਹਲਵਾਈ ਹੈ, ਅਗਰ ਉਹਦੇ ਹੁਨਰ ਉਹ ਇਹ ਸੋਚ ਸਕਦਾ ਹੈ ਕਿ ਠੀਕ ਹੈ ਵੀ ਇਹ ਚਾਹ ਦਾ ਕੱਪ ਹੈ, ਚਾਹੇ ਰੋਟੀ ਦੀ ਥਾਲੀ ਹੈ, ਇਹ ਮੈਂ 100 ਰੁਪਇਆ ਲੈਣੇ ਹੀ ਹੈ, ਤਾਂ ਚਾਹ ਦੇ ਕੱਪ ਤੇ 10 ਰੁਪਏ ਲੈਣੇ, ਪਰ ਬੈਸਟ ਬਣਾ ਕੇ ਦੇਵਾਂ ਅਗਲੇ ਨੂੰ, ਤਾਂ ਕਿ ਅਗਲਾ ਕਵੇ ਉੱਥੋਂ ਮੈਨੂੰ ਪੈਸੇ ਤਾਂ ਉੱਥੇ ਵੀ ਖਰਚਦਾ ਸੀ ਪਰ ਚੀਜ਼ ਨਹੀਂ ਬੈਸਟ ਮਿਲਦੀ ਸੀ, ਇੱਥੋਂ ਚੀਜ਼ ਮੈਨੂੰ ਬੈਸਟ ਮਿਲ ਰਹੀ, ਅੱਛੀ ਮਿਲ ਰਹੀ ਹੈ। ਇਹ ਵੀ ਇੱਕ ਸੰਸਾਰ ਦੀ ਸਮਝ ਲਓ ਕਿ ਸੇਵਾ ਹੀ ਹੁੰਦੀ ਹੈ, ਭਲਾਈ ਹੁੰਦੀ ਹੈ। ਕਿਉਂਕਿ ਸਿਰਫ ਆਪਣੇ ਬਾਰੇ ਨਹੀਂ ਅਸੀਂ ਸੋਚਣਾ, ਸਾਡੇ ਅੰਦਰ ਕੋਈ ਵੀ ਹੁਨਰ ਹੈ, ਅਸੀਂ ਉਹਦੇ ਨਾਲ ਇਹ ਦੇਖਣਾ ਕਿ ਸਮਾਜ ਨੂੰ ਵੀ ਕੀ ਫਾਇਦਾ ਦੇ ਸਕਦੇ ਹਾਂ ਅਸੀਂ। ਕਿਉਂਕਿ ਸੰਸਾਰ 'ਚ ਰਹਿੰਦੇ ਹਾਂ, ਸਮਾਜ 'ਚ ਰਹਿੰਦੇ ਹਾਂ। ਇੱਕ ਬੰਦਾ ਸੋਚਦਾ ਹੈ ਕਿ ਮੈਂ ਡਾਕਟਰ ਬਣ ਜਾਵਾਂ, ਵਕੀਲ ਬਣ ਜਾਵਾਂ, ਮੈਂ ਆਪਣੀ ਕੋਠੀ ਖੜੀ ਕਰੂੰਗਾ, ਮੈਂ ਆਪਣੇ ਪਰਿਵਾਰ ਨੂੰ ਗੱਡੀਆਂ ਖਰੀਦ ਕੇ ਦਊਂਗਾ, ਮੈਂ ਆਹ ਕਰੂੰਗਾ, ਤਾਂ ਉਹਦੀ ਸੋਚ ਸਿਰਫ ਆਪਣੇ ਬਾਰੇ ਹੀ ਹੈ। ਔਰ ਇੱਕ ਬੰਦਾ ਸੋਚਦਾ ਹੈ ਕਿ ਮੈਂ ਡਾਕਟਰ ਬਣ ਜਾਵਾਂ ਤਾਂ ਮੈਂ ਵੱਧ ਤੋਂ ਵੱਧ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਉਹਦੇ ਬਦਲੇ ਜੋ ਫੀਸ ਹੈ ਉਹ ਤਾਂ ਆਣੀ ਹੈ, ਪਰ ਉਹਦੀ ਨਜ਼ਰੀਆ ਕੀ ਹੈ, ਮੈਂ ਲੋਕਾਂ ਦਾ ਕੁਝ ਭਲਾ ਕਰਨਾ ਹੈ। ਉਹ ਇੱਕ ਨੇਕੀ ਵਾਲੀ ਜ਼ਿੰਦਗੀ ਜੀ ਰਿਹਾ ਹੈ, ਸਮਝਦਾ ਕਿ ਨਹੀਂ? ਫੀਸ ਉਹਨਾਂ ਵੀ ਲੈਣੀ ਹੈ, ਪਰ ਉਹਦਾ ਨਜ਼ਰੀਆ ਮੈਂ ਕੋਠੀ ਬਣਾਉਣੀ ਹੈ ਫੀਸ ਦੀ, ਯਾਨੀ ਮੈਨੂੰ ਪੈਸਾ ਮਿਲੇ ਮੈਂ ਕੋਠੀ ਬਣਾਉਣੀ ਹੈ। ਪਰ ਇੱਕ ਦਾ ਹੈ ਕਿ ਮੈਂ ਲੋਕਾਂ ਦਾ ਭਲਾ ਕਰਨਾ ਹੈ, ਜਿੱਥੇ ਮੈਂ ਬੈਸਟ ਕਰ ਸਕਦਾ ਨਾ, ਕਿ ਉੱਥੇ ਮੈਂ ਅਣਗਹਿਲੀ ਨਹੀਂ ਕਰਨੀ। ਅਣਗਹਿਲੀ ਦਾ ਮਤਲਬ ਸਮਝਦਾ ਨਾ, ਕਿ ਮੈਂ ਉੱਥੇ ਆਪਣੀ ਇਹ ਚੀਜ਼ ਵਿੱਚ ਕੁਆਲਿਟੀ ਬੈਡ ਨਹੀਂ ਕਰਨੀ, ਮੈਂ ਅਗਲੇ ਨੂੰ ਅੱਛਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਵੀ ਇੱਕ ਭਲਾਈ ਹੈ। ਜਿੱਦਾਂ ਬੁੱਲੇ ਸ਼ਾਹ ਨੇ ਕਿਹਾ, ਕਿਸੇ ਰੋਂਦੇ ਨੂੰ ਹਸਾਇਆ ਤੇ ਦਸਤ, ਕਿਸੇ ਭੁੱਖੇ ਨੂੰ ਰਲਾਇਆ ਤੇ ਦਸਤ। ਨਹੀਂ ਤਾਂ ਮਤਲਬ ਕੀ ਹੈ ਕਿ ਅਸੀਂ ਦੂਜੇ ਨੂੰ ਬੈਸਟ ਦੇ ਸਕਦੇ ਹਾਂ, ਆਪਣੇ ਜੋ ਵੀ ਸਾਡਾ ਹੁਨਰ ਹੈ। ਕਿਉਂਕਿ ਅਗਰ ਅੱਛੇ ਕਾਰੀਗਰ ਅੱਛਾ ਕੰਮ ਕਰਨਗੇ ਤਾਂ ਜਿਹਦੇ ਘਰ ਵੀ ਅੱਛੀ ਚੀਜ਼ ਜਾਏਗੀ ਉਹਨੂੰ ਫਾਇਦਾ ਵੀ ਹੋਏਗਾ, ਔਰ ਉਹਦੇ ਨਾਲ ਸੰਸਾਰ ਦੀ ਸੁੰਦਰਤਾ ਵੀ ਇੱਕ ਅਸੀਂ ਅਹਿਮ ਰੋਲ ਨਿਭਾ ਰਹੇ ਹਾਂ ਸੰਸਾਰ ਨੂੰ ਅੱਛਾ ਬਣਾਉਣ ਵਿੱਚ। ਸਮਝੋ? ਇਸ ਕਰਕੇ ਤੂੰ ਕੰਮ ਇਹ ਵੀ ਸੋਚ ਕੇ ਕਰ ਸਕਦਾ ਕਿ ਮੈਂ ਕੰਮ ਕਰਨਾ ਤਾਂ ਆਪਣੀ ਕੁਆਲਿਟੀ ਨੂੰ, ਆਪਣੇ ਆਪ ਨੂੰ, ਜਿੱਦਾਂ ਹੀ ਹਮੇਸ਼ਾ ਦੱਸੀਦਾ, ਆਪਣੇ ਆਪ ਨੂੰ ਅਪਡੇਟ ਕਰਦੇ ਰਹੋ। ਹਰ ਰੋਜ਼ ਬੈਟਰ ਕਰਨ ਦੀ ਕੋਸ਼ਿਸ਼ ਕਰੋ, ਹਰ ਰੋਜ਼ ਅੱਛਾ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਜੇ 100 ਬੰਦਾ ਵੀ ਹੈ ਨਾ, ਇੱਕੋ ਹੀ ਕੰਮ ਕਰ ਰਿਹਾ, ਫਰਜ਼ ਕਰੋ 100 ਬੰਦਾ ਚਾਹੇ ਜੁੱਤੀ ਕੱਢ ਰਿਹਾ ਹੈ, ਪਰ ਉਹਨੇ ਇੱਕ ਸੋਚ ਲਵੇ ਮੈਂ ਹਰ ਰੋਜ਼ ਕੋਈ ਅੱਛਾ ਕਰਨਾ ਹੈ, ਤਾਂ 99 'ਚ ਉਹ ਨਾ ਆਪਣੇ ਆਪ ਹੀ ਉੱਪਰ ਹੋਣਾ ਸ਼ੁਰੂ ਹੋ ਜਾਣਾ, ਜਿਹੜਾ ਆਪਣੇ ਆਪ ਨੂੰ ਰੋਜ਼ ਬੈਸਟ ਕਰ ਰਿਹਾ ਹੈ। ਇਸ ਕਰਕੇ ਇਹ ਚੀਜ਼ ਆਪਣੇ ਮਾਈਂਡ ਥੋੜ੍ਹੀ ਰੱਖ ਕਿ ਮੈਂ, ਬਾਕੀ ਅਸੀਂ ਕਈ ਵਾਰ ਇਹ ਵੀ ਦੱਸੀਦਾ ਕਿ ਧਰਤੀ ਵਿੱਚ ਉਪਜਾਊ ਸ਼ਕਤੀ ਹੈ, ਪਰਮਾਤਮਾ ਨੇ ਉਹ ਰਹਿਮਤ ਰੱਖੀ ਹੋਈ ਹੈ ਧਰਤੀ ਵਿੱਚ, ਔਰ ਮਿਲਦੀ ਉਹਨੂੰ ਜਿਹੜਾ 'ਚ ਬੀਜ ਪਾਉਂਦਾ ਹੈ, ਜਿਹੜਾ ਉੱਥੇ ਮਿਹਨਤ ਕਰਨ ਨੂੰ ਤਿਆਰ ਹੈ। ਹੁਣ ਤੁਸੀਂ ਇੱਕ ਬੀਜ ਲਿਆ ਕੇ ਧਰਤੀ 'ਚ ਬੋ ਦੋਗੇ ਤਾਂ ਧਰਤੀ 'ਚੋਂ ਫਲ ਨਿਕਲ ਆਣੇ, ਯਾਨੀ ਪੇੜ ਨਿਕਲ ਆਣਾ, ਉਹਨੂੰ ਫਲ ਲੱਗਣੇ। ਅਗਰ ਬੀਜ ਬੋਵਾਂਗੇ ਨਾ ਤਾਂ ਧਰਤੀ 'ਚ ਤਾਂ ਸ਼ਕਤੀ ਹੈ, ਪਰ ਅਸੀਂ ਉਹਦਾ ਉਪਯੋਗ ਕਰ ਨਹੀਂ ਰਹੇ। ਇਹਦੇ ਮਾਲਕ ਦੀ ਰਹਿਮਤ ਹੈ, ਪਰ ਮਾਲਕ ਇਹ ਵੀ ਨਾਲ ਸਮਝਾਉਂਦੇ ਆ ਕਿ ਮੇਰੀ ਰਹਿਮਤ ਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਮਿਹਨਤ ਕਰਨੀ ਪੈਣੀ ਹੈ। ਤਾਂ ਹੀ ਕਹਿੰਦੇ ਮਿਹਨਤ ਤੇਰੀ ਰਹਿਮਤ ਮੇਰੀ। ਇੱਥੇ ਅਸੀਂ ਉਹ ਕਹਿ ਰਹੇ ਨੇ ਤਾਂ ਕਿਹਾ ਜਾਂਦਾ ਵੀ ਕਿ ਮਿਹਨਤ ਮੇਰੀ ਰਹਿਮਤ ਤੇਰੀ, ਪਰ ਅਸੀਂ ਇਹ ਕਹਿ ਰਹੇ ਕਿ ਮਾਲਕ ਦੀ ਤਰਫੋਂ ਰਹਿਮਤ ਹੈ, ਪਰ ਮਿਹਨਤ ਤੇਰੀ ਰਹਿਮਤ ਮੇਰੀ। ਇਹ ਤੈਨੂੰ ਮਿਹਨਤ ਕਰਨੀ ਪੈਣੀ ਹੈ ਰਹਿਮਤ ਕਰਨ ਨੂੰ। ਉਹ ਤਾਂ ਤੂੰ ਵੀ ਮੰਨਦਾ ਹੈ ਕਿ ਵਾਕਈ ਮਾਲਕ ਦੀ ਰਹਿਮਤ ਦੀ ਕੋਈ ਕਮੀ ਨਹੀਂ ਹੈ, ਮਾਲਕ ਦੀ ਬਹੁਤ ਰਹਿਮਤ ਹੈ। ਔਰ ਵਾਕਈ ਜਿਹਦਾ ਹੱਥ ਹਜ਼ੂਰ ਦੇ ਹੱਥ 'ਚ ਹੋਵੇ, ਮਾਲਕ ਦੇ ਹੱਥ 'ਚ ਹੋਵੇ, ਪਤਾ ਮੇਰਾ ਮੁਰਸ਼ਿਦ
ਕੰਬਲੀ ਵਾਲਾ ਹੈ ਜਾਂ ਬੰਦਾ ਕਹਿੰਦਾ ਹੈ ਕਿ ਜਿੱਦਾਂ ਹੀ ਦੱਸੀਦਾ ਵੀ ਹੈ ਨਾ ਕਿ ਮੋਢੇ ਉੱਤੇ ਲੋਈ ਏ ਜਿਹਦੇ ਲੜ ਅਸੀਂ ਲੱਗੇ ਆ ਉਹਦੇ ਵਰਗਾ ਨਾ ਕੋਈ ਹੈ, ਜਿਹਦੇ ਹੱਥ ਵਿੱਚ ਖੁੰਡਾ ਹੈ ਮੋਢੇ ਤੇ ਲੋਈ ਹੈ, ਤਾਂ ਪਤਾ ਕਿ ਐਡੀ ਵੱਡੀ ਤਾਕਤ ਮੇਰੇ ਨਾਲ ਹੈ ਤਾਂ ਮੈਂ ਡਰਨਾ ਕਿਉਂ ਹੈ। ਔਰ ਦੂਸਰੀ ਗੱਲ ਕਿ ਤੂੰ ਆ ਕਹੀ ਹੈ ਕਿ ਮੇਰੇ ਤੋਂ ਬੁਰੀ ਚੀਜ਼ ਬਰਦਾਸ਼ਤ ਨਹੀਂ ਹੁੰਦੀ, ਸਮਝਦਾ ਕਿ ਨਹੀਂ। ਇੱਥੇ ਵੀ ਇੱਕ ਗੱਲ ਕਵਾਂਗੇ, ਜਿਹੜੇ ਮਾਲਕ ਦੇ ਪਿਆਰੇ ਨੇ ਉਹਨਾਂ ਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ, ਸਮਝਦੇ ਹੋ ਕਿ ਨਹੀਂ। ਬਰਦਾਸ਼ਤ ਕਰਨ ਦਾ ਮਤਲਬ ਕੀ ਹੈ, ਇਹ ਕਈ ਵਾਰ ਘਰ ਦੇ ਵਾਤਾਵਰਨ ਨੂੰ, ਘਰ ਦੇ ਮਾਹੌਲ ਨੂੰ ਸ਼ਾਂਤ ਰੱਖਣ ਵਾਸਤੇ, ਜਿੱਦਾਂ ਹੁਣ ਫਰਜ਼ ਕਰੋ ਕਿ ਆਪਣੀ ਉਦਾਹਰਨ ਦੇ ਰਹੇ ਹਾਂ ਕਿ ਸਾਨੂੰ ਕੋਈ ਕਹੇ ਮਾਲਕੋ ਫਲਾਨਾ ਬੰਦਾ ਇੱਥੇ ਚੋਰੀ ਕਰ ਰਿਹਾ ਹੈ, ਅਸੀਂ ਇਹ ਦੇਖਣਾ ਕਿ ਚੋਰੀ ਕਿੰਨੇ ਦੀ ਕਰ ਰਿਹਾ, 50 ਰੁਪਏ ਦੀ ਕਰ ਰਿਹਾ, 100 ਰੁਪਏ ਦੀ ਕਰ ਰਿਹਾ, ਉਦਾਹਰਨ ਦੇ ਰਹੇ ਹਾਂ ਕਿ ਸਮਝਾ ਰਹੇ ਹਾਂ। ਅਗਰ ਉਹ 100 ਰੁਪਏ ਦੀ ਚੋਰੀ ਕਰ ਰਿਹਾ ਹੈ, ਠੀਕ ਹੈ, ਗਲਤ ਹੈ ਉਹ, ਠੀਕ ਹੈ, ਪਰ ਅਗਰ ਉਹ ਗੱਲ ਕਰਨ ਦੇ ਨਾਲ ਸਾਡਾ ਕੋਈ ਰਿਸ਼ਤਾ ਟੁੱਟਦਾ ਹੈ ਜਾਂ ਸਾਡੇ 'ਚ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਤਾਂ ਜਿੱਥੇ ਲੱਖਾਂ ਦਾ ਨੁਕਸਾਨ ਹੋ ਰਿਹਾ ਉੱਥੇ ਅਸੀਂ ਉਹ ਚੀਜ਼ ਨੂੰ ਥੋੜ੍ਹਾ ਸ਼ਾਂਤੀ ਰਹਿ ਲਈਏ, ਕੋਈ ਗੱਲ ਨਹੀਂ, ਕਿਉਂਕਿ ਮੈਨੂੰ ਦੇਣ ਵਾਲਾ ਮੇਰਾ ਉਹ ਮਾਲਕ ਹੈ, ਰੱਬ ਹੈ। ਕਈ ਵਾਰ ਚੀਜ਼ ਛੋਟੀ ਜਿਹੀ ਹੁੰਦੀ ਪਰ ਉਹ ਛੋਟੀ ਚੀਜ਼ ਨੂੰ ਅਸੀਂ ਇੱਡਾ ਬੜਾ ਕਰ ਲੈਂਦੇ ਹਾਂ ਕਿ ਅਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ, ਆਪਣੇ ਜੀਵਨ ਦਾ ਆਨੰਦ ਜਿਹੜਾ ਕਿ ਲੱਖਾਂ ਤੋਂ ਕੀਮਤੀ ਹੈ ਉਹਨੂੰ ਅਸੀਂ ਖਰਾਬ ਕਰ ਲੈਂਦੇ ਹਾਂ। ਉੱਥੇ ਸਾਨੂੰ ਕੀ ਹੈ ਕਿ ਮੈਨੂੰ ਦੇਣ ਵਾਲਾ ਮੇਰਾ ਮਾਲਕ ਹੈ, ਉਹ ਜਿਹੜਾ ਆਪਣੇ ਮਾਲਕ ਤੇ ਵਿਸ਼ਵਾਸ ਰੱਖਦਾ ਹੈ ਕਿ ਰਿਜ਼ਕ ਦੇਣ ਵਾਲਾ ਦਾਤਾ ਉਹ ਹੈ, ਤਾਂ ਫਿਰ ਉਹਨੂੰ ਕਮੀ ਵੀ ਉਹ ਕੋਈ ਨਹੀਂ ਆਉਣ ਦਿੰਦੇ। ਫਿਰ ਤਾਂ ਚਾਹੇ ਬੰਦਾ ਜੰਗਲ 'ਚ ਬਹਿ ਜਾਵੇ ਨਾ, ਉੱਥੇ ਵੀ ਉਹ ਮਾਲਕ ਦਿੰਦੇ, ਉੱਥੇ ਵੀ ਪ੍ਰਮਾਤਮਾ ਉਹਨੂੰ ਪਤਾ ਕਿ ਮੇਰਾ ਵਿਸ਼ਵਾਸ ਕਰਨ ਵਾਲਾ ਇੱਥੇ ਬੈਠਾ ਤੇ ਇੱਥੇ ਵੀ ਮੈਂ ਕਮੀ ਨਹੀਂ ਆਉਣ ਦੇਣੀ ਕੋਈ। ਇਸ ਲਈ ਇਹ ਚੀਜ਼ ਥੋੜ੍ਹਾ ਜਿਹਾ ਆਪਣੇ ਮਾਈਂਡ ਦੇ ਵਿੱਚ ਇਹ ਰੱਖਣੀ ਹੈ ਕਿ ਜੇ ਘਰ ਦੇ ਵਿੱਚ ਸਾਡੇ ਕੋਈ ਗੱਲ ਨੂੰ ਥੋੜ੍ਹਾ ਕੰਟਰੋਲ ਕਰਨ ਨਾਲ ਘਰ 'ਚ ਖੁਸ਼ੀ ਆਉਂਦੀ ਹੈ, ਸੁੱਖ ਸ਼ਾਂਤੀ ਆਉਂਦੀ ਹੈ, ਪਿਆਰ ਮੁਹੱਬਤ ਆਉਂਦਾ ਹੈ, ਤਾਂ ਰੱਖਣਾ ਚਾਹੀਦਾ ਸਾਨੂੰ, ਸਮਝਦਾ ਕਿ ਨਹੀਂ। ਕਈ ਕੁਛ ਚੀਜ਼ਾਂ ਹੁੰਦੀਆਂ ਹੈ ਕਿ ਜੇ ਬੰਦੇ ਨੂੰ ਪਤਾ ਹੈ ਮੈਂ ਬਰਦਾਸ਼ਤ ਕਰ ਸਕਦਾ ਹਾਂ, ਉੱਥੇ ਜਿੱਦਾਂ ਹੀ ਦੱਸੀਦਾ ਕਿ ਸ਼ਾਂਤ ਜਗ੍ਹਾ ਬਹਿ ਕੇ ਅਸੀਂ ਕਹੀਏ ਬੜੀ ਸ਼ਾਂਤੀ ਹੈ, ਤਾਂ ਉਹ ਸ਼ਾਂਤੀ ਵਾਤਾਵਰਨ ਦੀ ਹੈ, ਸਾਡੇ ਅੰਦਰ ਦੀ ਨਹੀਂ ਹੈ। ਅੰਦਰ ਦੀ ਸ਼ਾਂਤੀ ਦਾ ਪਤਾ ਜਦੋਂ ਲੱਗਦਾ ਹੈ ਕਿ ਬਾਹਰ ਜਿੰਨਾ ਮਰਜ਼ੀ ਉਹ ਹੋਵੇ, ਜਿੱਦਾਂ ਮਹਾਤਮਾ ਬੁੱਧ ਨੂੰ ਕੋਈ ਗਾਲੀ ਵੀ ਕੱਢਦਾ ਸੀ, ਥੁੱਕ ਵੀ ਦਿੰਦਾ ਸੀ, ਉਹ ਤਾਂ ਵੀ ਹੱਸਦੇ ਰਹਿੰਦੇ ਸੀ, ਕਿਉਂਕਿ ਸ਼ਾਂਤੀ ਅੰਦਰ ਦੀ ਸੀ, ਉਹ ਬਾਹਰ ਦੀ ਨਹੀਂ ਸੀ। ਹੁਣ ਅਸੀਂ ਵੀ ਚਾਹੁੰਦੇ ਹਾਂ ਕਿ ਮਾਲਕਾਂ ਦੇ ਬੱਚੇ ਵੀ ਅੰਦਰੋਂ ਇੱਦਾਂ ਮਜ਼ਬੂਤ ਹੋਣ, ਸਟਰੋਂਗ ਹੋਣ, ਅੰਦਰੋਂ ਮੈਂਟਲੀ ਤੌਰ 'ਤੇ, ਫਿਜ਼ੀਕਲੀ ਤੌਰ 'ਤੇ ਇੰਨੇ ਮਜ਼ਬੂਤ ਹੋਣ ਕਿ ਇਹ ਦੁਨੀਆ ਦੀਆਂ ਗੱਲਾਂ ਦਾ ਉਹਨਾਂ ਦੇ ਉੱਤੇ ਅਸਰ ਕੋਈ ਹੋਵੇ ਹੀ ਨਾ। ਉਹ ਕਹਿਣ ਬਈ ਤੁਸੀਂ ਬਾਹਰੋਂ ਜੋ ਮਰਜ਼ੀ ਕਰੋ, ਅੰਦਰੋਂ ਮੈਨੂੰ ਪਤਾ ਮੇਰਾ ਮਾਲਿਕ ਨਾਲ, ਮੈਨੂੰ ਸੰਭਾਲਣ ਵਾਲਾ, ਮੇਰਾ ਸਾਥ ਦੇਣ ਵਾਲਾ, ਮੈਨੂੰ ਖੁਸ਼ੀਆਂ ਦੇਣ ਵਾਲਾ, ਮੈਨੂੰ ਕਾਮਯਾਬੀ ਦੇਣ ਵਾਲਾ ਮਾਲਿਕ ਅੰਦਰ ਮੇਰੇ ਨਾਲ ਹੈ। ਤਾਂ ਮੈਂ ਬਾਹਰਲੇ ਸਿਚੁਏਸ਼ਨ ਜੋ ਮਰਜ਼ੀ ਹੋਵੇ, ਮੈਂ ਇੰਨਾ ਕਮਜ਼ੋਰ ਨਹੀਂ ਹੈ ਕਿ ਬਾਹਰਲੇ ਹਾਲਾਤਾਂ ਨਾਲ ਮੈਂ ਟੁੱਟ ਜਾਵਾਂ ਜਾਂ ਬਾਹਰਲੇ ਹਾਲਾਤ ਮੈਨੂੰ ਨਿਰਾਸ਼ ਕਰ ਦੇਣ, ਨਹੀਂ। ਬਾਹਰੋਂ ਹਾਲਾਤ ਜਿੱਦਾਂ ਦੇ ਮਰਜ਼ੀ ਰੱਖੋ, ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ 'ਤੇ, ਉਹ ਮੈਨੂੰ ਹਿੰਮਤ, ਸ਼ਕਤੀ, ਤਾਕਤ ਦੇਣ ਵਾਲਾ ਉਹ ਹੈ। ਔਰ ਬਾਕੀ ਇਹ ਵੀ ਗੱਲ ਹੈ ਕਿ ਜਿੰਨਾ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ ਉਨੀ ਮਿਹਨਤ ਵੀ ਸਾਨੂੰ ਕਰਨੀ ਪੈਣੀ। ਇੱਕ ਬੰਦਾ 8 ਘੰਟੇ ਮਿਹਨਤ ਕਰਦਾ, ਉਹਨਾਂ ਉਨਾ ਕੁ ਪਾਉਣਾ, ਇੱਕ ਬੰਦਾ 12 ਘੰਟੇ ਕਰਦਾ, ਉਹਨਾਂ ਨੂੰ ਥੋੜ੍ਹਾ ਵੱਧ ਪਾ ਲੈਣਾ ਹੈ, ਸਮਝਦੇ ਹਾਂ। ਇਸ ਕਰਕੇ ਅਸੀਂ ਤਾਂ ਆਪਣੇ ਜੀਵਨ ਨੂੰ, ਆਪਣੇ ਜੀਵਨ ਬਾਰੇ ਵਿਚਾਰ ਕਰਕੇ ਕਈਆਂ ਨੂੰ ਦੱਸੀਦਾ ਹੈ ਕਿ ਜੀਵਨ ਨੂੰ ਲੱਗਦਾ ਹੋਣਾ ਮਾਲਕ ਅੰਦਰ ਬੈਠੇ ਆਰਾਮ ਕਰ ਰਹੇ ਆ ਜਾਂ ਮਾਲਕ ਇੱਦਾਂ, ਤਾਂ ਇਹ ਜਿਹੜੇ ਨਾਲ ਰਹਿੰਦੇ ਉਹਨਾਂ ਨੂੰ ਪਤਾ ਕਿ ਮਾਲਕਾਂ ਦੀ ਨੀਂਦ ਕਿੰਨੀ ਕੁ, 2 ਘੰਟੇ 4 ਘੰਟੇ ਸੌਂਦੇ, ਤਾਂ ਬਾਕੀ ਤੜਕੇ ਕਿੰਨੇ ਵਜੇ ਤੋਂ ਉੱਠ ਜਾਈਦਾ ਤਾਂ ਸ਼ਾਮ ਨੂੰ ਕਿੱਦਾਂ ਚੱਲਦਾ ਰਹਿੰਦਾ। ਜਿਹੜੇ ਸੇਵਾਦਾਰ ਨਾਲ ਰਹਿੰਦੇ ਉਹਨਾਂ ਨੂੰ ਪਤਾ ਹੈ ਕਿ ਅਗਰ ਜੀਵਨ 'ਚ ਅਸੀਂ ਚਾਹੇ ਦੁਨੀਆ ਦਾ ਭਲਾ ਕਰਨਾ ਹੈ, ਚਾਹੇ ਜੀਵਨ 'ਚ ਆਪ ਵੀ ਅੱਗੇ ਵਧਣਾ ਨਾ, ਤਾਂ ਉੱਥੇ ਸਾਨੂੰ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ। ਹੁਣ ਸਚਿਨ ਵਰਗੇ ਬੈਟਸਮੈਨ ਜਾਂ ਰੋਨਾਲਡੋ ਵਰਗੇ ਫੁੱਟਬਾਲਰ, ਉਹ ਆਪ ਉਹਨਾਂ ਦੀ ਇੰਟਰਵਿਊ ਪੜ੍ਹੋ ਦੱਸਦੇ ਹੈ ਕਿ ਜਦੋਂ ਦੁਨੀਆ ਸੁੱਤੀ ਹੁੰਦੀ ਅਸੀਂ 4-4 ਵਜੇ ਉੱਠ ਕੇ ਸਟੇਡੀਅਮ 'ਚ ਜਾ ਕੇ ਪ੍ਰੈਕਟਿਸ ਕਰਦੇ ਹੁੰਦੇ ਹਾਂ, ਕਿਉਂਕਿ ਜੇ ਕਾਮਯਾਬ ਹੋਣਾ ਤਾਂ ਜਿੰਨੀ ਮਿਹਨਤ ਕਰਾਂਗੇ ਨਾ, ਉੱਥੇ ਫਿਰ ਆਰਾਮ ਜਾਂ ਕਹਿ ਲਓ ਕਿ ਆਪਣਾ ਆਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਆਪਾਂ ਕਹਿੰਦੇ ਕਿ ਤਿਆਗਣਾ ਪੈਂਦਾ ਹੈ, ਉੱਥੇ ਤਾਂ ਫਿਰ ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਇਸ ਲਈ ਥੋੜ੍ਹਾ ਜਿਹਾ ਆਪਣਾ ਮਾਈਂਡ ਇਹ ਸੈੱਟ ਕਰ ਕਿ ਠੀਕ ਹੈ ਬਾਹਰ ਜਾਣਾ ਹੈ, ਬਾਹਰ ਭੇਜਾਂਗੇ, ਪਰ ਇੱਦਾਂ ਨਹੀਂ ਕਿ ਅਸੀਂ ਕਿਸੇ ਚੀਜ਼ ਤੋਂ ਉਹ ਕਰਕੇ ਜਾਣਾ ਹੈ, ਕਿਉਂਕਿ ਇੱਥੇ ਮਾਲਕ ਨੇ ਬਹੁਤ ਕੁਛ ਦਿੱਤਾ ਹੋਇਆ, ਬਹੁਤ ਮਾਲਕ ਨੇ ਰਹਿਮਤ ਕਰਨੀ ਹੈ। ਬਸ ਤੂੰ ਥੋੜ੍ਹਾ ਤਿਆਰ ਹੋ ਰਹਿਮਤ ਨੂੰ ਸੰਭਾਲਣ ਵਾਸਤੇ। ਜਿੱਦਾਂ ਹੀ ਦੱਸੀਦਾ ਕਿ ਜਿੰਨਾ ਕੁ ਵੱਡਾ ਸਾਡਾ ਬਰਤਨ ਹੋਵੇ ਨਾ, ਉਹਨਾਂ ਕੀ ਅਸੀਂ ਨਦੀ 'ਚੋਂ ਭਰ ਸਕਦੇ ਹਾਂ ਪਾਣੀ, ਸਮਝਦਾ ਕਿ ਨਹੀਂ। ਔਰ ਇਹ ਵੀ ਗੱਲ ਕਹਾਂਗੇ, ਕਿਸੇ ਦੇ ਨੌਕਰ ਬਣਨ ਨਾਲੋਂ ਚੰਗਾ ਨਾ ਜਾ ਕੇ ਇੱਥੇ ਆਪਣੀ ਮਿਹਨਤ ਨਾਲ, ਆਪਣੇ ਦਮ ਨਾਲ ਉੱਪਰ ਹੋਈਏ। ਇਹਦਾ ਜ਼ਰਾ ਸੋਚੋ, ਜਿਹੜੇ ਇੱਥੇ ਜਿਨ੍ਹਾਂ ਦੇ ਬਿਜ਼ਨਸ ਚੱਲ ਰਹੇ ਹੈ, ਚਾਹੇ ਉਹ ਛੋਟੇ ਬਿਜ਼ਨਸ ਹੈ, ਉਹ ਚਾਹਣ ਤਾਂ ਬਾਹਰ ਜਾ ਕੇ ਸੈੱਟ ਹੋ ਸਕਦੇ, ਕਿਉਂ ਨਹੀਂ ਹੁੰਦੇ ਉੱਥੇ ਜਾ ਕੇ ਸੈੱਟ। ਉਹ ਕਹਿੰਦੇ ਜੀ ਇੰਡੀਆ 'ਚ ਸਾਨੂੰ
ਅਸੀਂ ਇੱਥੇ ਸੈੱਟ ਆ ਨਾ ਤਾਂ ਚੰਗਾ ਖਾ ਰਹੇ ਚੰਗਾ ਪਾ ਰਹੇ ਆ ਤਾਂ ਫਿਰ ਇਹ ਸਭ ਤੋਂ ਵਧੀਆ ਹੈ ਕਿਉਂਕਿ ਅਸੀਂ ਤਕਰੀਬਨ 51-52 ਕੰਟਰੀਆਂ 'ਚ ਜਾ ਕੇ ਦੇਖ ਲਿਆ ਹੈ ਕਿ ਉੱਥੇ ਦੇ ਹਾਲਾਤ ਕੀ ਹੈ ਤਾਂ ਆਪਣੇ ਇੱਥੇ ਦੇ ਹਾਲਾਤ ਕੀ ਹੈ। ਇੱਥੇ ਇੱਦਾਂ ਪਰਿਵਾਰ ਕੋਲ ਬੈਠਣ ਦਾ ਟਾਈਮ ਹੈ, ਉੱਥੇ ਦਾ ਵੀ ਟਾਈਮ ਹੈ ਨਾ ਕਿਉਂਕਿ ਉੱਥੇ ਦੇ ਹਾਲਾਤ ਕੀ ਹੈ, ਉਧਰ ਟੈਨਸ਼ਨਾਂ ਜ਼ਿਆਦਾ ਨਹੀਂ ਤਾਂ ਪੁੱਛਿਆ ਲੜਕੀਆਂ ਨੂੰ ਕਿੰਨੇ ਮੈਸੇਜ ਆਉਂਦੇ ਹੈ। ਇੰਡੀਆ ਦੀਆਂ ਫਰਿਆਦਾਂ ਘੱਟ ਹੁੰਦੀਆਂ ਤਾਂ ਬਾਹਰੋਂ ਕੰਮ ਨੂੰ ਲੈ ਕੇ ਸਾਨੂੰ ਜੀ 20 ਸਾਲ ਹੋ ਗਏ 15 ਸਾਲ ਹੋ ਗਏ ਸਾਡੀ ਆਹ ਕੰਮ ਦੀ ਪਰੇਸ਼ਾਨੀ ਹੈ, ਸਾਨੂੰ ਰੈਸਟੋਰੈਂਟ ਦੀ ਪਰੇਸ਼ਾਨੀ ਹੈ, ਸਾਨੂੰ ਆਹ ਦੀ ਪਰੇਸ਼ਾਨੀ ਹੈ ਕਿਉਂਕਿ ਜਿਹੜੇ ਹਾਲਾਤ ਜਿੱਦਾਂ ਕਹਿੰਦੇ ਨਾ ਦੂਰ ਦੇ ਢੋਲ ਸੁਹਾਵਣੇ ਜਾਂ ਉਹ ਦੂਰੋਂ ਦੇਖ ਕੇ ਪਤਾ ਲੱਗਦਾ ਬੰਦਾ ਕਹਿੰਦਾ ਲੈ ਵੀ ਅਮਰੀਕਾ 'ਚ ਬਹੁਤ ਕੁਛ ਹੈ, ਕੈਨੇਡਾ 'ਚ ਬਹੁਤ ਕੁਛ ਹੈ, ਪਰ ਜਿਹੜੇ ਉੱਥੇ ਰਹਿ ਰਹੇ ਹੈ ਉਹ ਬਿਨਾਂ ਨੀਂਦ ਦੀ ਗੋਲੀ ਖਾਧੇ ਤੋਂ ਨੀਂਦ ਨਹੀਂ ਆਉਂਦੀ ਉਹਨਾਂ ਨੂੰ, ਇੰਨੇ ਡਿਪਰੈਸ਼ਨ 'ਚ ਆ ਉਹ। ਇਸ ਲਈ ਇੱਥੇ ਬੰਦਾ ਪਰਿਵਾਰ 'ਚ ਬੈਠਾ ਹੈ, ਜਦੋਂ ਦਿਲ ਕਰਦਾ ਮਾਲਕਾਂ ਦੇ ਕੋਲ ਜਾਂਦੇ ਹੋ ਸਤਸੰਗ ਕਰਦੇ ਹੋ, ਹਾਂ ਉਹ ਤਾਂ ਹੁੰਦਾ ਕਿ ਬੰਦਾ ਇੱਥੇ ਮੇਰਾ ਕੰਮ ਹੀ ਹੈ ਨਹੀਂ, ਮੈਂ ਬੜਾ ਪਰੇਸ਼ਾਨ ਹੈ, ਮੇਰਾ ਕੰਮ ਨਹੀਂ ਚੱਲਦਾ। ਕੰਮ ਬਹੁਤ ਹੈ, ਵਰਕਰ ਵੀ ਠਹਿਰਨਗੇ ਆਉਣਗੇ ਰਹਿਮਤ ਹੋਏਗੀ, ਪਰ ਤੂੰ ਤਾਂ ਤਿਆਰ ਹੋ, ਇੱਕ ਵਾਰੀ ਆਪਣਾ ਮਾਈਂਡ ਤਾਂ ਤਿਆਰ ਕਰ ਕਿ ਮੈਂ ਇੱਥੇ ਹੀ ਆਪਣੇ ਮਮੰਦਪੁਰ ਨੂੰ ਅਮਰੀਕਾ ਬਣਾ ਕੇ ਦਿਖਾਣਾ ਮੈਂ। ਮਜ਼ਾ ਤਾਂ ਫੇਰ ਹੈ, ਮਜ਼ਾ ਤਾਂ ਇੱਥੇ ਹੈ ਨਾ ਕਿ ਮਾਲਕਾਂ ਦੇ ਬੱਚੇ ਜਿੱਥੇ ਬਹਿ ਨਹੀਂ ਤਾਂ ਕਹਿੰਦੇ ਜੰਗਲ 'ਚ ਮੰਗਲ। ਮਜ਼ਾ ਤਾਂ ਉਹ ਹੈ ਕਿ ਮਾਲਕਾਂ ਦੇ ਬੱਚੇ ਜਿੱਥੇ ਬਹਿ ਜਾਣ ਉੱਥੇ ਮੰਗਲ ਲਗਾ ਕੇ ਦਿਖਾਣਾ। ਤੇ ਅਸੀਂ ਬਚਪਨ 'ਚ ਬੀਬੀ ਹਜ਼ੂਰ ਨੂੰ ਕਹੀਦਾ ਹੁੰਦਾ ਸੀ, ਠੀਕ ਹੈ, ਇਹ ਸਾਨੂੰ ਆਪਣੇ ਆਪ ਨੂੰ ਇੰਨਾ ਕੌਨਫੀਡੈਂਸ ਆ, ਆਪਣੇ ਮਾਲਕ ਦੀ ਰਹਿਮਤ ਇੰਨਾ ਵਿਸ਼ਵਾਸ ਹੈ, ਜੰਗਲ 'ਚ ਵੀ ਬਹਿ ਜਾਵਾਂਗੇ ਨਾ ਅਸੀਂ ਉੱਥੇ ਵੀ ਮੇਲੇ ਲਾ ਦੇਵਾਂਗੇ। ਆਪਣੇ ਆਪ ਤੇ ਬੰਦੇ ਨੂੰ ਹੋਣਾ ਚਾਹੀਦਾ, ਆਪਣੇ ਮਾਲਕ ਤੇ ਯਕੀਨ ਹੋਣਾ ਚਾਹੀਦਾ ਕਿ ਮੇਰੇ ਸਿਰ ਤੇ ਹੱਥ ਕਿਹਦਾ ਹੈ, ਮੇਰੇ ਪਿੱਛੇ ਤਾਕਤ ਕਿਹੜੀ ਹੈ। ਤੇ ਇੱਕ ਬੰਦਾ ਸੋਚਦਾ ਜਿਵੇਂ ਕੋ ਆਹ ਚਲਾ ਗਿਆ ਉਹ ਚਲਾ ਗਿਆ ਮੇਰਾ ਕੀ ਬਣੇਗਾ, ਆਹ ਚੀਜ਼ ਨਾ ਲੈ ਲਈ ਮੇਰਾ ਕੀ, ਉਹ ਕੀ ਇਹਨਾਂ ਚੀਜ਼ਾਂ ਨਾਲ ਤੇਰਾ ਬਣਦਾ ਹੈ, ਇਹ ਬਣਾਉਣ ਵਾਲਾ ਮੇਰਾ ਮਾਲਕ ਹੈ, ਚੀਜ਼ਾਂ ਨਹੀਂ ਤੁਹਾਨੂੰ ਦਿੰਦੀਆਂ। ਬੰਦਾ ਕਹੇ ਕਿ ਲੈ ਲਓ ਸਭ ਕੁਝ ਮੈਨੂੰ ਕਰ ਦਿਓ ਜ਼ੀਰੋ, ਪਰ ਫਿਰ ਵੀ ਜ਼ੀਰੋ ਤੋਂ ਹੀਰੋ ਬਣਾਉਣ ਵਾਲਾ ਉਹ ਮੇਰਾ ਜੇ ਮਾਲਕ ਮੇਰੇ ਨਾਲ ਹੈ ਨਾ ਤਾਂ ਮੈਂ ਕੱਖਾਂ ਤੋਂ ਲੱਖਾਂ ਤੱਕ ਪਹੁੰਚ ਕੇ ਦੁਬਾਰਾ ਦਿਖਾਊਂਗਾ। ਸਮਝਦਾ ਕਿ ਨਹੀਂ? ਇਸ ਕਰਕੇ ਇਹਨੂੰ ਕਹਿੰਦੇ ਆਪਣੇ ਮਾਲਕ ਦਾ ਵਿਸ਼ਵਾਸ। ਤਾਂ ਹੀ ਤਾਂ ਹਜ਼ੂਰ ਮੁਹੰਮਦ ਸਾਹਿਬ ਵੀ ਦੱਸਦੇ ਹੁੰਦੇ ਸੀਗੇ ਜਾਂ ਹਜ਼ੂਰ ਗੌਸ ਵੀ ਫਰਮਾਉਂਦੇ ਸੀ ਕਿ ਰਾਜ਼ਿਕ ਇੱਕੋ ਹੀ ਹੈ, ਉੱਤੇ ਵਿਸ਼ਵਾਸ ਰੱਖ ਤਾਂ ਰਿਜ਼ਕ ਦੀ ਕਮੀ ਨਹੀਂ ਕਦੀ ਆਉਂਦੀ। ਜਦੋਂ ਬੰਦਾ ਸੋਚੇ ਆਹ ਚੀਜ਼ ਮੈਨੂੰ ਰਿਜ਼ਕ ਦੇ ਰਹੀ ਹੈ ਉਹ ਚੀਜ਼ ਮੈਨੂੰ ਦੇ ਰਹੀ ਹੈ ਤਾਂ ਫਿਰ ਬੰਦਾ ਇੱਕੋ ਹੀ ਨਾਲ ਜੁੜ ਜਾਂਦਾ ਹੈ। ਤਾਂ ਜਦੋਂ ਬੰਦਾ ਕਹੇ ਦੇਣ ਵਾਲਾ ਮੇਰਾ ਮਾਲਿਕ ਹੈ, ਇੱਥੋਂ ਬੰਦ ਹੋਇਆ ਤਾਂ ਉੱਥੋਂ ਦੇਗਾ, ਉੱਥੋਂ ਹੋਇਆ ਤਾਂ ਉੱਥੋਂ ਦੇਗਾ, ਉਹਨੇ ਪਤਾ ਨਹੀਂ ਕਿੱਥੋਂ ਦੇ ਦੇਣਾ। ਇਸ ਕਰਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਕਰ ਤਿਆਰ ਕਰ ਦੁਬਾਰਾ, ਤੂੰ ਚੈਂਪੀਅਨ ਹੈ। ਔਰ ਚੈਂਪੀਅਨ ਕਦੀ ਇੱਦਾਂ ਨਹੀਂ ਹੁੰਦੇ ਉਹ। ਨਾਲੇ ਇੱਕ ਗੱਲ ਹੋਰ ਕਹੀਦੀ ਹੁੰਦੀ ਹੈ ਕਿ ਕਦੀ ਨਾ ਫਿਲਮਾਂ ਸਾਰੇ ਦੇਖਦੇ ਆ, ਪਰ ਫਿਲਮਾਂ 'ਚ ਉਹ ਕਹਿੰਦੇ ਹੁੰਦੇ ਕਿ ਜਿਹੜਾ ਸਭ ਤੋਂ ਔਖਾ ਰੋਲ ਹੁੰਦਾ ਨਾ ਉਹ ਸਭ ਤੋਂ ਬੈਸਟ ਐਕਟਰ ਨੂੰ ਦਿੱਤਾ ਜਾਂਦਾ, ਕਿਸੇ ਮਾਮੂਲੀ ਬੰਦੇ ਨੂੰ ਨਹੀਂ ਦਿੱਤਾ ਜਾਂਦਾ। ਜੇ ਕੋਈ ਔਖਾ ਰੋਲ ਹੋਵੇ ਨਾ ਉਹ ਕਹਿੰਦਾ ਦੇਖਦੇ ਕਿ ਇਹ ਔਖਾ ਰੋਲ ਹੈ, ਇਹ ਕਿਹੜਾ ਐਕਟਰ ਕਰ ਸਕਦਾ, ਜਿਹੜਾ ਸਭ ਤੋਂ ਕਹਿੰਦੇ ਨਾ ਸੁਪਰਸਟਾਰ ਉਹਨੂੰ ਦੇਣਗੇ, ਤਾਂ ਜਿਹੜਾ ਨਾਰਮਲ ਹੋਵੇ ਉਹ ਤਾਂ ਕੋਈ ਵੀ ਕਰ ਲਏਗਾ। ਨਹੀਂ ਵੀ ਸੋਚ ਕੇ ਜਦੋਂ ਜੀਵਨ 'ਚ ਕੋਈ ਮੁਸ਼ਕਿਲਾਂ ਆਉਣ ਨਾ ਤਾਂ ਜੇ ਮੈਨੂੰ ਇਹ ਰੋਲ ਮੇਰੇ ਰੱਬ ਨੇ ਦਿੱਤਾ ਹੈ ਤਾਂ ਇਹਦਾ ਮਤਲਬ ਮੈਨੂੰ ਬੈਸਟ ਸਮਝਦਾ ਹੈ ਕਿ ਮੇਰਾ ਬੱਚਾ ਕਰ ਸਕਦਾ ਹੈ, ਕਿਉਂਕਿ ਬੱਚਾ ਉਹੀ ਬਾਪ ਉਹਨਾਂ ਦੇ ਭਾਰ ਬੱਚੇ ਨੂੰ ਦਿੰਦਾ ਜਿੰਨਾ ਪਤਾ ਹੈ ਇਹ ਚੱਕ ਸਕਦਾ ਹੈ। ਇਸ ਕਰਕੇ ਔਰ ਦਰਅਸਲ ਜਿੰਨਾ ਅਸੀਂ ਆਪਣੇ ਆਪ ਨੂੰ ਕਰਦੇ ਜਾਵਾਂਗੇ ਕਿ ਮੇਰੇ ਮਾਲਿਕ ਮੈਂ ਹੋਰ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਹਾਂ, ਮੈਂ ਹੋਰ ਕਾਮਯਾਬ ਹੋਣ ਨੂੰ ਤਿਆਰ ਹਾਂ, ਕਰ ਰਹਿਮਤ, ਮੈਂ ਹੋਰ ਮਿਹਨਤ ਕਰਨ ਨੂੰ ਤਿਆਰ ਹਾਂ, ਤੂੰ ਮੇਰਾ ਸਾਥ ਦੇ। ਸਮਝ ਨਹੀਂ ਅਗਲੀ ਸਮਝ ਲੈ, ਇੱਕ ਪਹਾੜੀ 50 ਫੁੱਟ ਉੱਚੀ ਹੈ, ਇੱਕ ਪਹਾੜੀ 100 ਫੁੱਟ ਉੱਚੀ ਹੈ, ਇੱਕ ਪਹਾੜੀ 150 ਫੁੱਟ ਉੱਚੀ ਹੈ। ਹੁਣ ਜੇ ਬੰਦਾ ਕਹੇ ਮਾਲਿਕ ਮੈਨੂੰ ਤਾਕਤ ਦੇ, 50 ਫੁੱਟ ਤੇ ਪਹੁੰਚ ਗਿਆ ਹੁਣ 100 ਫੁੱਟ ਤੇ ਜਾਣ ਨੂੰ ਤਿਆਰ, ਹੁਣ ਤਾਕਤ ਹੈ ਹੁਣ 150 ਤੇ ਜਾਣ ਨੂੰ ਤਿਆਰ, ਮੈਂ ਤਿਆਰੀ ਹੈ, ਪਰ ਰਹਿਮਤ ਤੇਰੀ ਚਾਹੀਦੀ ਹੈ। ਤੇ ਇਹਦਾ ਮਤਲਬ ਹੈ ਫਿਰ ਕਿ ਉਹਦੀ ਰਹਿਮਤ ਔਰ ਮਿਹਨਤ ਮਿਲ ਗਈ ਤਾਂ ਹੁਣ ਬੰਦੇ ਨੂੰ ਬੁਲੰਦੀ ਤੇ ਪਹੁੰਚਣ ਤੋਂ ਕੋਈ ਰੋਕ ਨਹੀਂ ਸਕਦਾ। ਸਮਝ ਗਿਆ ਕਿ ਨਹੀਂ? ਇਸ ਲਈ ਆਪਣਾ ਮਾਈਂਡ ਇਹ ਸੈੱਟ ਕਰਕੇ ਆਪਣੇ ਸ਼ੋਰੂਮ ਨੂੰ ਕਿੱਥੇ ਪਹਿਲਾਂ ਇਦਾਂ ਸੀ ਫਿਰ ਮਾਲਕਾਂ ਨੇ 1 ਤੋਂ 2 ਤੇ 2 ਤੋਂ 3 ਤੇ ਲਿਆਂਦਾ ਤਾਂ ਹੁਣ 3 ਤੋਂ 5 ਤੇ 5 ਤੋਂ 10 ਤੇ ਲੈ ਕੇ ਜਾਵਾਂ। ਜੈ ਮਾਂ। ਮੈਂ ਹਾਰ ਕਿਉਂ ਮੰਨਣਾ? ਮਾਲਕਾਂ ਦੇ ਬੱਚੇ ਕਦੀ ਹਾਲਾਤਾਂ ਨੂੰ ਦੇਖ ਕੇ ਹਾਰਦੇ ਥੋੜੀ ਹੈ, ਉਹ ਤਾਂ ਹਰ ਹਾਲਾਤ ਚੋਂ ਨਿਕਲਦੇ ਹੈ। ਸਮਝਦਾ ਕਿ ਨਹੀਂ? ਇਸ ਲਈ ਅੱਜ ਕੱਲ੍ਹ ਦਾ ਬਿਜ਼ਨਸਮੈਨ ਹੈ ਐਲਨ ਮਸਕ, ਜਿਹੜਾ ਅੱਜ ਕੱਲ੍ਹ ਹੈ, ਇਸ ਲਈ ਉਹਨਾਂ ਸੋਚਿਆ ਸੀ ਕਿ ਸਪੇਸ ਰਾਕਟ ਤਿਆਰ ਕਰਨਾ ਸੀ, ਕਹਿੰਦੇ ਲੱਖਾਂ ਰੁਪਇਆ ਲਾ ਕੇ ਕਰੋੜਾਂ ਰੁਪਇਆ ਲਾ ਕੇ ਤਿਆਰ ਕੀਤਾ, ਉਹ ਫੇਲ ਹੋ ਗਿਆ ਪਹਿਲੀ ਵਾਰ। ਫਿਰ ਦੂਜੀ ਵਾਰ ਕੀਤਾ, ਦੂਜੀ ਵਾਰ ਵੀ ਫੇਲ ਹੋ ਗਿਆ, ਕਰੋੜਾਂ ਰੁਪਇਆ ਦਾ ਫੇਲ ਹੁੰਦਾ ਚਲਾ ਗਿਆ। ਤੀਜੀ ਵਾਰ ਕੀਤਾ, ਤੀਜੀ ਵਾਰ ਵੀ ਫੇਲ ਹੋ ਗਿਆ। ਜਦੋਂ ਤੀਜੀ ਵਾਰ ਫੇਲ ਹੋਇਆ ਤਾਂ ਹਾਲਤ ਇੱਦਾਂ ਦੇ ਸੀਗੇ ਕਿ ਹੁਣ ਚੌਥੀ ਵਾਰ ਕੋਸ਼ਿਸ਼ ਕਰਨ ਵਾਸਤੇ ਕੋਈ ਪੈਸਾ ਨਹੀਂ ਸੀ। ਤਾਂ ਰਿਪੋਰਟਰਾਂ ਨੇ ਪੁੱਛਿਆ ਕਿ ਮਾਰੇ 3 ਵਾਰ ਤੁਸੀਂ ਅਰਬਾਂ ਰੁਪਇਆ ਆਪਣਾ ਖਰਾਬ ਕਰ ਲਿਆ, ਹੁਣ ਚੌਥੀ ਵਾਰ ਤੁਹਾਡੀ ਕੀ ਪਲੈਨਿੰਗ ਹੈ? ਕਹਿੰਦਾ ਪਲੈਨਿੰਗ ਮੈਂ ਫੇਰ ਤਿਆਰ ਕਰ ਰਿਹਾ।
ਉਹਨੇ ਆਪਣਾ ਘਰ, ਆਪਣਾ ਜੋ ਵੀ ਸੀ ਸਭ ਕੁਝ ਵੇਚ ਕੇ ਉੱਤੇ ਲਾ ਦਿੱਤਾ। ਚੌਥੀ ਵਾਰ ਪਰ ਸਫਲ ਹੋ ਗਿਆ। ਜੇ ਹੁਣ ਚੌਥੀ ਵਾਰ ਵੀ ਹੋ ਜਾਂਦਾ ਤਾਂ ਉਹਨੇ ਰੋਡ ਤੇ ਆ ਜਾਣਾ ਸੀ, ਪਰ ਉਹਨੇ ਹਿੰਮਤ ਨਹੀਂ ਹਾਰੀ। ਇਹ ਨਹੀਂ ਹੋਇਆ ਕਿ ਪਹਿਲੀ ਵਾਰ ਫੇਲ ਹੋ ਗਿਆ, ਮੇਰੇ ਕਰੋੜਾਂ ਨੁਕਸਾਨ ਹੋ ਗਿਆ, ਦੂਜੀ ਵਾਰ ਨੁਕਸਾਨ ਹੋ ਗਿਆ, ਤੀਜੀ ਵਾਰ ਨਹੀਂ। ਕਿਉਂਕਿ ਉਹਨੂੰ ਕੌਨਫੀਡੈਂਸ, ਵਿਸ਼ਵਾਸ ਸੀਗਾ ਕਿ ਇੱਕ ਦਿਨ ਮੈਨੂੰ ਸਫਲਤਾ ਉਹ ਮੇਰਾ ਮਾਲਿਕ ਜ਼ਰੂਰ ਦੇਵੇਗਾ। ਔਰ ਵਾਕਿਆ ਹੀ ਫਿਰ ਉਹਨੂੰ ਸਫਲਤਾ ਮਿਲੀ ਵੀ। ਔਰ ਅੱਜ ਇਹ ਸਾਰੇ ਜਾਣਦੇ ਆ ਕਿ ਉਹ ਦੁਨੀਆ ਦੇ ਅਮੀਰ ਆਦਮੀਆਂ ਦੀ ਗਿਣਤੀ 'ਚ ਆਉਂਦਾ ਹੈ। ਹੁਣ ਉਹ ਮੰਗਲ ਗ੍ਰਹਿ 'ਤੇ ਜਾਣ ਦੀ ਸੋਚ ਰਿਹਾ ਉਹ। ਸੋ ਕਹਿਣ ਦਾ ਮਤਲਬ ਕੀ ਹੈ, ਦੱਸਣਾ ਚਾਹੁੰਦੇ ਹਾਂ ਕਿ ਜੇ ਜੀਵਨ 'ਚ ਜੇ ਘਾਟੇ ਆਉਂਦੇ ਵੀ ਨਾ ਤਾਂ ਆਪਣੇ ਆਪ ਨੂੰ ਇੱਦਾਂ, ਆਪਣੇ ਪੈਸਾ ਘਟ ਗਿਆ ਕੋਈ ਗੱਲ ਨਹੀਂ, ਸਾਡੀ ਹਿੰਮਤ, ਸਾਡਾ ਹੌਸਲਾ ਨਹੀਂ ਘਟਣਾ ਚਾਹੀਦਾ। ਕਿਉਂਕਿ ਇੱਕ ਚੀਜ਼ ਅਸੀਂ ਹਮੇਸ਼ਾ ਕਹੀਦੀ ਹੈ ਕਿ ਤੁਹਾਡੇ ਕੋਲ ਪੈਸਾ ਕਿੰਨਾ ਹੈ ਇਹ ਮਾਇਨੇ ਨਹੀਂ ਰਖਾਉਂਦਾ, ਤੁਹਾਡੇ ਕੋਲ ਮਕਾਨ ਕਿੱਡਾ ਹੈ ਇਹ ਵੀ ਮਾਇਨੇ ਨਹੀਂ ਰਖਾਉਂਦਾ, ਤੁਹਾਡੇ ਕੋਲ ਜ਼ਮੀਨ ਕਿੰਨੀ ਵੀ ਮਾਇਨੇ ਨਹੀਂ ਰਖਾਉਂਦਾ, ਪਰ ਤੁਹਾਡਾ ਹੌਸਲਾ ਕਿੰਨਾ, ਤੁਹਾਡਾ ਵਿਸ਼ਵਾਸ ਕਿੰਨਾ ਇਹ ਮਾਇਨੇ ਰਖਾਉਂਦਾ ਹੈ। ਜਿੰਨਾ ਬੜਾ ਤੁਹਾਡਾ ਹੌਸਲਾ ਵਿਸ਼ਵਾਸ ਹੋਏਗਾ ਨਾ, ਜੇ ਅੱਜ ਬੰਦਾ ਕਹਿੰਦਾ ਮੇਰੇ ਕੋਲ 4 ਮਰਲੇ ਹੈ ਨਾ, ਤਾਂ ਤੇਰਾ ਹੌਸਲਾ ਵਿਸ਼ਵਾਸ ਬੜਾ, ਮਿਹਨਤ ਕਰਨ ਨੂੰ ਤਿਆਰ ਹੈ, ਤਾਂ 4 ਤੋਂ 8, 8 ਤੋਂ 10, 10 ਤੋਂ 15, 15 ਤੋਂ 20 ਕਿਹੜੇ ਵੇਲੇ ਹੋ ਜਾਣੇ ਪਤਾ ਨਹੀਂ ਲੱਗਣਾ ਬੰਦੇ ਨੂੰ। ਕਿਉਂਕਿ ਵਿਸ਼ਵਾਸ, ਹਿੰਮਤ, ਹੌਸਲਾ ਬੰਦੇ ਨੂੰ ਬਹੁਤ ਅੱਗੇ ਤੱਕ ਲੈ ਜਾਂਦਾ ਹੈ। ਵਿਸ਼ਵਾਸ ਆਪਣੇ ਮਾਲਿਕ ਤੇ, ਹਿੰਮਤ ਆਪਣੇ ਅੰਦਰ ਕਿ ਮੈਂ ਕਰਨ ਨੂੰ ਤਿਆਰ ਹਾਂ, ਔਰ ਮਿਹਨਤ ਕਰਨ ਨੂੰ ਬੰਦਾ ਤਿਆਰ ਹੋਵੇ। ਇਸ ਕਰਕੇ ਇਹ ਨਹੀਂ ਕਹਿਣਾ ਕਿ ਸ਼ੋਰੂਮ ਜਾਣ ਨੂੰ ਦਿਲ ਨਹੀਂ ਕਰਦਾ, ਬਲਕਿ ਹੁਣ ਜੇ 9 ਵਜੇ ਜਾਂਦਾ ਸੀ ਤਾਂ 8 ਵਜੇ ਜਾ ਕੇ ਖੋਲ੍ਹਿਆ ਕਰ, ਤਿਆਰ ਹੋਇਆ ਕਰ। ਜੈ ਮਾਲਕ। ਤੇ ਜੇ ਮੈਂ ਅੱਗੇ ਨੂੰ ਜਾਣਾ ਤਾਂ ਫਿਰ ਮੈਨੂੰ ਟਾਈਮ ਵੀ ਅੱਗੇ ਜ਼ਿਆਦਾ ਦੇਣਾ ਪੈਣਾ। ਮਜ਼ਾ ਤਾਂ ਫੇਰ ਹੈ ਨਾ ਕਿ 6 ਮਹੀਨਿਆਂ 'ਚ, ਸਾਲਾਂ 'ਚ ਕਰਕੇ ਦਿਖਾਵੇ ਮਾਲਕ। ਅਮਰੀਕਾ 'ਚ ਲੋਕੀ ਉਹਨਾਂ ਨਹੀਂ ਬਣਾਉਂਦੇ ਜਿੰਨਾ ਮੈਂ ਇੱਥੇ ਮਾਲਕ ਦੀ ਰਹਿਮਤ ਨਾਲ ਬਣਾ ਲਿਆ। ਜੈ ਮਾਲਕ। ਕਿਉਂਕਿ ਉੱਧਰਲੇ ਹਾਲਾਤ ਕੀ ਹੈ ਕਿ ਅਗਰ ਬੰਦਾ ਉੱਥੇ 1 ਘੰਟਾ ਕੰਮ ਕਰਦਾ ਹੈ ਤਾਂ ਉਹਨੂੰ ਕੁਛ ਪੁਆਇੰਟ ਕਿੰਨੇ, 14 ਪੁਆਇੰਟ ਕਿੰਨੇ ਡਾਲਰ ਮਿਲਦੇ ਹੈ। ਉਹ ਵੀ ਜਿਹੜਾ ਬੈਸਟ ਹੋਵੇ ਕੰਮ ਕਰਦਾ ਨਾ, ਨਹੀਂ ਤਾਂ 12 ਡਾਲਰ ਜਾਂ 10 ਡਾਲਰ ਇੱਦਾਂ ਕੰਮ ਮਿਲਦੇ ਹੈ। ਤੇ ਹੁਣ ਬੰਦਾ ਸੋਚੇ ਕਿ ਦਿਨ 'ਚ 8 ਘੰਟੇ ਕੰਮ ਕੀਤਾ 80 ਡਾਲਰ ਮਿਲਦੇ ਹੈ, ਠੀਕ ਹੈ। ਉਹ 'ਚੋਂ ਖਾਣਾ ਪੀਣਾ ਕੱਢ ਕੇ ਜੇ 40 ਡਾਲਰ ਬਚਾਏ ਵੀ ਤਾਂ 40 ਕਰਕੇ ਵੀ ਇੱਕ ਦੋ ਦਿਨ ਦੀਆਂ ਛੁੱਟੀਆਂ ਆ ਗਈਆਂ ਵਿੱਚ, ਐਤਵਾਰ ਔਰ ਜੋ ਵੀ ਹੁੰਦਾ ਹੈ, ਤਾਂ ਮਹੀਨੇ 'ਚ ਅਗਰ ਬੰਦਾ ਕਹਿੰਦਾ, ਆਪਾਂ ਹਿਸਾਬ ਕਿਤਾਬ ਲਾ ਕੇ ਦੇਖਦੇ ਹਾਂ ਕਿ ਅਗਰ ਬੰਦਾ ਦਾ 8-8 ਘੰਟੇ ਕੰਮ ਵੀ ਕਰਦਾ ਤਾਂ ਇੰਡੀਆ ਦਾ ਕੀ ਬਣਦਾ ਹੈ ਸਾਲ ਦਾ, ਆਪਣੇ ਮਹੀਨੇ ਦਾ, ਉਹੀ 80,000 90,000। ਤਾਂ ਜੇ ਬੰਦਾ ਇੱਧਰ ਹੀ ਉਨਾ ਕਰ ਰਿਹਾ ਹੈ ਤਾਂ ਫਿਰ ਤਾਂ ਬੰਦੇ ਦਾ ਇੱਥੇ ਅਮਰੀਕਾ ਕੈਨੇਡਾ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਕਿਉਂਕਿ ਇੱਥੇ ਆਪਣਾ ਕੰਮ ਹੈ, ਆਪਣਾ ਕੰਮ 'ਚ ਕੀ ਹੁੰਦਾ, ਉੱਥੇ ਇੱਕ ਵੱਜਿਆ ਹੋਇਆ ਚੀਜ਼ ਹੋਣੀ ਹੈ ਕਿ ਇੰਨਾ ਆਉਣਾ। ਇੱਥੇ ਆਪਣੇ ਕੰਮ 'ਚ ਕੀ ਪਤਾ ਮਾਲਕ ਨੇ ਮਹੀਨੇ 'ਚ 5 ਲੱਖ ਦਾ ਕੰਮ ਦੇ ਦੇਣਾ, ਜੈ ਮਾਲਕ। 10 ਲੱਖ ਦਾ ਦੇ ਦੇਣਾ। ਉਹ ਆਪ ਹੀ ਤਾਂ ਕਹਿ ਰਹੇ ਕਿ ਢੋਲੋਜੀ ਤੱਕ ਕਿੱਥੇ ਕਿਤੇ ਕੰਮ ਮਾਲਕ ਦਿੰਦੇ ਆ। ਇਹ ਤਾਂ ਉਹਦੀ ਰਹਿਮਤ ਹੈ ਨਾ। ਹੁਣ ਇੱਕ ਬੰਦੇ ਦੀ ਤਨਖਾਹ ਹੈ, ਉਹਨੂੰ ਪਤਾ ਕਿ ਮੈਨੂੰ ਤਨਖਾਹ ਮਿਲਣੀ, ਇੱਕ ਬੰਦੇ ਨੂੰ ਹੁੰਦਾ ਕਿ ਆਪਣਾ ਬਿਜ਼ਨਸ ਕਰ ਰਿਹਾ, ਪਤਾ ਨਹੀਂ ਆਰਡਰ ਮਾਲਕ ਨੇ ਕਿੱਥੋਂ ਕਿੱਦਾਂ ਦੇ ਦੇਣਾ। ਤੇ ਵੀ ਆਪਣੇ ਕੰਮ ਦਾ ਉਹ ਤਾਂ ਹੈ ਨਾ, ਅਸੀਂ ਕਿ ਆਪਣੇ ਕੰਮ ਦੇ ਮਾਲਕ ਹੈ। ਇਸ ਲਈ ਬਾਕੀ ਤੂੰ ਦੱਸ, ਜਿੱਦਾਂ ਤੂੰ ਚਾਹੁੰਦਾ ਉੱਦਾਂ ਕਰ ਦੇਣੀ ਰਹਿਮਤ। ਅਸੀਂ ਤੇਰੇ ਨਾਲ ਆਏ ਅਸੀਂ। ਕੰਮ ਕਰਨ ਨੂੰ, ਬਾਹਰ ਜਾਣ ਨੂੰ, ਬਟ ਮੇਰਾ ਦਿਲ ਇਹ ਸੀਗਾ ਵੀ ਬੱਚਿਆਂ ਨੇ, ਇਹਨਾਂ ਦੇ ਨਾ ਬ੍ਰਦਰ ਦੋਨੇ ਬਾਹਰ ਆ ਅਮਰੀਕਾ, ਇਹ ਇਕੱਲੇ ਹੀ ਆ ਉੱਧਰੋਂ। ਤੇ ਇਹਨਾਂ ਨੂੰ ਮੇਰਾ ਪਲਾਨ ਸੀ ਵੀ ਬੱਚਿਆਂ ਨੂੰ ਘੁਮਾਉਣ ਜਾਣਾ। ਮੈਂ ਇਹਨਾਂ ਨੂੰ ਪਹਿਲਾਂ ਵੀ ਦੱਸਿਆ ਸੀ, ਮੈਂ ਕਿਹਾ ਮੈਂ ਮਾਂ ਪਿਓ ਨੂੰ ਛੱਡ ਕੇ ਨਹੀਂ ਜਾਣਾ। ਮੈਂ ਟੀਸ਼ਾ ਤੁਸੀਂ ਜਾ ਸਕਦੇ, ਮੇਰਾ ਦਿਲ ਕੀਤਾ ਤਾਂ ਮੈਂ ਜਾਊਂਗਾ, ਨਹੀਂ ਤਾਂ ਨਹੀਂ। ਮੇਰੀ ਸੋਚ ਸੀ ਹੁਣ ਇੱਕ ਗੱਲ ਕਹਿਣ ਲੱਗੀ, ਜਿਹਨਾਂ ਦੇ ਬ੍ਰਦਰ ਉੱਧਰ ਹੈਗੇ ਤਾਂ ਉਹ ਦੂਜੇ ਤਰ੍ਹਾਂ ਉੱਧਰ ਅਪਲਾਈ ਕਰ ਦੇਣ। ਉਹ ਨਹੀਂ, ਉਹ ਥੋੜਾ ਟਾਈਮ ਹੋ ਗਿਆ ਸਰ ਵੀ ਮਾਲਕ ਜੀ ਵੀ ਸਿਟੀਜ਼ਨ ਹੋਏ ਪੱਕੇ ਆ। ਉਹੀ ਗੱਲ ਹੈ, ਸਿਟੀਜ਼ਨ ਹੋ ਗਏ ਆ। ਤੁਸੀਂ ਅੱਜ ਕੱਲ੍ਹ ਤਾਂ ਬਲੱਡ ਰੇਸ਼ਨ ਦੇ ਤੌਰ ਤੇ ਨਾ ਜੀ ਜੀ ਉਹ ਭਰ ਸਕਦੇ ਆ ਉੱਧਰੋਂ। ਜਦੋਂ ਤੁਹਾਡਾ ਕੰਮ ਬਣਨਾ ਤਾਂ ਪੱਕੇ ਤੌਰ ਤੇ ਬਣਨਾ। ਜੀ ਜਿੱਦਾਂ ਹੁਣ ਸਾਡਾ ਇੱਕ ਜੀਵ ਹੈਗਾ ਪਰਵਿੰਦਰ, ਉਹਦਾ ਨਾਮ ਹੈ, ਠੀਕ ਹੈ। ਉਹਨਾਂ ਆਪਣੇ ਸਿਸਟਰ, ਆਪਣੀਆਂ 2-3 ਸਿਸਟਰ ਸੀਗੀਆਂ, ਭਰਾ ਸੀਗੇ, ਉਹਨਾਂ ਇੱਦਾਂ ਹੀ ਉੱਥੋਂ ਪੇਪਰ ਭਰੇ, ਠੀਕ ਹੈ। 3-4 ਸਾਲ ਜ਼ਰੂਰ ਲੱਗੇ ਔਰ ਪੱਕੇ ਤੌਰ ਤੇ ਵੀਜ਼ਾ ਮਿਲ ਗਿਆ। ਦੇਖੋ ਇੱਦਾਂ ਕੀ ਹੁੰਦਾ ਕਿ ਖਰਚਾ ਉਹ ਬੰਦਾ ਉਹਨਾਂ ਨੂੰ ਕਹਿ ਦੇਵੇ ਭਾਈ ਕਿ ਜੋ ਤੁਹਾਡਾ ਖਰਚਾ ਆਏਗਾ ਮੈਂ ਦੇ ਦੂੰ, ਕਿ ਪੇਪਰ ਫਾਈਲ ਕਰੋ। ਕਿਉਂਕਿ ਇੱਕ ਏਜੰਟ ਨੂੰ ਅਸੀਂ 10-15 ਲੱਖ ਦੇ ਕੇ ਜਾਂਦੇ ਹਾਂ, ਉੱਥੇ ਕਿੰਨਾ ਲੱਗਦਾ, 3-4 ਲੱਖ ਦੀ ਗੱਲ ਉੱਥੇ ਹੁੰਦੀ। ਬੰਦਾ ਉਹ ਦੇਣਾ ਉਹ ਆਰਾਮਦਾਇਕ ਹੈ, ਈਜ਼ੀ ਹੈ। ਉਹ ਕਾਰਨ ਕੀ ਹੈ? ਕਿਉਂਕਿ ਪਤਾ ਹੈ ਕਿ ਜਦੋਂ ਜਾਣਾ ਮੈਂ 2 ਨੰਬਰ 'ਚ ਨਹੀਂ ਜਾਣਾ ਹੁੰਦਾ। ਨਹੀਂ, ਇਹਦਾ ਟੂਰਿਸਟ ਬੰਦਾ ਜਾਂਦਾ ਹੈ ਤਾਂ ਬਾਅਦ 'ਚ ਬੰਦਾ ਇੰਡੀਆ ਜਾਂ ਤਾਂ ਆ ਗਿਆ, ਅਪ ਡਾਊਨ ਰੱਖਣਾ ਪੈਂਦਾ ਉਹਨੂੰ, ਜਾਂ ਫਿਰ ਉੱਥੇ ਬੰਦਾ ਰਹਿੰਦਾ ਹੈ ਤਾਂ ਫਿਰ ਉਹ 6 ਮਹੀਨੇ ਤੋਂ ਉੱਪਰ ਸਟੇ ਹੋ ਗਈ ਤਾਂ ਚੋਰੀ। ਹਾਂਜੀ। ਕਿਉਂਕਿ ਜਿਹੜਾ ਟੂਰਿਸਟ ਵੀਜ਼ਾ 10 ਸਾਲ ਦਾ ਵੀ ਦਿੰਦੇ ਤਾਂ 6 ਮਹੀਨੇ ਤੋਂ ਜ਼ਿਆਦਾ ਸਟੇ ਨਹੀਂ ਅਸੀਂ ਉੱਥੇ ਕਰ ਸਕਦੇ। 6 ਮਹੀਨੇ ਅੰਦਰ ਸਾਨੂੰ ਅਪ ਡਾਊਨ ਕਰਨਾ ਹੀ ਪੈਣਾ ਹੈ।
ਔਰ ਉਹ ਵੀ ਫਿਰ ਆਪਾਂ 6 ਮਹੀਨੇ 'ਚ ਫਰਜ਼ ਕਰੋ 5 ਮਹੀਨੇ ਰਹਿ ਗਏ ਅਸੀਂ ਅੱਜ ਆਉਂਦੇ ਤਾਂ ਹਫ਼ਤੇ ਬਾਅਦ ਫੇਰ ਵਾਪਸ ਜਾਵਾਂਗੇ ਤਾਂ ਇਮੀਗ੍ਰੇਸ਼ਨ ਪੁੱਛਦੀ ਹੈ ਕਿ ਹੁਣੇ ਤੂੰ ਘੁੰਮ ਕੇ ਗਿਆ, ਹੁਣ ਕੀ ਕਰਨਾ ਹੈ। ਇੱਦਾਂ ਦੇ ਚੱਕਰ ਬਹੁਤ ਪੈ ਜਾਂਦੇ ਆ। ਇਸ ਕਰਕੇ ਅਗਰ ਉਹਨਾਂ ਨਾਲ ਇਹ ਗੱਲ ਕੀਤੀ ਜਾਵੇ ਕਿ ਤੁਸੀਂ ਸਾਡੇ ਪੇਪਰ ਇੱਧਰੋਂ ਫਾਈਲ ਕਰੋ, ਜੋ ਉਹਦਾ ਖਰਚਾ ਆਏਗਾ ਅਸੀਂ ਇੱਧਰੋਂ ਕਰ ਦੇਵਾਂਗੇ, ਤੁਹਾਨੂੰ ਭੇਜ ਦੇਵਾਂਗੇ, ਠੀਕ ਹੈ, ਤਾਂ ਉਹ ਈਜ਼ੀ ਰਹਿੰਦਾ ਹੈ। ਉਹਦੇ ਨਾਲ ਹੁੰਦਾ ਕਿ ਬੱਚੇ ਸਾਰਿਆਂ ਨੇ ਪੱਕੇ ਤੌਰ 'ਤੇ ਚਲੇ ਜਾਣਾ ਤੁਸੀਂ, ਔਰ ਕੋਈ ਉੱਧਰ ਜਾ ਕੇ ਫਿਰ ਟੈਨਸ਼ਨ ਨਹੀਂ ਹੋਣੀ। ਨਹੀਂ ਤਾਂ ਅੱਜ ਸਾਡੇ ਕੋਲ ਤਾਂ ਫਰਿਆਦਾਂ ਆਉਂਦੀਆਂ ਰਹਿੰਦੀਆਂ ਕਿ 15 ਸਾਲ ਹੋ ਗਏ, 20 ਸਾਲ ਹੋ ਗਏ, ਪੇਪਰ ਨਹੀਂ ਬਣਦੇ। ਫਿਰ ਬੰਦਾ ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਕਿਉਂਕਿ ਉੱਧਰ ਫੜ ਲਿਆ ਤਾਂ ਭੇਜਣਾ ਇੱਧਰ ਆ ਤੇ ਇੱਧਰ ਆਵੇ ਬੰਦੇ, ਉਹੀ ਗੱਲ ਆ 15-20 ਸਾਲ ਉੱਦਾਂ ਹੀ ਖਰਾਬ ਹੋ ਜਾਂਦੇ ਬੰਦੇ ਦੇ। ਫਿਰ ਤਾਂ ਗੌਰਮੈਂਟ ਨਿਯਮ ਵੀ ਕੀ ਹੁੰਦਾ, ਜੇ ਉੱਥੇ ਕਮਾ ਕੇ ਕੁਝ ਬੈਂਕ 'ਚ ਰੱਖਿਆ ਤਾਂ ਜੇ ਤੁਸੀਂ ਨਕਲੀ ਤੌਰ 'ਤੇ ਰਹਿੰਦੇ ਹੋ, ਪਕੜੇ ਜਾਂਦੇ ਹੋ ਤਾਂ ਇੱਧਰ ਭੇਜਣਾ ਜ਼ੀਰੋ। ਉਹ ਸਭ ਕੁਝ ਗੌਰਮੈਂਟ ਨੇ ਜ਼ਬਤ ਕਰ ਲੈਣਾ, ਤੁਹਾਨੂੰ ਮਿਲਣਾ ਹੀ ਕੁਝ ਨਹੀਂ ਹੈ, ਜ਼ੀਰੋ ਆ ਤੁਸੀਂ। ਫਿਰ ਉਹ ਫਿਰ ਕੀ ਫਾਇਦਾ ਬੰਦਾ ਜੇ ਇੱਦਾਂ ਜਾਵੇ। ਅਸੀਂ ਕਹਿੰਦੇ ਲੰਬਾ ਸੋਚੀਏ ਅਸੀਂ, ਕਿਉਂਕਿ ਅੱਜ ਕੱਲ੍ਹ 3-4 ਸਾਲ ਦਾ ਤਾਂ ਉਦੋਂ ਹੀ ਨਹੀਂ ਪਤਾ ਲੱਗਦਾ ਟਾਈਮ ਦਾ। ਹੁਣ ਆਹ ਸਾਲ ਚੜ੍ਹਿਆ, ਕਿਹੜੇ ਵੇਲੇ ਪਤਾ ਲੱਗਦਾ, ਕਿਹੜੇ ਵੇਲੇ ਆਹ ਦਸੰਬਰ ਮਹੀਨਾ ਫੇਰ ਜਾਣਾ। ਇਹ ਤਾਂ ਦੇਖਦੇ ਦੇਖਦੇ ਨਿਕਲ ਜਾਂਦਾ ਹੈ। ਨਾਲ ਇਹ ਵੀ ਚੀਜ਼ ਹੈ ਕਿ ਜਦੋਂ ਫਰਜ਼ ਕਰ ਤੁਸੀਂ ਪੱਕੇ ਹੋ ਜਾਂਦੇ ਹੋ ਤਾਂ ਤੂੰ ਉੱਧਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਅਪਲਾਈ ਕਰ ਸਕਦਾ ਹੈ, ਸਮਝਦਾ ਕਿ ਨਹੀਂ। ਕਿਉਂਕਿ ਇੱਕ ਬੱਚਾ ਆਪਣੇ ਮਾਂ-ਬਾਪ ਨੂੰ ਭਾਵੇਂ ਜਿੱਦਾਂ ਹੀ ਉਹਦਾ ਉੱਧਰ PR ਦਾ ਕਾਰਡ ਮਿਲ ਗਿਆ, ਗ੍ਰੀਨ ਕਾਰਡ ਜਿਹਨੂੰ ਕਿਸੇ ਨੇ ਮਿਲ ਗਿਆ, ਅਗਲੇ ਦਿਨ ਅਪਲਾਈ ਕਰਦੇ, ਰੋਕ ਹੀ ਨਹੀਂ ਸਕਦੀ ਗੌਰਮੈਂਟ ਇਹਨਾਂ ਨੂੰ, ਵੀਜ਼ਾ ਦੇਣਾ ਹੀ ਪੈਣਾ ਉਹਨਾਂ ਨੂੰ। ਕਿਉਂਕਿ ਇਹ ਕੈਨੇਡਾ ਔਰ ਅਮਰੀਕਾ ਦੇ ਕੁਛ ਨਿਯਮ ਹੈ। ਇੱਦਾਂ ਦੀ ਪਲੈਨਿੰਗ ਕਰਕੇ ਚੱਲੀਏ, ਇਹ ਨਾ ਹੋਵੇ ਕਿ ਪੈਸਾ ਵੀ ਖਰਾਬ ਹੋਵੇ ਤਾਂ ਟਾਈਮ ਵੀ ਖਰਾਬ ਹੋਵੇ, ਤਾਂ ਬਾਅਦ 'ਚੋਂ ਬੱਚੇ ਵੀ ਤੂੰ ਕਿਤੇ ਬੈਠਾ ਹੋਵੇ ਕਿਤੇ ਬੈਠੇ ਹੋਣ ਤਾਂ ਮਜ਼ਾ ਨਹੀਂ ਆਉਂਦਾ ਜ਼ਿੰਦਗੀ ਦਾ। ਕਿਉਂਕਿ ਅਸੀਂ ਇਹ ਹਾਲਾਤ ਦੇਖ ਚੁੱਕੇ ਹਾਂ। ਹੁਣ ਸਾਡਾ ਇੱਕ ਆਪਣਾ ਜੀਵ ਕਾਲਿਆ ਸੰਘੇ, ਅਸੀਂ ਸੋਢੀ ਉਹਦਾ ਨਾਮ ਸੀ। ਬੱਚੇ ਨਿੱਕੇ ਨਿੱਕੇ ਸੀਗੇ ਜਦੋਂ ਬਾਹਰ ਚਲਾ ਗਿਆ, ਪਹਿਲਾਂ ਕੈਨੇਡਾ ਗਿਆ, ਫਿਰ ਅਮਰੀਕਾ ਗਿਆ, 12 ਸਾਲ ਲੱਗੇ ਪੱਕਾ ਹੋਇਆ, ਪਰ 12 ਸਾਲ ਨਾ ਬੱਚੇ ਉਹਨੂੰ ਮਿਲ ਪਾਏ ਨਾ ਉਹ ਬੱਚਿਆਂ ਨੂੰ ਮਿਲ ਪਾਇਆ। ਉਹ ਕੀ ਫਾਇਦਾ ਉਹ ਜ਼ਿੰਦਗੀ ਦਾ ਕਿ ਅਸੀਂ ਬੱਚਿਆਂ ਨੂੰ ਵੱਧਦੇ ਨਾ ਦੇਖ ਸਕੀਏ, ਬੱਚਿਆਂ ਨਾਲ ਖੇਲ ਨਾ ਸਕੀਏ, ਜਾਂ ਬੱਚਿਆਂ ਨੂੰ ਮੁਸਕਰਾਉਂਦੇ ਨਾ ਦੇਖ ਸਕੀਏ। ਤਾਂ ਕਿਉਂਕਿ ਬੱਚਿਆਂ ਨੂੰ ਸਿਰਫ ਇਹੀ ਨਹੀਂ ਹੁੰਦਾ ਕਿ ਫੀਸ ਮਿਲ ਜਾਵੇ, ਕੱਪੜਾ ਮਿਲ ਜਾਵੇ, ਬੱਚੇ ਨੂੰ ਮਾਤਾ ਪਿਤਾ ਪਿਆਰ ਵੀ ਚਾਹੀਦਾ, ਸਾਥ ਵੀ ਚਾਹੀਦਾ। ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਹੈ। ਔਰ ਬਹੁਤ ਇੱਦਾਂ ਦੇ ਵੀ ਦੇਖੇ ਹੈ ਕਿ ਜਿਹੜੇ ਪੱਕੇ ਨਹੀਂ ਹੋ ਪਾਉਂਦੇ, ਬੱਚੇ ਇੱਧਰ ਆ ਤਾਂ ਉੱਧਰ ਹੀ ਡੈਥ ਹੋ ਜਾਂਦੀ ਹੈ, ਤਾਂ ਬੱਚੇ ਇੱਧਰ ਰੋਂਦੇ ਹੈ, ਪਤਨੀ ਚਾਹੇ ਉੱਧਰ ਨਹੀਂ ਪਹੁੰਚ ਪਾਉਂਦੇ, ਉਹ ਬੋਡੀ ਇੱਧਰ ਨਹੀਂ ਆ ਸਕਦੀ, ਤਾਂ ਫਿਰ ਚੱਕਰ ਹੋ ਜਾਂਦੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਕਰੀਏ ਨਾ ਤਾਂ ਫੈਮਿਲੀ ਦੇ ਨਾਲ ਕਰੀਏ ਤਾਂ ਜ਼ਿਆਦਾ ਮਜ਼ਾ ਹੈ। ਬਾਕੀ ਇਹਨਾਂ ਬੱਚਿਆਂ ਨੂੰ ਕਮੀ ਮਾਲਕ ਨੇ ਕੋਈ ਨਹੀਂ ਆਉਣ ਦੇਣੀ। ਜੈ ਮਾਲਕਾ। ਇਹ ਬੱਚੇ ਤਾਂ ਉਹਨਾਂ ਦੇ ਪਲ ਜਾਂਦੇ ਹੈ, ਜਿੱਦਾਂ ਬੁੱਲੇ ਸ਼ਾਹ ਨੇ ਕਿਹਾ ਹੈ ਕਿ ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ, ਜਿਨ੍ਹਾਂ ਦਾ ਨਾ ਕੋਈ ਜਗ ਤੇ ਉਹ ਵੀ ਬੱਚੇ ਪਲਦੇ ਦੇਖੇ। ਇਹ ਬੱਚੇ ਤਾਂ ਉਹ ਵੀ ਪਲ ਜਾਂਦੇ ਜਿਹਨੇ ਮਾਤਾ ਪਿਤਾ ਨਹੀਂ ਹੁੰਦੇ। ਫਿਰ ਇਹਨਾਂ ਦੇ ਤਾਂ ਸਿਰ ਤੇ ਮਾਤਾ ਪਿਤਾ ਵੀ ਹੈ ਤਾਂ ਮਾਲਕ ਵੀ ਹੈ। ਜੈ ਮਾਲਕਾ। ਇਹਨਾਂ ਦਾ ਕਿਉਂ ਨਾ ਕੁਝ ਬਣੇਗਾ। ਬੁੱਲੇ ਸ਼ਾਹ ਨੇ ਤਾਂ ਕਿਹਾ ਕਿ ਅਨਾਥ ਬੱਚਾ ਵੀ ਹੋਵੇ ਨਾ, ਜੰਗਲ 'ਚ ਵੀ ਛੱਡ ਦਿਓ ਤਾਂ ਉੱਥੇ ਵੀ ਰੱਬ ਨੇ ਪਾਲ ਦੇਣਾ ਹੈ। ਫਿਰ ਇੱਥੇ ਤਾਂ ਫਿਰ ਐਡੀ ਵੱਡੀ ਰਹਿਮਤ ਨਾਲ ਹੈ ਤੇ ਅਸੀਂ ਕਿਉਂ ਚਿੰਤਾ ਕਰਨੀ। ਪਰ ਕੋਈ ਵੀ ਕਦਮ ਉਠਾਉਣਾ ਜਲਦਬਾਜ਼ੀ 'ਚ ਨਹੀਂ, ਸਮਝਿਆ ਕਿ ਨਹੀਂ, ਥੋੜਾ ਸੋਚ ਸਮਝ ਕੇ। ਇਸ ਲਈ ਇਸ ਤਰ੍ਹਾਂ ਇਹਨਾਂ ਨਾਲ ਗੱਲ ਕਰਕੇ ਦੇਖ ਲੈਣਾ। ਉਹਨਾਂ ਆਪਣੇ ਬ੍ਰਦਰ ਇਨ ਲਾਅ ਨਾਲ ਗੱਲ ਕਰ ਲੈਣੀ ਜਿਹੜੇ ਬਾਹਰ ਬੈਠੇ ਆ ਕਿ ਤੁਸੀਂ ਜਦੋਂ ਪਟੀਸ਼ਨ ਫਾਈਲ ਕਰੋ, ਸਾਡੀ ਜੋ ਵੀ ਉਹਦਾ ਖਰਚਾ ਹੋਏਗਾ ਜੀ ਤੁਹਾਨੂੰ ਦੇ ਦੇਵਾਂਗੇ। ਕਿਉਂਕਿ ਮੇਨ ਵਕੀਲ ਨੂੰ ਜਾਂ ਜਿਹੜੇ ਪੇਪਰ ਤਿਆਰ ਹੁੰਦੇ ਥੋੜ੍ਹਾ ਬਹੁਤਾ ਖਰਚਾ ਆਉਂਦਾ ਹੈ, ਉਹ ਵੀ ਕੋਈ ਬਹੁਤਾ ਨਹੀਂ ਆਉਂਦਾ, 5-7 ਲੱਖ ਦੀ ਗੱਲ ਹੁੰਦੀ ਹੈ, ਉਹ ਵੀ ਇਕੱਠੇ ਨਹੀਂ ਦੇਣੇ ਪੈਂਦੇ, ਥੋੜ੍ਹਾ ਕਰਕੇ ਦੇਣੇ ਪੈਂਦੇ। ਉਹ ਤਾਂ ਬੰਦਾ ਉਹਨਾਂ ਨਾਲ ਗੱਲ ਕਰ ਹੀ ਲੈਂਦਾ ਹੈ। ਜਦੋਂ ਰਿਸ਼ਤੇਦਾਰੀ 'ਚ ਹੋਵੇ ਤਾਂ ਫਿਰ ਤਾਂ ਬੰਦਾ ਕਰ ਲੈਂਦਾ ਕਿ ਚਲੋ ਭਾਈ ਤੁਹਾਨੂੰ ਥੋੜ੍ਹਾ ਕਰਕੇ ਭੇਜ ਦੇਵਾਂਗੇ ਅਸੀਂ। ਵੈਸੇ ਪਲਾਨ ਨਹੀਂ ਸੀ ਸਤਿਗੁਰੂ, ਬਸ ਇਹ ਮਹੀਨਾ 15 ਕੁ ਦਿਨ ਤੋਂ ਯਾਨੀ ਕਿ ਹਸਬੈਂਡ ਵਾਈਫ ਦੀ ਸਲਾਹ ਸੀਗੀ। ਤੇ ਕਿਉਂਕਿ ਡੈਡੀ ਰਹਿਮਤ ਨਾਲ ਇੱਥੇ ਕੰਮ ਬਹੁਤ ਆ, ਮੈਂ ਅੱਜ ਵੀ ਕਹਿੰਦਾ ਬਹੁਤ ਕੰਮ ਆ। ਸਿਰਫ ਦਿਲ ਨੂੰ ਸਦਮਾ ਇੱਥੋਂ ਹੀ ਲੱਗਾ ਵੀ 28, 30, 35 ਵਰਕਰ ਕੰਮ ਕਰਦੇ, ਅੱਜ ਵਰਕਰ ਨਹੀਂ ਵੱਧ ਰਿਹਾ। ਰਿਕੁਐਸਟ ਕਰਕੇ, ਬਟ ਦੂਜੇ ਨੰਬਰ 'ਤੇ ਜਦੋਂ ਫੈਮਿਲੀ ਦੇ ਵਿੱਚ ਨਾ ਮੇਰੇ ਕੋਲ ਥੋੜ੍ਹੀ ਜਿਹੀ ਕੰਡੀਸ਼ਨ ਇੱਦਾਂ ਦੀ ਆ ਗਈ ਆਪਸ ਵਿੱਚ ਹੀ। ਇੱਕ ਬੰਦਾ ਸ਼ੌਂਕ ਨਾਲ ਘਰੋਂ ਨਿਕਲਦਾ, ਮੈਨੂੰ ਰੋਟੀ ਨਾ ਮਿਲੇ ਸਾਰਾ ਦਿਨ ਨਾ, ਮੈਨੂੰ ਇੱਕੋ ਹੀ ਸ਼ੌਂਕ ਆ, ਮੈਂ ਭੁੱਖਾ ਰਹਾਂ, ਸਾਰਾ ਟੱਬਰ ਰੱਜ ਕੇ ਖਾ ਲਵੇ ਨਾ, ਮੇਰੀ ਭੁੱਖ ਮਿਟ ਜਾਂਦੀ। ਮੈਂ ਡੇ ਨਾਈਟ ਕੰਮ ਕਰ ਲਵਾਂ, ਮੇਰਾ ਵਰਕਰਾਂ ਨਾਲ ਸਾਰਿਆਂ ਨੂੰ ਪਤਾ ਟਾਰਗੇਟ ਆ ਮੇਰਾ ਵੀ ਇਹ ਬੰਦਾ ਪਤਾ ਨਹੀਂ ਕਿੰਨੇ ਦਿਨ ਨੀਂਦਾ ਰਹਿ ਸਕਦਾ ਤੇ ਕਿੰਨੇ ਦਿਨ ਭੁੱਖਾ ਰਹਿ ਸਕਦਾ। ਮੈਂ ਅੱਜ ਵੀ ਯਾਨੀ ਕਿ ਬਹੁਤ ਕੰਮ ਕਰਦਾ, ਡੇ ਨਾਈਟ ਕਰਦਾ, ਬਟ ਜੇ ਮੈਂ ਕਿਸੇ ਤੋਂ ਅੱਜ 10,000 ਲੈ ਲਵਾਂ ਨਾ, ਅੱਜ ਮੋੜਨੇ ਦਾ ਟਾਈਮ ਨਹੀਂ। ਅੱਜ ਤੋਂ ਕੁਛ ਸਮਾਂ ਇੱਦਾਂ ਦਾ ਸੀ, ਢੱਡੀ ਰਹਿਮਤ ਅੱਜ ਵੀ ਹੈ, ਪਹਿਲੋਂ ਸੀ,
ਬਟ ਇਦਾਂ ਹੁੰਦਾ ਸੀ ਵੀ ਮੇਰੀ ਜੇਬ 'ਚ ਪੈਸਾ ਨਹੀਂ ਹੁੰਦਾ ਸੀ, ਮੈਂ ਕਿਸੇ ਨੂੰ ਉੱਦੇ ਕਹਿੰਦਾ ਨਾ ਲੱਖ ਰੁਪਇਆ ਲੈ ਜਾਈਂ, ਤੂੰ ਪਤਾ ਨਹੀਂ ਕਿੱਦਾਂ ਚੱਲਦਾ। ਅੱਜ ਮੈਂ ਕਮਾ ਰਿਹਾ ਪੈਸਾ, ਉਹ ਆ ਨਹੀਂ ਰਿਹਾ, ਜੇ ਕਿਸੇ ਤੋਂ ਲੈ ਰਿਹਾ ਉਹ ਵਾਪਸ ਨਹੀਂ ਹੋ ਰਿਹਾ। ਜੇ ਮੈਂ ਲੋਨ ਲੈ ਲਿਆ, ਮੰਨ ਲਓ ਕੋਈ ਆਪਣਾ ਗੋਲਡ ਲੋਨ ਕਰ ਲਵਾਂ ਜਾਂ ਵੈਸੇ ਕਰ ਲਵਾਂ ਇਨ ਫਿਊਚਰ ਕੋਈ ਪਲਾਨ ਵੈਸੇ ਹੀ, ਉਹ ਚੀਜ਼ ਉੱਥੇ ਦੀ ਉੱਥੇ ਹੀ ਅਟਕ ਜਾਣੀ, ਅੱਗੇ ਨਹੀਂ ਵਧਣ ਦੇਣਾ। ਇੱਕ ਹੁਣ ਇੱਥੇ ਵੀ ਕਹਾਂਗੇ ਕਿ ਪਿਛਲੇ ਜਿਹੜੇ 2 ਸਾਲ ਹਨ ਇਹ ਹਾਲਾਤ ਕੀ ਸੀ ਦੁਨੀਆ ਦੇ ਕਰੋਨਾ ਕਰਕੇ, ਇਹ ਸਿਰਫ ਤੇਰੇ ਤੇ ਨਹੀਂ, ਇਹ ਹਰ ਜਗ੍ਹਾ ਪ੍ਰਭਾਵ ਪਿਆ, ਸਮਝਦੇ ਕਿ ਨਹੀਂ। ਜਿੰਨੇ ਬਿਜ਼ਨਸਮੈਨ ਹੈ, ਹਾਂ ਜਿਹੜੇ ਬੜੇ ਉਹਨਾਂ ਦੇ ਗੱਲ ਛੱਡੋ, ਜਿਹੜੇ ਨਾਰਮਲ ਜਿੱਦਾਂ ਹੁਣ ਆਪਣੇ ਸ਼ੋਰੂਮਾਂ ਵਾਲੇ ਜਿਨ੍ਹਾਂ ਨੇ ਕੁਝ ਵੀ ਕੀਤਾ, ਇਹ ਸਾਰਿਆਂ ਨੂੰ ਇਹ ਸਮਾਂ ਇੱਕ ਤੂਫਾਨ ਹੀ ਇੱਦਾਂ ਦਾ ਸੀ ਨਾ ਜਿਹਦੇ 'ਚ ਸਾਰਿਆਂ ਨੂੰ ਲਾਸ ਵੀ ਹੋਇਆ, ਔਰ ਕਿਤੇ ਨਾ ਕਿਤੇ ਜਿੱਦਾਂ ਲਾਸ ਦਾ ਮਤਲਬ ਹਰ ਪਾਸੇ ਨੁਕਸਾਨ ਹੋਇਆ ਹੈ। ਪਰ ਇਹ ਅਸੀਂ ਇਹੀ ਚੀਜ਼ ਨਾ ਕਿ ਹੁਣ ਅਸੀਂ ਇਹ ਦੇਖਣਾ ਹੈ ਕਿ ਜੋ ਪਿਛਲੇ ਦਿਨਾਂ 'ਚ ਹੋਇਆ ਹੈ ਜਾਂ ਪਿੱਛੇ ਜੋ ਹੋ ਗਿਆ ਉਹਦੇ ਬਾਰੇ ਵਿਚਾਰ ਕਰਨ ਦੀ ਬਜਾਏ ਇਹਨੂੰ ਸੈੱਟ ਕਿੱਦਾਂ ਕੀਤਾ ਜਾਵੇ। ਹੁਣ ਅਗਰ ਮੈਨੂੰ ਪਰਿਵਾਰ ਨੂੰ ਲੈ ਕੇ ਕੋਈ ਹੈ ਕਿ ਮੈਂ ਕਿਸੇ ਚੀਜ਼ ਨੂੰ ਲੈ ਕੇ ਆ ਜਾਂ ਵਰਕਰ, ਤਾਂ ਮੈਂ ਸੈੱਟ ਕਿੱਦਾਂ ਕਰ ਸਕਦਾ। ਜਿੱਦਾਂ ਇਹ ਦੱਸਿਆ ਕਿ ਉਹਦੀ ਪਲੈਨਿੰਗ ਕਰਨੀ, ਜਦੋਂ ਪਲੈਨਿੰਗ ਬੰਦਾ ਕਰਦਾ ਹੈ, ਸੋਚ ਵਿਚਾਰ ਕਰਦਾ ਹੈ, ਤਾਂ ਰਹਿਮਤ ਮਾਲਕ ਦੀ ਹੁੰਦੀ ਹੈ, ਤਾਂ ਉਹ ਹੱਲ ਵੀ ਹੋ ਜਾਂਦਾ ਹੈ, ਸਮਝਦਾ ਕਿ ਨਹੀਂ। ਇਸ ਕਰਕੇ ਹਰ ਚੀਜ਼ ਦਾ ਅਸੀਂ ਆਪਣੇ ਅਨੁਭਵ ਦੇ ਨਾਲ ਇਹ ਦੇਖਿਆ ਹੈ ਕਿ ਜਿੱਥੇ ਬੰਦਾ ਕਹਿੰਦਾ ਨਾ ਕੰਮ ਨਹੀਂ ਹੋ ਸਕਦਾ, ਉਹਦੀ ਰਹਿਮਤ ਉੱਥੇ ਉਹ ਵੀ ਕੰਮ ਕਰਾ ਕੇ ਦਿਖਾਉਂਦੀ ਹੈ, ਉੱਥੇ ਉਹ ਵੀ ਰਸਤੇ ਨਿਕਲ ਆਉਂਦੇ ਆ। ਜਿਹੜਾ ਬੰਦਾ ਕਹਿ ਸਕਦਾ ਕਿ ਆਹ ਕੰਮ ਇਸ ਕੰਟਰੀ 'ਚ, ਇਸ ਦੇਸ਼ 'ਚ ਹੋ ਹੀ ਨਹੀਂ ਸਕਦਾ ਕਦੀ, ਉਹਦੀ ਕੁਦਰਤ ਉਹ ਵੀ ਕਰਕੇ ਦਿਖਾਉਂਦੀ ਹੈ। ਕਹਿੰਦੀ ਲੈ ਜੇ ਤੂੰ ਉੱਥੇ ਪਹੁੰਚਣਾ ਹੈ ਨਾ, ਤੈਨੂੰ ਮੰਜ਼ਿਲ ਤੇ ਪਹੁੰਚਾਊਂ ਮੈਂ, ਤੂੰ ਕੋਸ਼ਿਸ਼ ਕਰ, ਸਮਝਦੇ ਕਿ ਨਹੀਂ। ਇਸ ਕਰਕੇ ਇਹ ਚੀਜ਼ਾਂ ਕੁਛ ਹੁੰਦੀਆਂ ਹੈ ਕਿ ਇਹ ਹੀ ਸਮਝ ਲਈਏ ਕਿ ਪਿਛਲੇ 2 ਸਾਲਾਂ ਨਾਲ ਜਿਹੜਾ ਪ੍ਰਭਾਵ ਹੋਇਆ ਕਿ ਕੁਛ ਦਿਨ ਸ਼ੋਰੂਮ ਬੰਦ ਰਹੇ, ਵਰਕਰ ਆਪਣੇ ਘਰਾਂ 'ਚ ਬੈਠੇ, ਉਹਦਾ ਪ੍ਰਭਾਵ ਵੀ ਥੋੜ੍ਹਾ ਆ ਜਾਂਦਾ ਹੈ। ਪਰ ਇੱਕ ਗੱਲ ਇਹ ਵੀ ਸੋਚਣੀ ਹੈ ਕਿ ਜੇ ਮੈਂ ਜ਼ੀਰੋ ਤੋਂ ਦੁਬਾਰਾ ਇੱਥੇ ਤੱਕ ਆ ਸਕਦਾ, ਤਾਂ ਹੁਣ ਤਾਂ ਮੇਰੇ ਕੋਲ ਪਹਿਲਾਂ ਹੀ ਸਭ ਕੁਛ ਹੈ ਮੇਰੇ ਮਾਲਕ ਨੇ, ਹੁਣ ਮੈਂ ਕੀ ਇੱਦਾਂ ਦਾ ਥੋੜ੍ਹਾ ਜਿਹਾ ਕਰਾਂ, ਕਿਉਂਕਿ ਮਾਲਕ ਨੇ ਸਮਝ ਦਿੱਤੀ, ਬਹੁਤ ਸਮਝਦਾਰ ਹੈ ਤੂੰ। ਔਰ ਹਰ ਚੀਜ਼ ਨੂੰ ਅਗਰ ਇਨਸਾਨ ਥੋੜ੍ਹਾ ਬੈਠ ਕੇ ਵਿਚਾਰ ਕਰੇ ਨਾ ਆਪਣੇ ਕੰਮ ਨੂੰ ਲੈ ਕੇ ਕਿ ਆਹ ਮੁਸ਼ਕਿਲ 'ਚ ਮੈਂ ਕਿੱਦਾਂ ਨਿਕਲ ਸਕਦਾ ਹਾਂ, ਕਿਉਂਕਿ ਇਹ ਜਿਹੜਾ ਸਾਨੂੰ ਮਨ ਦਿੱਤਾ ਹੈ ਜਾਂ ਕਹਿ ਲਓ ਕਿ ਪ੍ਰਮਾਤਮਾ ਨੇ ਸਮਝ ਦਿੱਤੀ ਹੈ ਨਾ, ਟੈਨਸ਼ਨ ਲੈਣ ਵਾਸਤੇ ਨਹੀਂ ਦਿੱਤੀ ਹੋਈ, ਇਸ ਵਾਸਤੇ ਦਿੱਤੀ ਹੋਈ ਅਗਰ ਤੇਰੇ 'ਤੇ ਕੋਈ ਮੁਸ਼ਕਿਲ ਆਵੇ ਤਾਂ ਤੂੰ ਉਹਦਾ ਉਪਾਅ ਸੋਚ ਕੇ ਮੈਂ ਕਿਹੜਾ ਕੰਮ ਹੈ ਜਿਹਨੂੰ ਮੈਂ ਕਰ ਸਕਾਂ, ਕਰਕੇ ਮੈਂ ਇਹ 'ਚੋਂ ਨਿਕਲ ਸਕਦਾ, ਸਮਝਦਾ ਕਿ ਨਹੀਂ। ਉਹ ਜਦੋਂ ਵਿਚਾਰ ਕਰਾਂਗੇ, ਉਹਦੇ ਬਾਰੇ ਸੋਚਾਂਗੇ, ਜਿੱਦਾਂ ਹੁਣ ਅਸੀਂ ਕਈ ਵਾਰ ਪੁੱਛੀਦਾ ਹੈ ਕਿ ਬਈ ਅਗਰ ਪਠਾਨਕੋਟ ਜਾਣਾ ਹੋਵੇ ਤਾਂ ਕਿੱਦਾਂ ਜਾਇਆ ਜਾਵੇ, ਤਾਂ ਬੰਦੇ ਦੇ ਮਨ ਨੇ ਦੱਸਣਾ ਸ਼ੁਰੂ ਕਰ ਦੇਣਾ, ਆ ਬੱਸ ਫੜ ਲੈ, ਇੱਥੋਂ ਪਠਾਨਕੋਟ ਜਾਣਾ ਹੈ। ਹੁਣ ਪਠਾਨਕੋਟ ਇੱਥੋਂ ਬੰਦਾ ਕਹਿੰਦਾ ਖੱਬੇ ਹੈ, ਹੁਣ ਜੇ ਦਿੱਲੀ ਜਾਣਾ ਹੋਵੇ ਫਿਰ ਮਨ ਨੇ ਦਿੱਲੀ ਬਾਰੇ ਦੱਸਣ ਲੱਗ ਪੈਣਾ, ਆਗਰੇ ਜਾਣਾ ਹੋਵੇ ਫਿਰ ਮਨ ਨੇ ਆਗਰੇ ਬਾਰੇ ਦੱਸਣ ਲੱਗ ਪੈਣਾ, ਫਿਰ ਮਨ ਨੇ ਕਿਸੇ ਪਠਾਨਕੋਟ ਦੀ ਗੱਲ ਨਹੀਂ ਕਰਨੀ। ਜੇ ਮਨ ਨੂੰ ਕਹੇ ਵੀ ਇੰਗਲੈਂਡ ਜਾਣਾ, ਫਿਰ ਉਹਨੇ ਫਿਰ ਉਹਦੇ ਬਾਰੇ ਦੱਸਣ ਲੱਗ ਜਾਣਾ, ਫਲਾਣੇ ਏਜੰਟ ਨੂੰ ਮਿਲੀਏ, ਆਹ ਫਾਈਲ ਸਾਈਨ ਕਰਨੀ ਪੈਣੀ, ਇੱਦਾਂ ਹੈ। ਅਮਰੀਕਾ ਜਾਣਾ, ਫਿਰ ਉੱਥੇ ਬਾਰੇ। ਹੁਣ ਇਹਦਾ ਮਤਲਬ ਕੀ ਹੈ ਕਿ ਪਹਿਲਾਂ ਸਾਨੂੰ ਹੋਣਾ ਜਿਵੇਂ ਇੱਥੇ ਜਾਣਾ ਹੈ, ਔਰ ਜਦੋਂ ਉਹ ਆਪਣੇ ਮਨ ਨੂੰ ਅਸੀਂ ਦਿਸ਼ਾ ਦੇ ਦਿੰਦੇ ਨਾ, ਤਾਂ ਮਨ ਆਪਣੇ ਆਪ ਹੀ ਰਸਤੇ ਲੱਭਣੇ ਸ਼ੁਰੂ ਕਰ ਦਿੰਦਾ ਕਿ ਇੱਥੇ ਪਹੁੰਚਿਆ ਕਿੱਦਾਂ ਜਾਵੇ, ਸਮਝਦਾ ਕਿ ਨਹੀਂ। ਜਿੱਦਾਂ ਹੀ ਇੱਕ ਸਤਸੰਗ ਦੇ ਵਿੱਚ ਦੱਸਿਆ ਸੀਗਾ ਕਿ ਉਹਨਾਂ ਨੇ ਇੱਕ ਚੂਹੇ 'ਤੇ ਐਕਸਪੈਰੀਮੈਂਟ ਕੀਤਾ, ਦਾ ਹੋਪ ਐਕਸਪੈਰੀਮੈਂਟ। ਇੱਕ ਚੂਹੇ ਨੂੰ ਛੱਡਿਆ ਪਾਣੀ 'ਚ, ਉਹ 15 ਮਿੰਟ ਉਹਨਾਂ ਕੋਸ਼ਿਸ਼ ਕੀਤੀ ਤੇ 15 ਮਿੰਟ 'ਚ ਹੀ ਉਹ ਡੁੱਬ ਕੇ ਮਰ ਗਿਆ। ਫਿਰ ਉਸੇ ਡਾਕਟਰ ਨੇ ਇੱਕ ਨਵਾਂ ਚੂਹਾ ਲਿਆ, ਉਹਨੂੰ ਵੀ ਪਾਣੀ ਦੇ ਜਾਰ 'ਚ ਛੱਡਿਆ। ਜਦੋਂ ਦੇਖਿਆ ਕਿ ਚੂਹਾ ਨਾ ਉਹ ਵੀ 10-15 ਮਿੰਟ ਕੋਸ਼ਿਸ਼ ਕਰਦਾ ਰਿਹਾ, ਜਦੋਂ ਹੱਥ ਪੈਰ ਮਾਰਨੇ ਨਾ ਬੰਦ ਕਰਤੇ, ਮਰਨ ਲੱਗਾ ਤਾਂ ਉਹਨੇ ਪੁੱਛੋਂ ਫੜ ਕੇ ਬਾਹਰ ਕੱਢ ਲਿਆ ਉਹਨੂੰ, ਤਾਂ ਉਹਨੂੰ ਥਪਥਪਾਇਆ, ਤਾਂ ਚੂਹਾ ਥੋੜ੍ਹੀ ਦੇਰ ਵਿੱਚ ਦੁਬਾਰਾ ਐਕਟਿਵ ਜਿਹਾ ਹੋ ਗਿਆ। ਤਾਂ ਫਿਰ ਉਹਨਾਂ ਜਦੋਂ ਦੇਖਿਆ ਹੁਣ ਚੂਹਾ ਬਿਲਕੁਲ ਠੀਕ ਹੈ, ਉਹਨੂੰ ਫਿਰ ਚੱਕ ਕੇ ਉਹਨੂੰ ਪਾਣੀ 'ਚ ਸੁੱਟ ਦਿੱਤਾ। ਪਰ ਫਿਰ ਚੂਹਾ ਕਿੰਨੀ ਦੇਰ ਉਹ 'ਚ ਹੱਥ ਪੈਰ ਮਾਰਦਾ ਰਿਹਾ, ਪਹਿਲਾਂ 15 ਮਿੰਟ 'ਚ ਹੀ ਮਰ ਗਿਆ ਸੀ, ਔਰ ਇਹ ਵੀ ਪਹਿਲਾਂ 12-14 ਮਿੰਟਾਂ 'ਚ ਨਾ ਵੀ ਹੱਥ ਪੈਰ ਮਾਰਨੇ ਬੰਦ ਕਰਕੇ ਜਦੋਂ ਮਰਨ ਲੱਗਾ ਸੀ, ਯਾਨੀ ਦੇਖਿਆ ਉਹਨਾਂ ਕੋਸ਼ਿਸ਼ ਕਰਨੀ ਬੰਦ ਕਰਤੀ, ਨਾਲ ਹੀ ਨਾ ਕੱਢ ਲਿਆ। ਪਰ ਹੁਣ ਕਹਿੰਦੇ ਇਹੀ ਚੂਹਾ 60 ਘੰਟੇ ਲਗਾਤਾਰ ਉਹ ਦੇਖਦੇ ਰਹੇ, 60 ਘੰਟੇ ਲਗਾਤਾਰ ਦਿਨ ਰਾਤ ਹੱਥ ਪੈਰ ਮਾਰ ਰਿਹਾ ਹੈ। ਤਾਂ ਉਹਨੂੰ ਦਿੱਤਾ ਨਾਮ ਉਹਨਾਂ ਨੇ ਦਾ ਹੋਪ ਐਕਸਪੈਰੀਮੈਂਟ। ਹੋਪ ਯਾਨੀ ਇੱਕ ਉਮੀਦ, ਇੱਕ ਆਸ਼ਾ। ਉਹ ਡਾਕਟਰ ਨੇ ਕਿਹਾ ਕਿ ਇਹ ਚੂਹੇ ਨੂੰ ਜਿਹੜਾ 15 ਮਿੰਟ 'ਚ ਹਾਰ ਮੰਨ ਕੇ ਬਹਿ ਗਿਆ ਸੀ, ਹੁਣ 60 ਘੰਟੇ ਕਿਹੜੀ ਚੀਜ਼ ਨੇ ਇਹਨੂੰ ਹਿੰਮਤ ਦਿੱਤੀ ਉਹ ਕੰਮ ਕਰਨ ਦੀ, ਆਪਣੇ ਆਪ ਨੂੰ ਬਚਾਉਣ ਦੀ। ਇਹਨੂੰ ਕਿਤੇ ਨਾ ਕਿਤੇ ਵਿਸ਼ਵਾਸ ਸੀ ਕਿ ਜਿਹੜਾ ਹੱਥ ਪਹਿਲਾਂ ਆਇਆ ਸੀ ਮੈਨੂੰ ਬਚਾਉਣ ਨਾ, ਉਹ ਹੁਣ ਵੀ ਆਏਗਾ। ਇਹਨੂੰ ਇੰਤਜ਼ਾਰ ਸੀ ਉਸ ਹੱਥ ਦਾ ਜੋ ਮੈਨੂੰ ਕੱਢੇਗਾ, ਹੁਣ ਵੀ ਜਿਹੜਾ ਪਹਿਲਾਂ ਮੈਨੂੰ ਬਚਾਇਆ ਹੁਣ ਵੀ ਮੈਨੂੰ ਬਚਾਏਗਾ। ਕਹਿੰਦੇ ਇਹੀ ਉਹਦੀ ਇੱਕ ਉਮੀਦ, ਇਹੀ ਆਸ ਨੇ ਉਹਦੇ ਅੰਦਰ ਇੰਨੀ ਸ਼ਕਤੀ ਪੈਦਾ ਕਰ ਦਿੱਤੀ ਕਿ ਜਿੱਥੇ ਪਹਿਲਾਂ 15 ਮਿੰਟਾਂ 'ਚ ਹਾਰ ਮੰਨ ਕੇ ਮਰ ਗਿਆ, ਹੁਣ ਉਹ 60 ਘੰਟੇ ਤੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਔਰ ਉਹ 60 ਘੰਟੇ ਬਾਅਦ ਉਹਨਾਂ ਕੱਢ ਲਿਆ ਚੂਹੇ ਨੂੰ ਪਾਣੀ 'ਚੋਂ।
ਔਰ ਉਹਨਾਂ ਇਹ ਵੀ ਨਾਲ ਕਿਹਾ ਹੈ ਕਿ ਅਗਰ ਮੈਂ ਨਾ ਕੱਢਦਾ ਤਾਂ ਸ਼ਾਇਦ ਇਹ 60 ਤੋਂ 70 ਜਾਂਦਾ, 74 ਜਾਂਦਾ, 90 ਜਾਂਦਾ, ਪਰ ਮੈਂ ਫਿਰ ਕਿੰਨਾ ਕੁ ਦੇਖਣਾ ਸੀ ਹੋਰ, ਕਿਉਂਕਿ 60 ਘੰਟੇ ਵੀ ਕੋਈ ਥੋੜਾ ਟਾਈਮ ਨਹੀਂ ਹੁੰਦਾ। ਇਹੀ ਇਹਨੂੰ ਕਹਿੰਦੇ ਹੋਪ, ਕਿ ਅਸੀਂ ਵੀ ਇਹੀ ਰੱਖਣਾ ਹੈ ਕਿ ਉਹਦਾ ਹੱਥ ਮੈਨੂੰ ਬਚਾਉਣ ਵਾਲਾ ਹੈ, ਤਾਂ ਮੈਂ ਕਿਉਂ ਡਰਾਂ, ਮੈਂ ਕਿਉਂ ਚਿੰਤਾ ਕਰਾਂ। ਚੱਲ ਇੱਧਰੋਂ ਇਹ ਵੀ ਫਿਰ ਕਰੇ ਬੰਦਾ, ਜੇ ਤੁਹਾਡਾ ਮਨ ਇੱਦਾਂ ਵੀ ਹੈ ਕਿ ਬੰਦਾ ਸੋਚੇ ਕਿ ਇੱਧਰੋਂ ਮੈਂ ਬਾਹਰਲਾ ਵੀ ਨਾਲ ਨਾਲ ਕਰੀ ਜਾਵਾਂ, ਪਰ ਬਾਹਰਲਾ ਇਹ ਤਾਂ ਹੈ ਨਹੀਂ ਕਿ ਅੱਜ ਪਾਸਪੋਰਟ ਦਿੱਤਾ ਕੱਲ੍ਹ ਵੀਜ਼ਾ ਲੱਗ ਜਾਣਾ, 6 ਮਹੀਨੇ ਸਾਲ ਤਾਂ ਫਿਰ ਵੀ ਲੱਗਦਾ ਹੀ ਹੈ ਚੀਜ਼ਾਂ ਨੂੰ। ਉਦੋਂ ਤੱਕ ਮੈਂ ਇੱਥੇ ਪੂਰੀ ਜਾਨ ਲਗਾ ਦੇਵਾਂ, ਸਮਝਦਾ ਕਿ ਨਹੀਂ। ਉਹ ਐਸੀ ਕਹਿੰਦੇ ਕਿ 3-4 ਮਹੀਨਿਆਂ 'ਚ ਤੈਨੂੰ ਇੱਧਰ ਜਾਨ ਲਗਾਉਣ ਨਾਲ ਹੀ ਪਤਾ ਲੱਗ ਜਾਣਾ ਹੈ ਕਿ ਇੱਥੇ ਮੇਰਾ ਮਾਲਕ ਇੰਨਾ ਦੇ ਰਿਹਾ, ਤੂੰ ਆਪਣੇ ਆਪ ਕਹਿਣਾ ਲੈ ਲਾ ਪਾਸਪੋਰਟ ਵਾਪਸ, ਮੈਂ ਜਾਣਾ ਹੀ ਨਹੀਂ ਉੱਧਰ, ਇੱਥੇ ਮੇਰਾ ਮਾਲਕ ਸਭ ਕੁਝ ਦੇ ਰਿਹਾ। ਕਿਉਂਕਿ ਦੇਖੋ ਇੱਕ ਚੀਜ਼ ਨੂੰ ਪਾਣਾ ਹੈ ਤਾਂ ਦੂਜੀ ਚੀਜ਼ ਨੂੰ ਪਹਿਲਾਂ ਹੀ ਨਾ ਛੱਡ ਕੇ ਬਹਿ ਜਾਓ ਜਿਹੜੀ ਮੇਰੇ ਕੋਲ ਹੈ। ਹੁਣ ਬੰਦਾ ਕਹੇ ਮੈਂ ਉਦਾਹਰਨ ਦੇ ਰਿਹਾ ਕਿ ਮੈਂ ਵੀ ਜਿੰਨ ਕਾਰ ਖਰੀਦਣੀ ਹੈ ਜਾਂ ਮੈਂ ਟਾਟਾ ਸਫਾਰੀ ਖਰੀਦਣੀ ਹੈ ਤਾਂ ਮੇਰੇ ਕੋ ਮਰੂਤੀ 800 ਹੈ, ਉਹਨੂੰ ਛੱਡ ਕੇ ਬਹਿ ਜਾ ਮਾਜੀ, ਨਹੀਂ, ਜਦ ਤੱਕ ਉਹ ਨਹੀਂ ਆਉਂਦੀ ਇਹਨੂੰ ਚਲਾ। ਜਦੋਂ ਉਹ ਆਉਣ ਦੇ ਪੈਸੇ ਆ ਗਏ ਫਿਰ ਕਰਾਂਗੇ, ਉਹ ਲੈ ਲਵਾਂਗੇ, ਇਹਨੂੰ ਸੇਲ ਕਰ ਦੇਵਾਂਗੇ। ਬਾਕੀ ਕੰਮ ਤਾਂ ਬਾਅਦ 'ਚ ਹੁੰਦੇ ਹੈ ਨਾ, ਪਰ ਪਹਿਲਾਂ ਜੋ ਹੈ ਨਾ ਉਹਦਾ ਤਾਂ ਆਨੰਦ ਲਈਏ ਨਾ। ਹਾਂ, ਉਹਦੀ ਪਲੈਨਿੰਗ ਕਰੀਏ ਪਰ ਇਹਦਾ ਆਨੰਦ ਲਈਏ। ਬੰਦਾ ਕੀ ਹੁੰਦਾ ਹੈ ਕਿ ਬੰਦਾ ਪਲੈਨਿੰਗ ਕਰਨ ਦੇ ਵਿੱਚ ਲੱਗ ਜਾਂਦਾ ਤਾਂ ਜਿਹੜੀ ਚੀਜ਼ ਕੋਲ ਹੈ ਉਹ ਆਨੰਦ ਨਹੀਂ ਲੈ ਪਾਉਂਦਾ, ਸਮਝਦਾ ਕਿ ਨਹੀਂ। ਆਹ ਕੰਮ ਜੋ ਹੈ ਇਹ 'ਤੇ ਮਿਹਨਤ ਕਰੇ ਤਾਂ ਆਨੰਦ ਲੈ, ਇੰਜੋਏ ਕਰ, ਤਾਂ ਬਾਹਰਲਾ ਨਾਲ ਟਰਾਈ ਕਰੀਏ ਫਿਰ। ਪਰ ਕਰੀਏ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਦੱਸਿਆ ਕਿ ਏਜੰਟ ਨੂੰ 15-20 ਲੱਖ ਦੇ ਕੇ 2 ਨੰਬਰ ਜੇ ਟੂਰਿਸਟ ਵੀਜ਼ਾ ਲਵਾ ਕੇ ਇੱਦਾਂ ਜਾਣ ਨਾਲੋਂ ਤਾਂ ਚੰਗਾ ਹੈ ਨਾ ਕਿ ਪੱਕੇ ਤੌਰ 'ਤੇ ਜਾਈਏ ਅਸੀਂ। ਉਹ ਭਾਵੇਂ ਤੁਸੀਂ ਅੱਜ ਕੱਲ੍ਹ 'ਚ ਗੱਲ ਕਰੋ ਉਹਨਾਂ ਨਾਲ, ਮਾਲਕ ਦੀ ਕਿਰਪਾ ਨਾਲ, ਜਾਂ ਉੱਦਾਂ ਬੰਦਾ ਇੱਥੋਂ ਕਿਸੇ ਨੇ ਇੱਦਾਂ ਦੀ ਗੱਲ ਕਰੇ। ਸਤਿਗੁਰੂ ਤੇ ਜਿੱਦਾਂ ਵੀ ਅਸੀਂ ਟੈਕਸ ਪੇ ਕਰਦੇ ਹਾਂ ਸ਼ੋਰੂਮ ਬੇਸ ਤੇ ਸਾਈਟ ਫਰਨੀਚਰ ਹਾਊਸ ਤੇ ਬਟ ਉਹ ਸਰਟੀਫਾਈਡ ਇੱਕ ਬਿਜ਼ਨਸ ਤੌਰ ਤੇ ਵੀ ਲੱਗ ਰਹੀ ਹੈ। ਤੇ ਵੈਸੇ ਮਾਈਂਡ 'ਚ ਨਹੀਂ ਸੀਗਾ ਵੀ ਬਾਹਰ ਜਾਣਾ, ਜਿਵੇਂ ਮੈਂ ਦੱਸ ਬੇਨਤੀ ਤੁਹਾਡੇ ਅੱਗੇ ਕਰ ਰਿਹਾ ਵੀ ਜਾਣੀ ਕਿ ਇਹਨਾਂ ਦਾ ਟਾਰਗੇਟ ਸੀ, ਇਹਨਾਂ ਨੂੰ ਦੱਸਿਆ ਸੀ ਜਾਣਾ, ਮੈਂ ਇੱਥੇ ਦਾ ਹੀ ਟਾਰਗੇਟ ਵੀ ਇੱਥੇ ਹੀ ਚਮਕਣਾ, ਇੱਥੇ ਵੱਟ ਵੀ ਆਪਣੇ ਆਪ ਨੂੰ ਇੱਕ ਜਿਸ ਇਨਸਾਨ ਕੋਲ 2 ਰੁਪਏ ਉਹਦੇ ਉਸਤਾਦ ਨੇ ਨਹੀਂ ਦਿੱਤੇ ਜਲੰਧਰੋਂ ਤੁਰ ਕੇ ਆਉਣ ਨੂੰ, ਵੀ ਗੱਡੀ 'ਚ ਨਹੀਂ ਜਾਣਾ, ਕਹਿੰਦਾ ਤੁਰ ਕੇ ਜਾ, ਤੈਨੂੰ ਦਿਨ ਯਾਦ ਰਹਿਣਗੇ। ਇਹ ਵੀ ਉਹਨੇ ਨਾਲ ਕਹਿਤਾ ਸੀ ਵੀ ਉਸ ਟਾਈਮ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਪੁਰਾਣਾ ਉਸਤਾਦ ਸੀ ਮੇਰਾ, ਕਹਿੰਦਾ ਵੀ ਇੱਕ ਬੋਰਡ ਲਾਉਣਾ, ਬੋਰਡ ਮੈਨੂੰ ਨੌਲੇਜ ਨਹੀਂ ਆਇਆ ਸੀ ਬੋਰਡ ਕਿਹਨੂੰ ਕਹਿੰਦੇ, ਕਹਿੰਦਾ ਵੀ ਜਿਹਨੂੰ ਕੋਈ ਪੱਟੇ ਨਾ, ਕਈ ਆਉਣੇ ਕਈ ਜਾਣੇ, ਬਟ ਮੇਰੇ ਨੌਲੇਜ 'ਚ ਉਦੋਂ ਆਇਆ ਢੱਡੀ ਰਹਿਮਤ ਹੋਈ, ਦੁਕਾਨ ਬਈ ਮੇਰੇ ਕੋਲ ਮਸ਼ੀਨ ਨਹੀਂ ਸੀ ਵੁੱਡ ਵਰਕਿੰਗ ਦੀ ਕੋਈ ਵੀ, ਮੈਂ 7 ਸਾਲ ਬਾਹਰ ਲਾ ਕੇ ਆਇਆ ਸੀ, 5 ਸਾਲ ਉਸ ਤੋਂ ਬਾਅਦ ਵਿੱਚ ਬਿਨਾਂ ਮਸ਼ੀਨ ਤੋਂ ਡੇ ਨਾਈਟ ਕੰਮ ਕੀਤਾ, ਦਿਨਾਂ ਦੇ ਵਿੱਚ ਬਹੁਤ ਕੁਝ ਬਣਿਆ। ਸਿਸਟਰ ਦੀ ਮੈਰਿਜ ਕੀਤੀ, ਅੱਜ ਰਿਸ਼ਤਾ ਕੀਤਾ, ਉਹ ਕਹਿੰਦੇ 15 ਦਿਨਾਂ ਦੀ ਮੈਰਿਜ ਚਾਹੀਦੀ, ਮੈਂ ਕਿਹਾ ਠੀਕ ਹੈ ਜੀ। 10 ਲੱਖ ਰੁਪਇਆ ਵਿਆਹ ਤੇ ਲਾਇਆ, ਗੁਰਦਾਸਪੁਰ ਅਟੈਕ ਹੋ ਗਿਆ, ਤੁਹਾਡੀ ਰਹਿਮਤ ਨਾਲ ਤੁਸੀਂ ਚਰਨ ਪਾਏ ਸੀ ਇਸ ਘਰ 'ਚ ਉਸ ਟਾਈਮ। ਬੇਨਤੀ ਕੀਤੀ, ਤੁਹਾਨੂੰ ਯਾਦ ਕੀਤਾ ਵੀ ਮੇਰਾ ਇੱਕ ਫਰਜ਼ ਨਿਭਾ ਰਿਹਾ ਭੈਣ ਦਾ, ਤੁਸੀਂ ਕਰਨਾ। 2.5 ਮਹੀਨੇ 'ਚ ਮੈਂ 10 ਲੱਖ ਰੁਪਇਆ ਕਮਾਇਆ ਸਤਿਗੁਰ। ਪੈਸੇ ਦਿੱਤੇ ਅਮਰੀਕਾ ਵਾਲੇ ਤਾਂ ਡਰ ਕੇ ਕਹਿੰਦਾ ਮਾਰ ਤੁਹਾਡੀ ਏਡੀ ਰਹਿਮਤ ਹੈ ਨਾ, ਕੁਛ ਵੀ ਨਹੀਂ ਹੋ ਉੱਥੇ ਅਮਰੀਕਾ ਵਾਲੇ ਟਰੱਕਾਂ ਵਾਲੇ ਨਹੀਂ ਉਹਨੇ ਕਮਾਉਂਦੇ ਜਿੰਨੇ ਮੈਂ ਇੱਥੇ ਕਮਾਏ। ਉਹੀ ਤਾਂ ਅਸੀਂ ਵੀ ਇਸ਼ਾਰਾ ਕਰ ਰਹੇ। ਤੇ ਜਨੂਨ ਬਹੁਤ ਆ ਕੰਮ ਦਾ, ਇਹ ਨਹੀਂ ਵੀ ਨਹੀਂ ਹੈ, ਪਰ ਹੁਣ ਵੀ ਮੈਂ 7-8 ਵਜੇ ਘਰੋਂ ਨਿਕਲ ਜਾਂਦਾ, ਰਾਤ ਨੂੰ ਮੈਂ 7 ਵਜੇ ਘਰੇ ਆ ਜਾਵਾਂ, ਮੈਨੂੰ ਆਪਣੇ ਆਪ ਨੂੰ ਫੀਲ ਹੁੰਦਾ ਮੈਂ ਅੱਜ ਕੋਈ ਚੀਜ਼ ਪਿੱਛੇ ਛੱਡਿਆ ਆ। ਮੈਨੂੰ ਯਾਨੀ ਕਿ ਘਰ ਆਉਣਾ ਨਹੀਂ ਅਹਿਮੀਅਤ ਇੰਨਾ ਰੱਖਦਾ ਜਿੰਨਾ ਮੈਨੂੰ ਕੰਮ ਤੇ ਦਬਾਅ ਲੱਗਦਾ ਨਾ, ਵੀ ਮੇਰੇ ਕੋਲ ਡੇ ਨਾਈਟ ਹੀ ਵਰਕਰ ਅੱਜ ਕੰਮ, ਅੱਜ ਵੀ ਚਾਹੇ ਵਰਕਰ ਅੱਜ 4 ਆ ਨਾ, ਢੱਡੀ ਰਹਿਮਤ ਅੱਜ ਵੀ ਬਹੁਤ ਹੋਰ ਆ। ਪਲੱਸ ਇਹ ਆ ਵੀ 4 ਵਰਕਰਾਂ ਦੇ ਵਿੱਚ ਵੀ ਡੇ ਨਾਈਟ ਹੀ ਕੰਮ ਚੱਲਦਾ ਸਾਡਾ। ਜਦੋਂ ਵਰਕਰ ਮੇਰੇ ਕੋਲ 25 ਸੀ 30 ਸੀ ਉਸ ਟਾਈਮ ਵੀ ਡੇ ਨਾਈਟ ਸੀ। ਸਾਰੇ ਹੀ ਕਹਿੰਦੇ ਵੀ ਅੱਜ ਤੱਕ ਤੁਸੀਂ ਵੀ ਯਾਨੀ ਕਿ ਭਾਜੀ ਇਹ ਨਹੀਂ ਕਿਹਾ ਵੀ ਅੱਜ ਛੁੱਟੀ ਕਰ ਲਾ, ਮੀਂਹ ਆ ਹਨੇਰੀ ਆ ਲਾਈਟ ਹੈਗੀ ਨਹੀਂ ਹੈਗੀ, ਕੰਮ ਹੈਗਾ ਹਰ ਇੱਕ ਤਰ੍ਹਾਂ ਦਾ। ਸ਼ੋਰੂਮ ਬੇਸ ਹੈਗਾ, ਡੋਰ ਵਿੰਡੋ ਹੈਗਾ ਆ, ਕਬਰਡ ਕਿਚਨ ਹੈਗਾ, ਵੀ ਬਹੁਤ ਓਵਰ ਕੰਮ। ਢੱਡੀ ਰਹਿਮਤ ਸੋਚ ਤੋਂ ਬਾਹਰਾ ਸੀ ਵੀ ਜਿਸ ਇਨਸਾਨ ਤੋਂ 2 ਰੁਪਏ ਕਿਰਾਇਆ ਨਹੀਂ ਸੀ ਅੱਜ ਗੱਡੀ 'ਚ ਬਿਠਾਇਆ। ਸਾਰਾ ਨਗਰ ਦੇਖਦਾ ਆ ਵੀ ਇੱਕ ਆਮ ਕਾਰਪੈਂਟਰ ਵਰਕਰ ਗੱਡੀ 'ਚ ਘੁੰਮਦਾ, 25-25 ਖੇਤਾਂ ਦੇ ਮਾਲਕ ਜਿਨ੍ਹਾਂ ਦੇ ਘਰ ਗੱਡੀ ਵੀ ਹੈ ਨਹੀਂ, ਚਲਾਉਣੀ ਤਾਂ ਬਹੁਤ ਦੂਰ ਦੀ। ਬਸ ਫਿਰ ਵਰਕਰਾਂ ਦੀ ਕਮੀ ਹੈ ਤੈਨੂੰ, ਬਸ ਇਹੀ ਹੈ ਨਾ, ਇਹਦਾ ਹੱਲ ਹੋ ਜਾਏਗਾ, ਠੀਕ ਹੈ। ਪਰ ਤੂੰ ਆਪਣਾ ਮਾਈਂਡ ਤਾਂ ਉਹ ਕਰ, ਠੀਕ ਹੈ। ਸਭ ਤੋਂ ਪਹਿਲੀ ਗੱਲ ਇਹ ਵੀ ਕਹਾਂਗੇ ਕਿ ਇੱਕ ਬੰਦਾ ਕਹਿੰਦਾ ਪਹਿਲਾਂ ਮੈਂ ਕਾਮਯਾਬ ਹਾਂ ਫਿਰ ਖੁਸ਼ ਹੋਊਂਗਾ। ਕਹਿੰਦੇ ਸਾਨੂੰ ਕਾਮਯਾਬੀ ਖੁਸ਼ੀ ਨਹੀਂ ਦਿੰਦੀ, ਬਲਕਿ ਸਾਨੂੰ ਖੁਸ਼ੀ ਕਾਮਯਾਬੀ ਦਿੰਦੀ ਹੈ। ਆਪਣੇ ਚਿਹਰੇ 'ਤੇ ਸਮਾਈਲ ਰੱਖ, ਪਰਿਵਾਰ ਚਾਹਵੇਂ ਤਾਂ ਖੁਸ਼ੀ ਨਾਲ ਆਵੇਂ,
ਕਿਤੇ ਕਿਸੇ ਵੀ ਵਰਕਰ ਨੂੰ ਮਿਲੇ ਜਾਂ ਕਿਸੇ ਵੀ ਕਸਟਮਰ ਨੂੰ ਮਿਲੇ ਤਾਂ ਕਹਿੰਦੇ ਅੰਦਰੋਂ ਜਿੰਨੇ ਮਰਜ਼ੀ ਅਸੀਂ ਪਰੇਸ਼ਾਨ ਹੋਈਏ, ਜਿੰਨੇ ਮਰਜ਼ੀ ਅਸੀਂ ਚਾਹੇ ਬਿਮਾਰੀ ਨਾਲ ਭਰੇ ਹੋਈਏ, ਪਰ ਚਿਹਰੇ ਤੇ ਤੁਹਾਡੇ ਇੱਕ ਸਮਾਈਲ ਹੋਣੀ ਚਾਹੀਦੀ ਕਿ ਅਗਲੇ ਨੂੰ ਸਾਡੀ ਤਕਲੀਫ ਦਾ, ਸਾਡੇ ਦੁੱਖ ਦਾ ਅਹਿਸਾਸ ਨਾ ਹੋਵੇ। ਸਮਝਦੇ ਕਿ ਨਹੀਂ? ਇਹਨੂੰ ਕਹਿੰਦੇ ਆ ਕਿ ਮਾਲਕ ਦਾ ਪਿਆਰਾ। ਸਮਝਦੇ ਕਿ ਨਹੀਂ? ਅਸੀਂ ਆਪਣੇ ਆਪ ਨੂੰ ਇਦਾਂ ਦਾ ਬਣਾਈਏ ਕਿ ਜਦੋਂ ਅਸੀਂ ਬੱਚਿਆਂ ਵਿੱਚ ਬੈਠੀਏ ਨਾ ਤਾਂ ਬੱਚੇ ਵੀ ਕਹਿਣ ਕਿ ਮੇਰੇ ਮਾਤਾ ਪਿਤਾ ਮੈਨੂੰ ਬਹੁਤ ਪਿਆਰ ਕਰਦੇ, ਯਾਨੀ ਮੇਰੇ ਬੜਾ ਪਿਆਰ ਹੈ, ਬੜੇ ਖੁਸ਼ ਰਹਿਣ ਵਾਲੇ ਹੈ। ਔਰ ਜਦੋਂ ਕਿਸੇ ਕਸਟਮਰ ਨੂੰ ਮਿਲੀਏ ਉਹ ਵੀ ਕਵੇ ਲੈ ਵੀ ਇਹਦੇ ਵਰਗਾ ਬੰਦਾ ਨਹੀਂ ਦੇਖਿਆ। ਜਦੋਂ ਵਰਕਰ ਕੋਲ ਜਾਈਏ ਤਾਂ ਉਹਨੂੰ ਵੀ ਇੱਦਾਂ ਮਿਲੀਏ ਕਿ ਉਹ ਵੀ ਤਾਰੀਫ ਕਰਨ। ਜਿੰਨਾ ਸਾਡੇ ਚਿਹਰੇ 'ਤੇ ਇੱਕ ਖੁਸ਼ੀ ਰਹੇਗੀ, ਜਿੰਨਾ ਅਸੀਂ ਉਹ ਰਵਾਂਗੇ ਤਾਂ ਉਨਾ ਹੀ ਜੀਵਨ 'ਚ ਅਸੀਂ ਤਰੱਕੀ ਵੀ ਕਰਾਂਗੇ, ਉਹਨਾਂ ਜੀਵਨ 'ਚ ਕਿ ਕਾਮਯਾਬ ਵੀ ਹੋਵਾਂਗੇ। ਜਿੱਦਾਂ ਹੀ ਦੱਸੀਦਾ ਹੁੰਦਾ ਨਾ ਕਿ ਇੱਕ ਵਾਰੀ ਇੱਕ ਇਨਸਾਨ ਸੀ, ਉਹਨੇ ਜਦੋਂ ਵੀ ਆਪਣੇ ਕੰਮ ਤੋਂ ਆਉਣਾ, ਘਰ ਅੰਦਰ ਗੇਟ ਦੇ ਅੰਦਰ ਵੜਨ ਤੋਂ ਪਹਿਲਾਂ ਪੇੜ ਦੇ ਕੋਲ ਨਾ ਜਾਣਾ, ਕੁਛ ਟੰਗ ਦੇਣਾ ਇੱਦਾਂ, ਔਰ ਅੰਦਰ ਚਲ ਜਾਣਾ। ਜਦੋਂ ਬਾਹਰ ਆਉਣਾ ਵਾਪਸ ਸਵੇਰ ਨੂੰ ਕੰਮ ਤੇ ਜਾਣ ਲੱਗੇ ਨਾ, ਫਿਰ ਇੱਦਾਂ ਕੁਛ ਟਹਿਣੀ ਤੋਂ ਚੱਕਣਾ, ਗਲ 'ਚ ਪਾ ਲੈਣਾ। ਅਤੇ ਇੱਕ ਆਦਮੀ ਰੋਜ਼ ਦੇਖਦਾ ਸੀ, ਕਹਿੰਦਾ ਟੰਗਦਾ ਤਾਂ ਕੁਛ ਹੈ ਪਰ ਨਜ਼ਰ ਆਉਂਦਾ ਨਹੀਂ ਕਿ ਟੰਗਦਾ ਕੀ ਹੈ। ਉੱਦਾਂ ਹੀ ਐਂ ਕਰ ਦਿੰਦਾ ਹੈ, ਔਰ ਸਵੇਰ ਨੂੰ ਜਾਣ ਲੱਗੇ ਫਿਰ ਐਂ ਕਰਕੇ ਗਲ 'ਚ ਪਾ ਲੈਂਦਾ ਹੈ। ਇੱਕ ਦਿਨ ਮੈਂ ਪੁੱਛ ਹੀ ਲਿਆ ਕਿ ਭਾਈ ਮੈਂ ਤੈਨੂੰ ਕਈ ਵਾਰ ਦੇਖਿਆ ਹੈ, ਜਦੋਂ ਤੂੰ ਆਉਂਦਾ ਗੇਟ ਦੇ ਅੰਦਰ ਜਾਣ ਤੋਂ ਪਹਿਲਾਂ ਕੋਈ ਚੀਜ਼ ਆਪਣੇ ਗਲ 'ਚੋਂ ਲਾ ਕੇ ਤੇ ਟੰਗ ਦਿੰਦਾ ਹੈ, ਪਰ ਦੀਦਾ ਕੁਛ ਵੀ ਹੈ ਨਹੀਂ, ਕਰਦਾ ਕੀ ਹੈ ਤੂੰ? ਔਰ ਜਦੋਂ ਸਵੇਰ ਨੂੰ ਹੀ ਮੈਂ ਦੇਖਿਆ ਕਿ ਸਵੇਰੇ ਜਾਣ ਲੱਗੇ ਵੀ ਤੂੰ ਚੀਜ਼ ਇੱਦਾਂ ਚੱਕ ਕੇ ਆਪਣੇ ਗਲ 'ਚ ਪਾ ਲੈਂਦਾ, ਹੈ ਕੀ ਇਹ? ਨਜ਼ਰ ਤਾਂ ਆਉਂਦਾ ਨਹੀਂ ਕੁਛ ਵੀ। ਕਹਿੰਦਾ ਦਰਅਸਲ ਇੱਕ ਰਾਜ ਹੈ, ਖੁਸ਼ੀ ਦਾ ਰਾਜ ਹੈ ਇਹ। ਕਹਿੰਦਾ ਕੀ ਰਾਜ? ਸਾਨੂੰ ਵੀ ਤਾਂ ਪਤਾ ਲੱਗੇ। ਉਹ ਕਹਿੰਦਾ ਦਰਅਸਲ ਜਦੋਂ ਮੈਂ ਸ਼ਾਮ ਨੂੰ ਘਰੋਂ ਕੰਮ ਤੋਂ ਘਰ ਨੂੰ ਵਾਪਸ ਆਉਂਦਾ ਨਾ, ਤਾਂ ਮੈਂ ਘਰ ਦੇ ਪੇੜ ਦੇ ਬਾਹਰ ਐਂ ਕਰਕੇ ਜਿਹੜਾ ਟੰਗਦਾ ਨਾ, ਉਹ ਆਪਣੇ ਕੰਮ ਦੀਆਂ ਸਾਰੀਆਂ ਚਿੰਤਾਵਾਂ, ਸਾਰੀਆਂ ਟੈਨਸ਼ਨਾਂ, ਸਾਰਾ ਜੋ ਵੀ ਗੁੱਸਾ ਗਿਲਾ ਇੱਥੇ ਟੰਗ ਦਿੰਦਾ ਹੈ ਕਿ ਹੁਣ ਮੈਂ ਪਰਿਵਾਰ ਦੇ ਅੰਦਰ ਜਾ ਰਿਹਾ, ਉੱਥੇ ਮੈਂ ਕੰਮ ਦੀ ਟੈਨਸ਼ਨ ਲੈ ਕੇ ਨਹੀਂ ਜਾਣਾ। ਇੱਥੇ ਮੈਂ ਪਰਿਵਾਰ ਦੇ ਕੋਲ ਇੱਕ ਪਿਤਾ ਬਣ ਕੇ, ਇੱਕ ਪਤੀ ਬਣ ਕੇ, ਇੱਕ ਬੇਟਾ ਬਣ ਕੇ ਜਾ ਰਿਹਾ ਹਾਂ। ਇੱਥੇ ਮੈਂ ਖੁਸ਼ੀ ਲੈ ਕੇ ਜਾਣਾ ਹੈ। ਔਰ ਸਵੇਰ ਨੂੰ ਆਉਣ ਲੱਗੇ ਮੈਂ ਉਹ ਚੱਕ ਕੇ ਫਿਰ ਗਲ 'ਚ ਪਾ ਲੈਂਦਾ ਕਿ ਹੁਣ ਮੈਂ ਘਰ ਤੋਂ ਕੰਮ ਨੂੰ ਜਾ ਰਿਹਾ, ਹੁਣ ਜਿਹੜੀ ਕੰਮ ਦੀ ਚਿੰਤਾ ਹੈ ਨਾ, ਕੰਮ ਦੀ ਟੈਨਸ਼ਨ ਹੈ, ਉਹ ਹੁਣ ਨਾਲ ਲੈ ਕੇ ਜਾਵਾਂ ਤਾਂ ਕਿ ਇਹਦਾ ਹੱਲ ਕਰਾਂ ਜਾ ਕੇ ਉੱਥੇ। ਬੰਦਾ ਕੀ ਹੁੰਦਾ, ਘਰ ਦੀ ਪਰੇਸ਼ਾਨੀ ਜਦੋਂ ਕੰਮ ਤੇ ਲੈ ਜਾਂਦਾ ਜਾਂ ਕੰਮ ਦੀ ਪਰੇਸ਼ਾਨੀ ਘਰ ਲੈ ਆਉਂਦਾ ਤਾਂ ਫਿਰ ਉਹ ਰਿਸ਼ਤੇ ਵੀ ਖਰਾਬ ਹੁੰਦੇ ਆ, ਤਾਂ ਬੰਦੇ ਆਪਣਾ ਮਾਈਂਡ ਵੀ ਖਰਾਬ ਹੁੰਦਾ ਹੈ। ਜੇ ਸਾਡਾ ਕਿਸੇ ਗਾਹਕ ਦੇ ਨਾਲ ਕੋਈ ਟੈਨਸ਼ਨ ਹੈ, ਉੱਥੇ ਹੀ ਹੈ, ਘਰ 'ਚ ਨਹੀਂ। ਘਰ 'ਚ ਅਸੀਂ ਉਹ ਟੈਨਸ਼ਨ ਲੈ ਕੇ ਨਹੀਂ ਆਉਣਾ। ਇੱਦਾਂ ਆਪਣੇ ਆਪ ਨੂੰ ਬਣਾਈਏ ਅਸੀਂ। ਬਾਕੀ ਫਿਕਰ ਨਾ ਕਰ, ਅੱਜ ਤੋਂ ਤੇਰੀਆਂ ਪਰੇਸ਼ਾਨੀਆਂ ਦਾ ਹੱਲ ਮਾਲਕ ਦੀ ਰਹਿਮਤ ਨਾਲ ਹੋਣਾ ਸ਼ੁਰੂ ਹੋ ਜਾਏਗਾ। ਤੂੰ ਦੇਖੀ ਤੇ ਅੱਗੇ ਕੀ ਹੁੰਦਾ ਹੈ, ਤੇਰੇ ਨਾਲ ਹੈ ਅਸੀਂ। ਔਰ ਸਾਡੇ ਬੱਚੇ ਕਮਜ਼ੋਰ ਨਹੀਂ ਹੋ ਸਕਦੇ। ਜਿੱਦਾਂ ਐਡੀਸਨ ਬਾਰੇ ਦੱਸੀਦਾ ਕਿ ਉਹਦੀ ਫੈਕਟਰੀ ਨੂੰ ਅੱਗ ਲੱਗ ਗਈ ਜਦੋਂ ਉਹਦੀ ਉਮਰ 60 ਜਾਂ 65 ਸਾਲ ਦੀ ਸੀ। ਉਹਦੀ ਫੈਕਟਰੀ ਨੂੰ ਅੱਗ ਲੱਗ ਗਈ, ਕਰੋੜਾਂ ਦਾ ਨੁਕਸਾਨ ਹੋ ਗਿਆ, ਤਾਂ ਉਹਦੇ ਚਿਹਰੇ 'ਤੇ ਫਿਰ ਵੀ ਕੋਈ ਸ਼ਿਕਨ ਨਹੀਂ ਸੀ। ਉਹਦਾ ਬੇਟਾ ਪਰੇਸ਼ਾਨ ਸੀ, ਔਰ ਫਿਰ ਸ਼ਿਕਨ ਨਹੀਂ ਸੀ। ਬੇਟੇ ਨੇ ਕਿਹਾ ਪਿਤਾ ਜੀ ਇੰਨਾ ਨੁਕਸਾਨ ਹੋ ਗਿਆ। ਉਹ ਕਹਿੰਦੇ ਫਿਰ ਕੀ ਹੋਇਆ ਬੇਟਾ, ਕਰੋੜਾਂ ਦਾ ਨੁਕਸਾਨ ਹੋਇਆ ਨਾ, ਇੱਕ ਨਵੀਂ ਸ਼ੁਰੂਆਤ ਦੁਬਾਰਾ ਕਰਾਂਗੇ। ਕਿਉਂਕਿ ਜਿਹੜਾ ਆਸ ਉਮੀਦ ਵਾਲਾ ਇਨਸਾਨ ਹੁੰਦਾ ਹੈ, ਉਹ ਇਹ ਨਹੀਂ ਦੇਖਦਾ ਨੁਕਸਾਨ ਕੀ ਹੋ ਰਿਹਾ, ਉਹ ਇਹ ਦੇਖਦਾ ਮੈਂ ਦੁਬਾਰਾ ਕੀ ਕਰ ਸਕਦਾ। ਕਿਉਂਕਿ ਜੋ ਹੋ ਗਿਆ ਉਹਦੇ ਬਾਰੇ ਸੋਚਾਂਗੇ ਤਾਂ ਉਹਦੇ ਨਾਲ ਕੀ ਹੋਣਾ ਹੈ, ਸੋਚਣ 'ਚ ਸਾਡੀ એનર્ਜੀ ਵੀ ਜਾਏਗੀ ਔਰ ਸਾਡੀ ਤਕਲੀਫ ਦੁੱਖ ਵੀ ਵਧੇਗਾ। ਬਲਕਿ ਉਸੇ એનર્ਜੀ ਨੂੰ ਸੇਵ ਕਰਕੇ ਅੱਗੇ ਵਧਣ ਵਿੱਚ ਲਾਈਏ ਅਸੀਂ। ਕਿਉਂਕਿ ਇੱਕ ਬੰਦਾ ਗਿਰਦਾ ਹੈ, ਉਹ ਬੈਠ ਕੇ ਸੋਚ ਸਕਦਾ ਮੈਂ ਕਿਉਂ ਗਿਰਿਆ, ਕਾਹਤੇ ਗਿਰਿਆ, ਕਿਹਨੇ ਗਿਰਾਇਆ ਮੈਨੂੰ, ਕਿਹੜੀ। ਤਾਂ ਇੱਕ ਬੰਦਾ ਕਹਿੰਦਾ ਗਿਰ ਗਿਆ, ਦੁਬਾਰਾ ਉੱਠ ਕੇ ਦੁੱਗਣੀ ਸਪੀਡ ਨਾਲ ਚੱਲਾਂ ਤਾਂ ਕਿ ਆਪਣੀ ਮੰਜ਼ਿਲ ਤੇ ਪਹੁੰਚਾਂ ਮੈਂ। ਤੂੰ ਵੀ ਕੋਈ ਟੈਨਸ਼ਨ ਨਾ ਲੈ, ਰਹਿਮਤ ਅਸੀਂ ਅੱਜ ਦੇ ਜਾਣੀ ਹੈ, ਔਰ ਆਉਣ ਵਾਲਾ ਸਮਾਂ ਮਾਲਕ ਨੇ ਚਾਹਿਆ ਤਾਂ ਬਹੁਤ ਵਧੀਆ ਆਏਗਾ। ਬਸ ਤੂੰ ਮਿਹਨਤ ਕਰਨ ਨੂੰ ਤਿਆਰ ਰਹਿ, ਸੰਭਾਲਣ ਨੂੰ ਤਿਆਰ ਰਹਿ, ਬਹੁਤ ਕੁਝ ਦੇਣਾ ਤੈਨੂੰ ਅਸੀਂ। ਦੇਖੋ ਫਿਰ ਮਿੱਤਰ, ਅੱਜ ਤੋਂ ਫਿਕਰ ਨਹੀਂ ਕਰਨੀ ਕੋਈ ਵੀ, ਮਾਲਕ ਕੱਲੇ ਮੈਂ ਕਰਿਆ ਮੈਂ ਤਿਆਰ ਕਰਨੀ ਹੈ। ਠੀਕ ਹੈ। ਮਤਲਬ ਕਿ ਇੱਕ ਨਾ ਪਹਿਲੋਂ ਦਰਬਾਰ ਤੇ ਮੰਮੀ ਹੁਣਾਂ ਤੇ ਯਾਨੀ ਕਿ ਵੀ ਪਾਉਣ ਆਉਂਦੀ ਸੀ। ਉਸ ਤੋਂ ਬਾਅਦ ਵਿੱਚ ਜਿੱਦਾਂ ਇਹਨਾਂ ਨੇ ਦੱਸਿਆ ਵੀ ਯਾਨੀ ਕਿ ਇੱਥੇ ਨਾ ਸਾਡੇ ਪੇਟੀ ਹੁੰਦੀ ਸੀ ਬਈ, ਤਾਂ ਘਰ ਛੋਟਾ ਸੀ। ਮੇਰੀ ਸੋਚ ਸੀ ਵੀ ਘਰ ਵੱਡਾ ਬਣਾਉਣਾ, ਫੈਮਲੀਆਂ 2 ਆ, ਬਾਹਰੋਂ ਇੱਕ ਘਰ ਨਾਲ ਅੰਦਰੋਂ 2 ਹੋ ਜਾਣ, ਬੇਸ਼ੱਕ ਫੈਮਲੀਆਂ ਅਲੱਗ-ਅਲੱਗ ਰਹਿ ਸਕਦੀਆਂ। ਬਟ ਚਲੋ ਸਮਾਂ ਆਇਆ, ਤੁਹਾਡੀ ਰਹਿਮਤ ਹੋਈ, ਠੀਕ ਹੋ ਗਏ। ਕੋਈ ਮੈਕਸੀਮਮ 10 ਕੁ ਦਿਨ ਇੱਦਾਂ ਰਹੇ, ਪਾਉਣ ਆਉਂਦੀ ਸੀ। ਇਹ ਜਿੱਦਾਂ ਨਾਗ ਆਉਂਦੇ ਹੁੰਦੇ ਸੀ, ਮੇਰੇ ਨਾਲ ਤਾਂ ਇੱਦਾਂ ਦਾ ਵਾਕਾ ਹੋਇਆ ਵੀ ਕਿ ਮੈਂ ਇੱਦਾਂ ਬੈਠਾ ਹੋਣਾ, ਮੇਰੇ ਕੋਲ ਨਾਗ ਬੈਠਾ ਹੋਣਾ, ਕਹਿਣਾ ਕੁਛ ਨਹੀਂ। ਤੁਰਦੇ ਫਿਰਦੇ ਆ ਸਕੂਟਰ ਮੋਟਰਸਾਈਕਲ 'ਚ, ਮੈਂ ਇੱਥੇ ਯਾਨੀ ਕਿ ਕੋਠੀ ਬਣਾਉਂਦਾ ਸੀ, ਤਾਂ ਇਹ ਆਪਣੇ ਸਹੁਰਿਆਂ ਦੀ ਬਣਾ ਰਿਹਾ, ਵਰਕਿੰਗ ਹੀ ਕਰ ਰਿਹਾ। ਉੱਥੇ ਵੀ ਯਾਨੀ ਕਿ ਕੰਮ ਨਾ ਧੁਰ ਨਹੀਂ ਚੜ੍ਹਦਾ, ਉਹ ਵੀ ਸਾਈਡ ਹੀ ਰਹਿੰਦਾ। ਅਤੇ ਉੱਥੇ ਵੀ ਜੇ ਮੈਂ ਸੌਣਾ ਤਾਂ ਬੰਦਿਆਂ ਨੇ ਕਹਿਣਾ ਦਿਨੇ ਸੱਪ ਉੱਥੇ ਲੰਮਾ ਪਿਆ ਹੁੰਦਾ, ਮੈਨੂੰ ਸ਼ੌਹ ਨਹੀਂ ਹੋਣਾ।
ਜੇ ਸੀਮੈਂਟ ਪਿਆ ਉੱਥੇ ਸੱਪ ਬੜਾ ਤਗੜਾ ਹੋਣਾ, ਇਹਨਾਂ ਨੇ ਅੰਦਰ ਨਹੀਂ ਵੜਨਾ, ਜਦੋਂ ਮੈਂ ਜਾਣਾ ਉਹਨੂੰ ਸੱਪ ਨਜ਼ਰ ਨਹੀਂ ਆਉਣਾ। ਜਦੋਂ ਘਰ ਆਣਾ ਇਹਨਾਂ ਨੇ ਵੀ ਇਦਾਂ, ਮੈਂ ਜੇ ਉੱਥੇ ਸੌਂਦਾ ਸੀ ਤਾਂ ਉੱਥੋਂ ਵਾਪਸ ਆਉਂਦਾ ਇਹਨਾਂ ਨੇ ਫੋਨ ਕਰਨਾ ਘਰੇ ਸੱਪ ਆ ਗਿਆ। ਜਦੋਂ ਮੈਂ ਇੱਥੇ ਆਉਣਾ ਮੈਂ ਜਾਣ ਕੇ ਨਿਡਰ ਹੋ ਕੇ ਦਰਬਾਰ ਤੇ ਹਜ਼ੂਰ ਦੇ ਚਰਨ ਤੁਹਾਡੇ ਸਰੂਪ ਪਏ, ਇੱਥੇ ਆ ਕੇ ਜੋ ਰਹਿਮਤ ਇੱਥੇ ਆ। ਇੱਥੇ ਜਦੋਂ ਆਉਣਾ ਸਿਰ ਝੁਕਾਉਣਾ ਤਾਂ ਕੁਛ ਨਹੀਂ ਮੈਨੂੰ ਨਜ਼ਰ ਸ਼ੋਅ ਪਾਉਣਾ। ਹਾਂ ਇੰਨਾ ਜ਼ਰੂਰ ਆ, ਮਨ ਨੂੰ ਤਸੱਲੀ ਨਹੀਂ ਮਿਲਣੀ ਜੇ ਚਿਰਾਗ ਨਾ ਕੀਤਾ ਨਾ ਤੇ ਰੋਟੀ ਖਾਣ ਨੂੰ ਰੂਹ ਨਹੀਂ ਕਰਨੀ। ਇੱਕ ਸਕੂਨ ਸਿਰਫ ਇਹੀ ਹੁੰਦਾ ਸੀ ਵੀ ਕਿਸੇ ਦਾ ਭਲਾ ਹੋ ਜਾਵੇ ਤਾਂ ਮੈਨੂੰ ਸਕੂਨ ਮਿਲਦਾ ਹੈ। ਜੇ ਕੋਈ ਅੱਜ ਵੀ ਮੇਰੇ ਕਸਟਮਰ ਤੋਂ ਤੁਹਾਡੀ ਰਹਿਮਤ ਨਾਲ ਬਹੁਤ ਰੁਪਈਆ ਲੈਣਾ, ਪਰ ਉਹ ਮਨ 'ਚ ਭੁੱਲ ਜਾਂਦਾ। ਦੇਣ ਵਾਲਾ ਵੀ ਜੇ ਮੈਂ ਦੇਣੇ ਵੀ ਅੱਜ 15 ਲੱਖ ਦੇਣਾ, ਮੈਨੂੰ ਉਹ ਵੀ ਨਹੀਂ ਹੈਗਾ, ਟੈਨਸ਼ਨ ਨਹੀਂ ਹੈਗੀ। ਸਿਰਫ ਟੈਨਸ਼ਨ ਪਤਾ ਨਹੀਂ ਕੁਦਰਤੀ ਆ 1.5-2 ਮਹੀਨੇ ਤੋਂ ਨਾ ਕੰਮ ਸ਼ੋਰੂਮ ਹੀ ਨਹੀਂ ਐਂਟਰ ਕੀਤਾ। ਪਿੰਡ ਦੁਕਾਨ ਤੁਹਾਡੀ ਰਹਿਮਤ ਨਾਲ ਪਹਿਲੀ ਜਿਹੜੀ ਦਿੱਤੀ ਤੁਸੀਂ, ਉਹਦੇ ਵਿੱਚ ਸਵੇਰ ਨੂੰ 7 ਵਜੇ ਜਾਂਦੇ ਸੀ, ਰਾਤ ਨੂੰ 9-10 ਵਜੇ ਬਾਹਰ ਠੇਕੇਦਾਰੀ ਕਰਦਾ ਸੀ। ਸ਼ੋਰੂਮ ਤੋਂ ਪਹਿਲਾਂ ਵੀ ਚਲੋ ਇੱਕ ਵਰਕਰ ਰੱਖਿਆ ਸੀ, ਤੁਹਾਡੀ ਰਹਿਮਤ ਨਾਲ ਕੁੜੀ ਸੀਗੀ, ਉਹ ਜੋਬ ਕਰਦੇ ਮੇਰੇ ਤੋਂ, ਫਰਨੀਚਰ ਉਹੀ ਵੇਚਦੇ, ਆਰਡਰ ਹੀ ਤੁਹਾਡੀ ਰਹਿਮਤ ਨਾਲ ਬਾਹਰ ਆਪਾਂ ਸਾਰਾ ਕਵਰਿੰਗ ਕਰਦੇ ਹਾਂ। ਇੱਧਰ ਵੁੱਡ ਵਰਕਿੰਗ ਆ, ਉੱਥੇ ਫਰਨੀਚਰ ਦਾ ਸੀ, ਤੇ ਬਾਹਰ ਕੋਠੀਆਂ ਦਾ ਵੱਖਰਾ ਸੀ। ਮੈਂ ਤਾਂ ਬਾਹਰਲੀ ਕੰਮ 'ਚ ਰਹਿੰਦਾ ਸੀ। ਸਿਰਫ ਸਾਰਾ ਦਿਨ ਘੁੰਮ ਕੇ ਇੱਕ ਸਕੂਨ ਉਦੋਂ ਹੀ ਮਿਲਣਾ ਜਦੋਂ ਚਿਰਾਗ ਕਰਤੇ, ਜਾਂ ਮੰਨ ਲਓ ਵੀ ਕੋਈ ਕੁੜੀ ਦੇਖਿਆ ਵੀ ਉਹਦੇ ਕੱਪੜੇ ਗਰੀਬੀ ਹਾਲਾਤ ਚੁੰਨੀ ਤੁਹਾਡੇ ਸਤਸੰਗ ਤੋਂ ਗਿਆਨ ਰਹਿਮਤ ਉਹਦੇ ਵਿੱਚ ਜਦੋਂ ਦੇਣਾ, ਜਾਂ ਇਹਨਾਂ ਨੂੰ ਫੋਨ ਕਰਨਾ, ਮੰਮੀ ਨੂੰ ਕਹਿ ਦੇਣਾ ਉਹਨੂੰ ਸੂਟ ਦੇ ਦਿਓ, ਉਦੋਂ ਸਕੂਨ ਮਿਲਣਾ। ਜੇ ਭੁੱਖੇ ਨੂੰ ਰੋਟੀ ਖਿਲਾਉਣ 'ਤੇ ਸਕੂਨ ਮਿਲਣਾ। ਆਪਾਂ ਨੂੰ ਇਹ ਮੈਨੂੰ ਇਹ ਨਹੀਂ ਆਪਣੇ ਆਪ ਤੇ ਮਹਿਸੂਸ ਹੁੰਦਾ ਮੈਂ ਸੋਹਣਾ ਕੱਪੜਾ ਪਾਵਾਂ, ਮੈਂ ਪਾਉਂਦਾ ਵੀ ਨਹੀਂ, ਮੈਂ ਲੈਂਦਾ ਵੀ। ਸਕੂਨ ਉਦੋਂ ਮਿਲਣਾ ਜਦੋਂ ਦੂਜੇ ਦਾ ਕੱਪੜਾ ਪਾਇਆ ਦੇਖਣਾ, ਖਾਦਾ ਦੇਖਣਾ, ਜਾਂ ਚਿਰਾਗ ਚੱਲਦੇ ਦੇਖਣੇ। ਕਿਸੇ ਟਾਈਮ ਇੱਦਾਂ ਦਾ ਹੁੰਦਾ ਆ ਚਿਰਾਗੀ ਤੇਲ ਪੈ ਰਿਹਾ, ਪਤਾ ਨਹੀਂ ਸਾਡੇ ਵਿੱਚ ਇੱਦਾਂ ਦੀ ਕਿਹੜਾ ਗੁਨਾਹ ਹੋ ਜਾਂਦਾ, 4-4 ਦਿਨ 5-5 ਦਿਨ ਚਿਰਾਗ ਨਹੀਂ ਚੱਲ ਰਿਹਾ। ਫਿਰ ਇਹਨਾਂ ਦੇ ਪਾਉਣ ਆਈ, ਫਿਰ ਕਹਿੰਦੇ ਵੀ ਤੁਸੀਂ ਦਰਬਾਰ ਵੱਡਾ ਕਰੋ। ਮੈਂ ਕਿਹਾ ਵੀ ਦਰਬਾਰ ਕਿਵੇਂ ਵੱਡਾ ਕਰੀਏ, ਮੈਂ ਕਿਸ਼ਤ ਪੇ ਕਰ ਰਿਹਾ, ਬਟ ਮੇਰਾ 골ਡ ਲਾਉਣ 'ਚ ਆ। ਰਹਿਮਤ ਬਹੁਤ ਆ ਹਜ਼ੂਰ ਦੀ, ਅੱਜ ਵੀ ਮੈਂ 2-2 3-3 ਲੱਖ ਰੁਪਇਆ ਮਹੀਨਾ ਕਮਾ ਰਿਹਾ, ਇਹ ਨਹੀਂ ਕਮਾ ਰਿਹਾ। ਬਟ ਉਹ ਪੈਸਾ ਸਮਝ ਨਹੀਂ ਆਉਂਦੀ ਆਇਆ ਕਿੱਥੇ ਚਲ ਗਿਆ ਕਿੱਥੇ। ਹੁਣ ਸਮਝ ਨਹੀਂ ਆ ਰਹੀ ਪੈਸਾ। ਲੋਕਡਾਊਨ 'ਚ ਸਤਿਗੁਰੂ ਢਾਡੀ ਏਡੀ ਰਹਿਮਤ ਸੀ ਨਾ, ਮੈਂ ਘਰਦਿਆਂ ਦੇ ਕੱਪੜੇ ਜਿਹੜੇ ਸੀ ਨਾ ਉਹਦੇ ਗੱਦਿਆਂ ਦੇ ਕਵਰ ਚਾੜ ਵੇਚਦੇ ਸੀਗੇ। ਸ਼ੋਰੂਮ ਦੇ ਵਿੱਚ ਇੱਕ ਫੋਮ ਦਾ ਟੋਟਾ ਨਹੀਂ ਸੀ, ਗੱਦਾ ਤਾਂ ਬਹੁਤ ਦੂਰ ਦੀ ਗੱਲ ਸੀ, ਬੈੱਡ ਵੀ ਬਹੁਤ ਦੂਰ ਦੀ ਗੱਲ ਸੀ, ਸਾਰਾ ਸਮਾਨ ਵੇਚਦਾ ਸੀ। ਲੋਕਾਂ ਕੋਲ ਸੌਣ ਦਾ ਟਾਈਮ ਹੈਗਾ, ਬਟ ਮੇਰੇ ਕੋਲ ਖਾਣਾ ਖਾਣ ਦਾ ਟਾਈਮ ਨਹੀਂ। ਜੇ ਵਰਕਰ ਅੱਜ ਮੇਰੇ ਕੋਲ ਵਰਕਰ ਕੰਮ ਕਰਦਾ ਨਾ 700 ਰੁਪਇਆ ਦਿਹਾੜੀ ਲੈਂਦਾ, ਤਾਂ ਅੱਜ ਦੇ ਟਾਈਮ 'ਚ ਵਰਕਰ ਮੇਰੇ ਕੋਲ 35-35 ਹਜ਼ਾਰ ਰੁਪਇਆ ਕੰਮ ਕਰ ਰਿਹਾ, 30,000 ਰੁਪਇਆ ਸੈਲਰੀ ਚੱਕ ਰਿਹਾ ਜ਼ਿਕਰ ਹੈ। ਸਿਰਫ ਇਸ਼ਕ ਇੱਕੋ ਹੀ ਆ, ਸਰਕਾਰ ਤੁਹਾਡਾ ਤੇ ਦੂਜਾ ਕੰਮ ਦਾ, ਤੇ ਤੀਜਾ ਕਮਾਈ ਕੀਤੀ ਆ ਤੇ ਖਾਂਦੇ ਹੋਣ ਮਗਰ ਖੁਸ਼ ਰਹਿਣ, ਟਾਰਗੇਟ ਨਾ ਆਵੇ ਭੁੱਖਾ ਸੁੱਤਾ ਹੋਵੇ। ਹੋਰ ਨਹੀਂ ਹੈਗਾ ਵੀ ਗੱਡੀ ਵਧੀਆ ਲੈਣੀ, ਕੱਪੜਾ ਵਧੀਆ ਪਾਉਣਾ, ਜਾਂ ਕਿਸੇ ਦੀ ਵਿਆਹ 'ਚ ਵਧੀਆ ਟੌਰ ਕਰਨੀ, ਨਹੀਂ, ਇਹ ਸ਼ੌਂਕ ਕੁਛ ਨਹੀਂ, ਇਹ ਜ਼ੀਰੋ ਆ। ਨਾ ਹੀ ਮੈਂ ਲੈਂਦਾ, ਨਾ ਹੀ ਮੈਂ ਪਾਉਂਦਾ, ਬਟ ਨਾ ਹੀ ਮੇਰਾ ਸ਼ੌਂਕ ਆ ਕਿਸੇ ਦੀ ਵਿਆਹ ਸ਼ਾਦੀ ਜਾਣਾ, ਕਿਉਂਕਿ ਮੈਂ ਸੇਫਟੀ ਕਰ ਨਹੀਂ ਸਕਦਾ। ਕਿਸੇ ਦੀ ਖੁਸ਼ੀ ਦੇ ਵਿੱਚ ਅਸੀਂ ਦੁੱਖ ਵੀ ਨਹੀਂ ਸ਼ਾਮਲ ਕਰ ਸਕਦੇ। ਉਹ ਆਪਣੇ ਆਪ ਤੇ ਹੀ ਰੱਖੀਦਾ ਕਿ ਚਲੋ 10 ਮਿੰਟ ਗਏ, ਹਾਜ਼ਰੀ ਲਵਾਈ, ਕੰਮ ਹੀ ਕਰਨਾ। ਤੇ ਫਿਰ ਜਦੋਂ ਇਹਨਾਂ ਨੇ ਕਿਹਾ ਵੀ ਦਰਬਾਰ ਵੱਡਾ ਕਰਨਾ, ਮੈਂ ਕਿਹਾ ਮੇਰੇ ਕੋਲ ਤਾਂ ਕੁਛ ਹੈ ਨਹੀਂ। ਜਦੋਂ ਪਾਉਣ ਆਈ ਇਹਨਾਂ ਨੇ ਮੈਨੂੰ ਗੱਲ ਲਾਇਆ, ਤੇ ਚਿਰਾਗ ਬੱਤੀ ਵੀ, ਇਸ਼ਨਾਨ ਵੀ, ਤੁਹਾਡੀ ਰਹਿਮਤ ਨਾਲ ਜੋ ਵੀ ਸੇਵਾ ਇੱਥੇ ਤੁਸੀਂ ਬਚਨ ਦੇ ਕੇ ਗਏ ਸੀ ਤਾਂ ਮੇਰੇ ਵੱਲੋਂ ਹੀ ਲੱਗ ਚੱਲ ਰਹੀ ਸੀ। ਤੇ ਕਾਬਿਲ ਵੀ ਚਲੋ ਸਮਝਿਆ, ਮੈਂ ਸ਼ੁਕਰ ਕਰਦਾ ਹਾਂ ਤੁਹਾਡਾ। ਫਿਰ ਕਹਿੰਦੇ ਦਰਬਾਰ ਬਣਾਉਣਾ, ਮੈਂ ਕਿਹਾ ਦਰਬਾਰ ਬਣਾਵਾਂ ਕਿੱਦਾਂ? ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਜੇ ਰਾਹ ਦਿੱਤਾ ਬਚਨ ਹੋਏ ਤਾਂ ਕੋਈ ਨਹੀਂ, ਅਸੀਂ ਸ਼ੁਰੂ ਕਰ ਦਿੰਦੇ ਹਾਂ। ਐਡੀ ਕਿਹੜੀ ਗੱਲ ਆ, ਕਮਾਈ ਕਰ ਰਹੇ ਹਾਂ, ਪੈਸਾ ਬਥੇਰਾ ਲੈਣਾ ਆ, ਕਮਾਈ ਕਰ ਰਿਹਾ। ਮੈਂ ਰੋਜ਼ ਦਾ 10-10 ਰੁਪਏ ਦਿਹਾੜੀ ਪਾ ਲੈਂਦਾ। ਤੇ ਬਟ ਜਦੋਂ ਇਹ ਇੱਦਾਂ ਬਚਨ ਹੋਏ, ਤੁਹਾਡੇ ਤੋਂ ਰਹਿਮਤ ਕਰਵਾਈ ਦਰਬਾਰ, ਤੇ ਉਸ ਤੋਂ ਬਾਅਦ ਵਿੱਚ ਵੀ ਕੰਡੀਸ਼ਨ ਜ਼ਿਆਦਾ ਟਾਈਟ ਹੋ ਗਈ। ਉਸ ਤੋਂ ਬਾਅਦ 'ਚ ਟਾਈਟ ਹੋਣ ਤੋਂ ਬਾਅਦ ਵਿੱਚ ਜਦੋਂ ਇੱਥੇ ਸਿਮਰਨ ਕਰਨਾ ਮੈਂ, ਉਦੋਂ ਸਕੂਨ ਮਿਲਣਾ। ਜਦੋਂ ਘਰੋਂ ਬਾਹਰ ਜਾਣਾ, ਉਦੋਂ ਆਪਣੇ ਆਪ ਨੂੰ ਵੀ ਜਾਣ ਕੇ ਸਮਝ ਨਹੀਂ ਆਉਂਦੀ ਮੇਰੇ ਹੈਗਾ ਇਸ ਦੁਨੀਆ 'ਚ, ਇਹ ਨਹੀਂ ਸਮਝ। ਬਹੁਤ ਤਕੜੀਆਂ ਪਾਰਟੀਆਂ ਜੇ ਤੇ 2-2 ਮਹੀਨੇ ਸਤਿਗੁਰੂ ਉਹਨਾਂ ਦੇ ਘਰ ਨਾ ਜਾਵੇ ਨਾ, ਢਾਡੀ ਦੀ ਰਹਿਮਤ ਉਹਨਾਂ ਦੇ ਘਰ ਕੋਈ ਕੰਮ ਨਹੀਂ ਕਰਦਾ। ਜਿਹੜੇ ਬਹੁਤ ਤਕੜੇ ਗਿਆਨੀ ਧਿਆਨੀ ਬੰਦੇ ਆਪਣੇ ਆਪ ਨੂੰ ਕਹਾਉਂਦੇ ਸੀ, ਮੈਨੂੰ ਕਹਿੰਦੇ
ਵੀ ਤੇਰਾ ਗੁਰੂ ਕਿਹੜਾ ਹੈ। ਅਮਰੀਕਾ ਦੇ ਵਿੱਚੋਂ ਮੇਰੇ ਨਾਲ ਕੁਝ ਇਦਾਂ ਦੇ ਜੀਵ ਸੀ ਭਲੱਥ ਤੋਂ ਜਿਹੜੇ ਦਰਬਾਰ ਤੇ ਪਹੁੰਚੇ। ਮੈਂ ਰਹਿਮਤ ਢਾਡੀ ਆ ਮੇਰੀ, ਇੰਨੀ ਜੋ ਗਈ ਔਕਾਤ ਵੀ ਹੈ ਨਹੀਂ ਸੀ ਵੀ ਜਿਹੜੇ ਅਸੀਂ ਉਹ ਕਿਸੇ ਨੂੰ ਸਹੀ ਰਸਤਾ ਦਿਖਾ ਸਕਦੇ ਅਸੀਂ ਤਾਂ ਇਹ ਆਪ ਭਟਕੇ ਹਾਂ। ਬਟ ਉਹ ਕਹਿੰਦੇ ਸੀ ਵੀ ਤੁਹਾਡਾ ਗੁਰੂ ਇੰਨਾ ਪਾਵਰਫੁਲ ਆ ਨਾ ਵੀ ਕੰਮ ਦੇ ਕਾਬਿਲ। ਫਿਰ ਨੈੱਟ ਦੇ ਬਾਰੇ ਚਲੋ ਵੀ ਜਿੰਨਾ ਸਾਨੂੰ ਗਿਆਨ ਸੀ ਅਸੀਂ ਦਿੱਲੀ ਸਤਸੰਗ ਸੁਣਨਾ, ਜੇ ਜਿਸ ਤਰ੍ਹਾਂ ਤੁਹਾਡੇ ਸਤਸੰਗ ਦੇ ਵਿੱਚ ਦਿੱਲੀ ਆ ਹੁਣ ਕੁਛ ਟਾਈਮ ਦੇ ਵਿੱਚ ਬਹੁਤ એનર્ਜੀ ਦੇ ਰਹੇ ਤੁਸੀਂ ਵੀ ਜੋ ਤੁਸੀਂ ਸੁਣ ਰਹੇ ਹੋ। आप बंद करे अंकल जी, बटन बंद करे એનર્ਜੀ ਇੰਨੀ ਸੀ ਸਵੇਰੇ ਸਤਸੰਗ ਸੁਣਨਾ, એનર્ਜੀ ਗਲੋ ਓਵਰ ਹੀ ਆ। वो प्लग पावर जिसमें देते हैं इन्वर्टर के बंद कर दे। ਭਈਆ ਬੰਦ ਕਰ ਦਿਓ ਵੱਡੀ ਲਾਈਟ ਜੀ, ਵੱਡੀ ਲਾਈਟ ਬੰਦ ਕਰ ਦਿਓ ਬਸ। એનર્ਜੀ ਬਹੁਤ ਸੀ, ਦੇਖਦੇ ਵੀ ਸੀ ਬਹੁਤ, ਜਾਣੀ ਕਿ ਜਿਨ੍ਹਾਂ ਦੀ ਫੈਮਿਲੀ ਹੈ ਨਾ ਪੂਰੀ ਕਮਾਈ ਕਰਦੀ ਫੁੱਲ। ਉਹ ਕਹਿੰਦੇ ਹੁੰਦੇ ਸੀ ਤੂੰ ਹੱਸਦਾ ਰਹਿੰਦਾ, ਖੁਸ਼ ਰਹਿੰਦਾ, ਵੀ ਤੂੰ ਕੀ ਕਰਦਾ। ਜੇ ਸ਼ੌਨ ਫੋਨ ਆਉਣਾ ਗਿਆ ਤਾਂ 50,000 ਉਹਦੀ ਪੇਮੈਂਟ ਕਰਨੀ। ਤੇ ਨਾਲ ਇਦਾਂ ਦੇ ਵਰਕਰ ਸੀ ਜਿਹੜੇ ਮੇਰੇ ਕੋਲ 2-3 ਸਾਲ 24 ਘੰਟੇ ਮਹੀਨਾ ਰਹੇ ਡੇ ਨਾਈਟ। ਉਹਨੇ ਕਹਿਣਾ ਭਾਜੀ ਪੈਸੇ ਦੇਣੀ, ਮੈਂ ਕਿਹਾ ਆ ਜਾਣੇ ਆ, ਮਾਲਕ ਬੈਠਾ ਦੇਣ ਨੂੰ। ਮਾਨੇ ਤੇ ਤੁਹਾਨੂੰ ਹਜ਼ੂਰ ਤੇ ਆਉਣਾ ਤੇ ਪਤਾ ਨਹੀਂ ਕਿੱਧਰੋਂ ਫੋਨ ਵੱਜਣਾ, ਕਿੱਧਰੋਂ ਕਿੰਨੇ ਪੈਸੇ ਲੈ। ਜੇ ਪੈਸੇ ਦੀ ਨਹੀਂ ਮੈਂ ਪਰਵਾਹ ਕਰਦਾ, ਮੇਰੀ ਜੇਬ 'ਚ 1 ਰੁਪਈਆ ਨਹੀਂ ਹੁੰਦਾ। ਮੈਂ 10 ਰੁਪਏ ਨਾਲ ਜਲੰਧਰ ਘੁੰਮਿਆ ਦਾ, ਸ਼ਹਿਰ ਘੁੰਮਿਆ ਦਾ, ਬਹੁਤ ਦੂਰ ਦੂਰ ਘੁੰਮਿਆ ਦਾ। ਰਹਿਮਤ ਹੈ ਢਾਡੀ। ਲੋਕਾਂ ਦੀਆਂ ਗੱਡੀਆਂ ਬਹੁਤ ਕੁਝ ਕਰਦੀਆਂ, ਢਾਡੀ ਰਹਿਮਤ ਅੱਡੀ ਆ। ਗੱਡੀ, ਬਾਈਕ, ਮੋਟਰਸਾਈਕਲ, ਪੈਦਲ ਵੀ ਤੁਰਿਆ ਵਾਂ, ਸਾਈਕਲ ਵੀ ਹੋਵਾਂ, ਵੀ ਜਾਣੀ ਕਿ ਸਾਰਾ ਦਿਨ ਤੁਰਿਆ ਵੀ ਰਹਾਂ ਤਾਂ ਮੈਨੂੰ ਭੁੱਖ ਨਹੀਂ ਮਹਿਸੂਸ ਹੁੰਦੀ। ਇਸ ਤੋਂ ਪਰੇ ਮੈਂ ਕਹਿ ਨਹੀਂ ਸਕਦਾ ਵੀ ਮੇਰੇ ਨਾਲ ਕੁਛ ਹੈਗਾ ਵਾਕਾ। ਬਟ ਆਹੀ ਥੋੜੇ ਸਮੇਂ ਤੋਂ ਹੀ ਮੇਰੇ ਨਾਲ ਆਹ ਵਾਕਾ ਹੋਇਆ। ਕੰਮ ਵੀ ਬਹੁਤ ਆ, ਵਰਕਰ ਆਏ ਚਲ ਗਏ। ਹੁਣ ਕੁਛ ਇੱਦਾਂ ਦਾ ਸਮਾਂ ਆ ਰਿਹਾ ਵੀ ਲੋਕਡਾਊਨ 'ਚ ਕਹਿੰਦੇ ਕੰਮ ਹੈ ਨਹੀਂ, ਅਸੀਂ ਕਹਿੰਦੇ ਸਾਡੇ ਤੋਂ ਮੁੱਕਾ ਨਹੀਂ। ਕਸਟਮਰ ਸਾਨੂੰ ਘਰੋਂ ਲੈ ਕੇ ਜਾਂਦਾ ਸੀ ਆਪਣੀ ਸੇਫਟੀ ਦੇ। ਸ਼ੋਰੂਮ 'ਚ ਲੋਕਾਂ ਦੇ ਸਮਾਨ, ਸ਼ੋਰੂਮ ਬੰਦ ਵੀ ਕਰਕੇ ਰੈਂਟ ਨਹੀਂ ਦੇ ਹੋਏ। ਢਾਡੀ ਰਹਿਮਤ ਨਾਲ ਕਿਰਾਏ ਵੀ ਦਿੱਤੇ, ਕਿਸ਼ਤ ਵੀ ਪੇ ਕੀਤੇ, ਗੱਡੀਆਂ ਦੀ ਵੀ ਕੀਤੀ, ਬੱਚੇ ਵੀ, ਫੈਮਿਲੀ ਵੀ ਦੇਖੀ। ਬਾਪ ਬੈਠਾ, ਸਭ ਤੋਂ ਵੱਡੇ ਬਾਪ ਤੁਸੀਂ ਆ, ਜਨਮ ਦਿਨ ਨਾਲ ਇਹ ਆ। ਢਾਡੀ ਰਹਿਮਤ ਨਾਲ ਇਹ ਤਿੰਨੇ ਪਰਿਵਾਰ, 2 ਭੈਣਾਂ ਦਾ ਗ੍ਰਸਤੀ ਦਿੱਤੀ ਤੁਸੀਂ ਚਲਾਉਣ ਨੂੰ। ਦਿਲ ਨਹੀਂ ਛੋਟਾ। ਆ ਸਿਰਫ 2 ਮਹੀਨੇ 3 ਮਹੀਨੇ ਤੋਂ ਇੱਦਾਂ ਦਾ ਮਨ ਦੇ ਵਿੱਚ ਖਿਆਲ ਆਇਆ ਵੀ ਜ਼ਿੰਦਗੀ ਨਹੀਂ ਜੀਣੀ, ਜੇ ਜੀਣੀ ਹੈ ਤੇ ਇੱਕ ਅਲੱਗ ਜੀਣੀ, ਨਹੀਂ ਤਾਂ ਨਹੀਂ ਜੀਣੀ। ਕਮਾਈ ਤੋਂ, ਕੰਮ ਤੋਂ ਮਨ ਨਹੀਂ ਟੁੱਟਾ ਸਕਦਾ। ਮਨ ਬਹੁਤ ਕਰਦਾ ਡੇ ਨਾਈਟ ਕਰਦਾ ਕਮਾਈ ਦਾ। ਬਟ ਇਦਾਂ ਦੇ ਹਾਲਾਤ ਹੋ ਗਏ ਵੀ ਜੇ ਅੱਜ ਕਿਸੇ ਨੂੰ ਮੈਂ ਕਹਿ ਦੇਵਾਂ ਨਾ ਵੀ 10,000 ਦੇ ਦੇ, 5,000 ਦੇ ਦਾਂ, ਢਾਡੀ ਰਹਿਮਤ ਐਡੀ ਆ ਵੀ ਜੇ ਕਿਸੇ ਨੂੰ ਕਹਿੰਦਾ 5 ਲੱਖ ਦੇ ਦੇ, ਉਹਨੇ ਦੇ ਜਾਣਾ। ਕਦੀ ਇਹ ਨਹੀਂ ਪੁੱਛਣਾ ਕੀ ਕਰਨਾ। ਜੇ ਅੱਜ ਮੈਂ ਕਹੇ ਤਾਂ 5 ਰੁਪਏ ਫੜ ਲਵਾਂ, ਵਾਪਸ ਨਹੀਂ ਹੋਣੇ, ਮੇਰੀ ਜੇਬ 'ਚ ਹੋਣਗੇ 20 ਰੁਪਏ, 5 ਨਹੀਂ ਵਾਪਸ ਹੋਣੇ। ਤੇ ਪਹਿਲਾਂ ਇੱਦਾਂ ਦੀ ਢਾਡੇ ਤੇ ਕਹਿਣ ਦਾ ਮਤਲਬ ਸਮਾਂ ਮੇਰਾ ਇੱਦਾਂ ਦਾ ਸੀ ਵੀ ਜੇ ਅੱਜ ਪੈਸਾ ਹੈ ਨਹੀਂ, ਮੈਂ ਕਹਿਤਾ ਸ਼ਾਮਾਂ ਨੂੰ 50 ਦੇਣੇ ਆ ਤਾਂ ਦੇ ਦਾਂ। ਕੁਛ ਸਮੇਂ ਦਾ ਸਰਕਲ, ਜਦੋਂ ਫਿਰ ਇਹ ਪਰੇਸ਼ਾਨੀ ਸੁਣ ਕੇ ਵਾਪਸ ਆਉਣਾ। ਇਹਨਾਂ ਦੀ ਮੈਰਿਜ ਹੋ ਗਈ, ਉਹ ਡਬਲ ਕਬੀਲਦਾਰੀ 'ਚ ਆ ਗਏ। ਇਹਨਾਂ ਦੇ ਬੱਚੇ ਵੀ ਕਬੀਲਦਾਰੀ 'ਚ ਬਹੁਤ ਹੀ ਨਹੀਂ ਸਾਥ ਦਿੱਤਾ। ਸਾਥ ਮੇਰਾ 2 ਸਿਸਟਰਾਂ ਵੀ ਆਈਆਂ, ਪਲੱਸ ਬ੍ਰਦਰ ਵੀ ਮੈਰਿਜ ਕਰਵਾਈ ਇਹਨਾਂ ਨੇ, ਘਰ ਇਹਨਾਂ ਨੇ ਸਾਂਭਿਆ। ਮਾਂ ਵੀ ਟੈਨਸ਼ਨ ਫਰੀ ਆ। 10 ਸਾਲ ਤੋਂ ਡੈਡੀ ਨੂੰ ਵੀ ਕੰਮ ਮੈਂ ਛਡਾਇਆ ਵੀ ਨਹੀਂ ਕਰਨਾ। ਫਿਰ 2 ਪਸ਼ੂ ਰੱਖੇ ਆ, ਕਰਦਾ ਵੈਸੇ ਆਪਣੇ ਜੋਗਾ ਕਰਦੇ ਵੀ ਦੁੱਧ। ਤਾਂ ਰਹਿਮਤ ਬਹੁਤ ਆ, ਸਾਰੇ ਸਰਕਲ ਵਧੀਆ। ਪਾਸਪੋਰਟ ਵੱਲ ਮੈਂ ਦੇਖਿਆ ਨਹੀਂ, ਸਤਿਗੁਰ ਦਵਾਈ ਦਾ ਲਾਇਸੈਂਸ ਆ ਵੀ ਇੱਥੇ ਪਤਾ ਨਹੀਂ ਮੈਨੂੰ ਕਿੱਥੇ ਪਾਉਣਾ। ਤੁਹਾਡੇ ਬਚਨ ਮਿਲੇ ਤੂੰ ਪਾ ਦੇ ਗਾਣ ਵੀ ਅਸੀਂ ਨਾਲ ਆ ਗੁਰੂ ਦਾ ਹੱਥ ਵੀ ਤੁਸੀਂ ਇੱਦਾਂ ਦੇ ਬਚਨ ਦਿੱਤੇ। ਛੋਟੀ ਜਿਹੀ ਦੁਕਾਨ ਤੋਂ 5 ਮਰਲੇ ਦੇ ਵਿੱਚ ਗਡਾਊਨ ਬਣਾਤਾ, ਭੋਪਰ ਪਲਾਟ ਲੈਤਾ, ਸ਼ੋਰੂਮ ਲੈਤਾ 30 ਲੱਖ ਦਾ, ਇੱਕ ਸ਼ਾਪ ਹੋਰ ਉੱਥੇ ਨਾਲ ਰੈਂਟ ਤੇ ਲਈ ਆ। ਵੀ ਰਹਿਮਤ ਮੈਂ ਬਿਆਨ ਨਹੀਂ ਕਰ ਸਕਦਾ, ਮੇਰੇ ਕੋਲ ਲਫ਼ਜ਼ ਹੈ ਨਹੀਂ, ਅਲਫਾਜ਼ ਹੈ ਨਹੀਂ। ਇੱਕ ਬੇਟੀ ਮੰਗੀ ਸੀ, ਇਹ ਰੋਂਦੇ ਸੀ, ਔਲਾਦ ਨਹੀਂ ਹੁੰਦੀ ਵੀ ਜਾਣੀ ਕਿ ਇਹਨਾਂ ਦੇ ਮਦਰ ਦੇ ਔਲਾਦ 10 ਸਾਲ ਬਾਅਦ ਹੋਈ ਸੀ। ਮੈਂ ਕਿਹਾ ਮੈਨੂੰ ਹਜ਼ੂਰ ਤੇ ਵਿਸ਼ਵਾਸ ਆ, ਫਲ ਪਵਾਇਆ। ਇੱਕ ਬੇਟੀ ਮੰਗੀ ਸੀ ਤੇ 2 ਆਈਆਂ। ਡਾਕਟਰ ਕਹਿੰਦੇ ਵੱਡੇ ਆਪਰੇਸ਼ਨ ਨਾ ਹੋਣਾ, ਤੁਸੀਂ ਕਹਿੰਦੇ ਨਿਆਏ ਦੇ ਦਿਓ, ਨਾਰਮਲ ਕੇਸ ਹੋਇਆ। ਡਾਕਟਰ ਮੱਥੇ ਦਾ ਹੱਥ ਮਾਰ 7 ਮਹੀਨੇ ਦਵਾਈ ਖਾਧੀ ਆ ਵੀ ਬੱਚੇ ਕਿੱਦਾਂ। ਇਹ ਖੁਦ ਮੈਨੂੰ ਕਹਿੰਦੇ ਸੀਗੇ ਵੀ ਜਿਹੜੇ ਤੁਹਾਡੇ ਸਤਿਗੁਰੂ ਇਹ ਆ ਵੀ ਇੱਦਾਂ, ਇਹਨਾਂ ਨੂੰ ਨੌਲੇਜ ਨਹੀਂ ਸੀ। ਜਦੋਂ ਬੇਟੇ ਦੀ ਰਹਿਮਤ ਲਈ ਤੁਸੀਂ ਬਚਨ ਕੀਤੇ ਸੀ ਵੀ ਕੀ ਲੈਣਾ ਹੈ, ਮੈਂ ਕਿਹਾ ਜੀ ਬੇਟਾ ਲੈਣਾ ਹੈ। ਤੁਸੀਂ ਕਹਿੰਦੇ ਨਿਆਏ ਦੇ ਦਿਓ ਬੇਟਾ। ਮੈਨੂੰ ਕਹਿੰਦੇ ਹੈਗਾ ਆ,
ਪਲੱਸ ਇਹ 4 ਮਹੀਨੇ ਤੋਂ ਪ੍ਰੈਗਨੈਂਟ ਸੀ। ਮੈਂ ਕਿਹਾ ਜੇ ਪਹਿਲੋਂ ਸੀ ਤਾਂ ਉੱਤੇ ਫਕੀਰ ਦੀ ਰਹਿਮਤ ਆ, ਜੇ ਬੇਟੀ ਸੀ ਤਾਂ ਬੇਟਾ ਬਣ ਗਿਆ, ਬਟ ਇੰਨਾ ਮੈਨੂੰ ਪਤਾ ਵੀ ਹੁਣ ਹੈਗਾ। ਜੈ ਮੌਲਕਾ। ਇਹ ਹੈ ਨਹੀਂ ਸੀ, ਹਸਪੀਟਲ ਸੀ, ਡਾਕਟਰ ਰੰਧਾਵਾ ਜਲੰਧਰ। ਡਾਕਟਰ ਕਹਿੰਦਾ ਆਕਸੀਜਨ ਲੱਗਣੀ ਤਾਂ ਸਾਹ ਰੁਕ ਜਾਂਦਾ ਸਭ ਤੋਂ। ਮੈਂ ਕਿਹਾ ਠੀਕ ਆ। ਅਚਾਨਕ ਗਿਆ ਮੈਂ, ਮੇਰੀ ਸਿਸਟਰ ਦੇ ਬੇਟੀ ਹੋਈ ਸੀ, ਵਾਈਫ ਉੱਥੇ ਟਾਈਮ ਕਟਾਉਣ ਗਿਆ ਸੀ। ਮੈਂ ਘਰੋਂ ਵੈਸੇ ਦਵਾਈ ਲੈਣ ਗਿਆ ਜਲੰਧਰ। ਉੱਥੇ ਮੈਂ ਹਜ਼ੂਰ ਬੇਨਤੀ ਕੀਤੀ, ਡਾਕਟਰ ਦਾ ਇੰਨਾ ਹੁਕਮ ਨਹੀਂ ਸੀ ਵੀ ਆਕਸੀਜਨ ਲੱਗਣਾ, ਡ੍ਰਿਪ ਤੱਕ ਨਹੀਂ ਲਾਈ। ਅਸੀਂ ਬੇਪੁੱਤ ਵੈਸੇ ਬੈੱਡ ਤੇ ਪਏ। ਉਹ ਕਹਿੰਦਾ ਸੀ ਡਾਕਟਰ ਮੈਨੂੰ ਯਾਨੀ ਕਿ ਆਊਟ ਲੈਂਗੁਏਜ ਚ ਬੋਲਦਾ ਸੀਗਾ ਵੀ ਤੁਸੀਂ ਬੱਚੇ ਦਾ ਕੇਅਰਫੁਲ ਨਹੀਂ ਕਰਦਾ, ਤੂੰ ਇਹਦਾ ਫਾਦਰ ਨਹੀਂ ਹੂੰ, ਤੂੰ ਦੁਸ਼ਮਣ ਆ। ਇਹਨਾਂ ਨੇ ਖੁਦ ਸਵੇਰ ਨੂੰ ਮੈਨੂੰ ਦੱਸਿਆ ਸੀ, ਮੇਰੇ ਕੋਲ ਮਾਲਕ ਜੀ ਆਏ ਸੀ ਰਾਤ। ਸਾਡੇ ਕੋਲ ਕੰਬਲ ਵੀ ਗਲਾਸ ਵੀ ਨਹੀਂ ਸੀ ਪਾਣੀ ਪੀਣ ਨੂੰ ਜਲੰਧਰ, ਇਕੱਲਾ ਹੀ ਮੈਂ ਗਿਆ ਸੀ। ਉਸ ਤੋਂ ਬਾਅਦ ਵਿੱਚ ਸਵੇਰ ਨੇ ਇਹਨੇ ਮੈਨੂੰ ਕਿਹਾ, ਕਹਿੰਦਾ ਛੋਲੇ ਪੂੜੀਆਂ ਖਾਣੀ, ਆਲੂ ਪੂੜੀ ਖਾਣੀ, ਬਸ ਇਹ ਛੋਲੇ ਪੂੜੀ ਜਾਂਦੇ। ਇਹਨਾਂ ਨੂੰ ਯਾਨੀ ਕਿ ਜਿਵੇਂ ਰੋਟੀ ਖਾਂਦੀ ਫੈਮਿਲੀ ਹੈ ਨਾ, ਟੋਕਦੀ ਸੀ ਵੀ ਤੇਲੀ ਖਾਂਸੀ ਰੇਸ਼ਾ ਸਾਹ ਰੁਕਦਾ ਨਹੀਂ ਖਾਣਾ। ਮੈਂ ਕਿਹਾ ਚਲੋ ਖਾ ਲਾ। ਮੇਰੀ ਸੋਚ ਇਹ ਸੀ, ਮੈਂ ਕਿਹਾ 4 ਖਵਾਉਣੀਆਂ, 1 ਇਹਨੇ ਖਾਣੀ 3 ਮੈਂ ਖਾ ਲੂੰ, ਰਾਤ ਦੇ ਭੁੱਖੇ ਆ। 3 ਇਹਨੇ ਖਾਧੀ, 1 ਮੈਂ ਖਾਧੀ। ਦਰਬਾਰ ਤੇ ਗਏ, ਤੁਹਾਡੇ ਬਚਨ ਹੋਏ ਵੀ ਦਵਾਈ ਦੀ ਲੋੜ ਨਹੀਂ ਹਜ਼ੂਰ ਦੀ। ਉਸ ਤੁਸੀਂ ਸਤਸੰਗ ਦੇ ਵਿੱਚ ਫਰਮਾਇਆ ਸੀ ਚਿੱਟੇ ਘੋੜੇ ਵਾਲਾ, ਇਹਨਾਂ ਦੇ ਦਿਲ ਵਿੱਚ ਲੱਗਾ ਆ ਵੀ ਅਸੀਂ ਚਿੱਟੇ ਘੋੜੇ ਤੇ ਬੈਠੇ, ਕਾਲੇ ਤੇ ਨਹੀਂ ਬੈਠੇ। ਤਾਂ ਬਟ ਇਸ ਤਾਂ ਹਜ਼ੂਰ ਵਿਸ਼ਵਾਸ ਤਾਂ ਇੰਨਾ ਹੈ ਨਾ ਵੀ ਬੇਟੇ ਦੀ ਜ਼ਿੰਦਗੀ ਵੀ ਮੈਨੂੰ ਕਹੇ ਦਵਾਈ ਲੈ ਲਾ, ਤੇ ਤੁਹਾਡਾ ਬਚਨ ਆ ਤੇ ਮੈਂ ਦਵਾਈ ਤੱਕ ਨਹੀਂ ਲੈਂਦਾ। ਖੁਦ ਤੱਕ ਵੀ ਯਾਨੀ ਕਿ ਤੁਸੀਂ ਕਹਿੰਦੇ ਵੀ ਬਚਨ ਦੇ ਵਿੱਚ ਫਰਮਾਉਂਦੇ ਸੀ ਤੁਸੀਂ ਇੱਕ ਦਵਾਈ ਲਵੋ, ਰਹਿਮਤ ਹਜ਼ੂਰ ਨੇ ਕਰਨੀ ਹੈ। ਹਜ਼ੂਰ ਤੁਹਾਡੀ ਰਹਿਮਤ ਹੈ ਬਹੁਤ ਆ, ਡੋਲਦਾ ਨਹੀਂ ਨਾ, ਪਿੱਛੇ ਹਟਿਆ ਵੀ ਆਪਣੀ ਜਿੰਨੇ ਵੀ ਮੈਨੂੰ ਇਸ ਦੁਨੀਆ ਦੇ ਵਿੱਚ ਮਿਲੇ ਆ ਵੀ ਇਹਨਾਂ ਦਾ ਫਰਜ਼ ਨਿਭਾਉਣਾ ਜਾਂ ਇਹਨਾਂ ਦਾ ਤੁਹਾਡੇ ਦਰ ਦੇ ਵਿੱਚ ਕਿਸੇ ਤੇ ਪਾਉਣਾ, ਜੋ ਵੀ ਆ ਕੋਸ਼ਿਸ਼ ਪੂਰੀ ਕਰ ਰਿਹਾ। ਜਦੋਂ ਇੱਕ ਥੋੜਾ ਜਿਹਾ 3-4 ਮਹੀਨੇ ਤੋਂ ਇੱਕ ਬੇਸ ਹਿੱਲ ਚੁੱਕਾ ਸੀ। ਚਲ ਹੁਣ 3-4 ਮਹੀਨੇ ਸਾਨੂੰ ਸੈੱਟ ਕਰਨ ਦੇ ਨਾ, ਹੁਣ ਆ ਗਏ ਤਾਂ ਟੈਨਸ਼ਨ ਲੈਂਦਾ। ਉਸ ਤੋਂ ਬਾਅਦ ਦੁਬਾਰਾ ਤਿਆਰੀ ਕਰੋ, ਉਹੀ ਤਾਂ ਮੈਨੂੰ ਪਹਿਲਾਂ ਕਿਹਾ ਕਿ ਹਟੇ ਇਸ ਨੂੰ ਦੁਬਾਰਾ ਤਿਆਰੀ ਕਰਕੇ ਮੈਂ ਬਸ ਕਰਨਾ ਹੈ, ਮੈਂ ਔਰ ਬਹੁਤ ਕੁਝ ਪਾਉਣਾ ਹੈ, ਬਹੁਤ ਅੱਗੇ ਲੈ ਕੇ ਜਾਣਾ ਮੇਰੇ ਮਾਲਕ ਨੇ ਮੈਨੂੰ। ਅੱਜ ਤੋਂ ਆਪਣੀ ਸੋਚ ਜਿਹੜੀ ਹੈ ਬਸ ਇਹਦੇ ਰੱਖਣੀ ਕਿ ਜਿੱਦਾਂ ਅਸੀਂ ਸ਼ਾਇਦ ਲੋਹੜੀ ਵਾਲੇ ਸਤਸੰਗ 'ਚ ਕਿਹਾ ਸੀਗਾ ਕਿ ਜਿੱਤ ਦੇ ਵਿਸ਼ਵਾਸ ਨਾਲ ਕਦਮ ਵਧਾਉਣਾ ਅੱਗੇ। ਇੱਕ ਕੁਛ ਉਹ 'ਚ ਦੱਸਿਆ ਸੀਗਾ ਕਿ ਕੁਛ ਪੁਆਇੰਟ ਜਿਹੜੇ ਤੁਸੀਂ ਯਾਦ ਰੱਖਣੇ ਲੋਹੜੀ ਹੈ ਇਹ, ਕਿ ਆਪਾਂ ਜਦ ਵੀ ਕਦਮ ਵਧਾਉਣਾ ਨਾ ਤਾਂ ਜਿੱਤ ਦੇ ਵਿਸ਼ਵਾਸ ਨਾਲ ਵਧਾਉਣਾ, ਕਿ ਮੈਨੂੰ ਆਪਣੇ ਮਾਲਕ ਦਾ ਵਿਸ਼ਵਾਸ ਹੈ ਜੇ ਮੈਂ ਕਰ ਰਿਹਾ ਤਾਂ ਮੈਨੂੰ ਜਿੱਤ ਜ਼ਰੂਰ ਮਿਲਣੀ, ਹਾਰ ਬਾਰੇ ਤਾਂ ਸੋਚਣਾ ਹੀ ਨਹੀਂ। ਬਾਕੀ ਰਹੀ ਗੱਲ ਵਰਕਰਾਂ ਦੀ, ਜਾਂ 3-4 ਮਹੀਨੇ ਤੋਂ ਜੋ ਹੋਇਆ ਹੈ, ਇਹ ਹੁਣ 3-4 ਮਹੀਨੇ ਤੋਂ ਜੋ ਵੀ ਹੋਇਆ ਹੈ, ਜੇ ਅੱਜ ਸਾਨੂੰ ਬੁਲਾ ਹੀ ਲਿਆ ਤਾਂ ਹੁਣ ਠੀਕ ਵੀ ਆਪ ਹੀ ਕਰ ਦੇਣਾ ਅਸੀਂ। ਜੈ ਮੌਲਕਾ ਦੀ। ਠੀਕ ਹੈ, ਤੂੰ ਫਿਕਰ ਨਾ ਕਰਿਆ ਕਰ। ਇਹਦਾ ਦੱਸੀਦਾ ਹੈ ਕਿ ਜੇ ਕੋਈ ਜੀਵਨ 'ਚ ਮੁਸ਼ਕਿਲ ਹੈ, ਪਰੇਸ਼ਾਨੀ ਹੈ, ਕੋਈ ਤਕਲੀਫ ਹੈ, ਦੁੱਖ ਹੈ, ਤਾਂ ਤੁਸੀਂ ਟੈਨਸ਼ਨ ਨਹੀਂ ਲੈਣੀ, ਸਾਨੂੰ ਦੱਸੋ, ਅਸੀਂ ਬੈਠੇ ਦੂਰ ਕਰਨ ਵਾਲੇ। ਪਰ ਤੁਸੀਂ ਤਾਂ ਖੁਸ਼ ਰਹਿਣਾ ਕਿ ਸਾਡੇ ਮਾਲਕ ਸਾਡੇ ਨਾਲ ਹੈ, ਕਿਉਂਕਿ ਇਹ ਤਾਂ ਇਹ ਦੱਸੀਦਾ ਕਿ ਪਰੇਸ਼ਾਨੀਆਂ ਟੈਨਸ਼ਨਾਂ ਨੂੰ ਸੰਭਾਲਣ ਵਾਲੇ ਇਹੀ ਬੈਠੇ ਆ, ਪਰ ਤੁਸੀਂ ਖੁਸ਼ੀ ਨੂੰ ਸੰਭਾਲੋ, ਚਿਹਰੇ ਤੇ ਮੁਸਕਰਾਹਟ ਨੂੰ ਸੰਭਾਲੋ ਕਿ ਮਾਲਕ ਸਾਡੇ ਸਾਨੂੰ ਖੁਸ਼ ਦੇਖਣਾ ਚਾਹੁੰਦੇ ਆ, ਅਸੀਂ ਖੁਸ਼ ਰਹਿਣਾ। ਤਾਂ ਜੇ ਸਾਡੇ ਜੀਵਨ 'ਚ ਕੋਈ ਹੈ ਵੀ ਮੁਸ਼ਕਿਲ ਤਾਂ ਮੈਨੂੰ ਸਾਡੇ ਮਾਲਕ ਬੈਠੇ ਆ ਸੁਣਨ ਵਾਲੇ ਵੀ, ਉਹਦਾ ਹੱਲ ਕਰਨ ਵਾਲੇ ਵੀ, ਫਿਕਰ ਨਾ ਕਰ ਕੋਈ ਵੀ। ਬਾਕੀ ਰਹੀ ਗੱਲ ਜਗ੍ਹਾ ਨੂੰ ਬੜਾ ਕਰਨ ਦੀ, ਜਦੋਂ ਟਾਈਮ ਆਏਗਾ ਆਪ ਕਵਾਂਗੇ ਤੁਹਾਨੂੰ, ਸਮਝਦੇ ਹੋ ਕਿ ਨਹੀਂ? ਕਿਉਂਕਿ ਹਮੇਸ਼ਾ ਅਸੀਂ ਦੱਸੀਦਾ ਕਿ ਉਹ ਮਾਲਿਕ, ਪੀਰ, ਫਕੀਰ, ਗੁਰੂ, ਰਹਿਬਰ, ਮੁਰਸ਼ਦ, ਉਹ ਸਾਡੇ ਜੀਵਨ ਨੂੰ ਪਰੇਸ਼ਾਨੀ ਨਾਲ ਭਰਨ ਨਹੀਂ ਬਲਕਿ ਸਾਡੇ ਜੀਵਨ ਨੂੰ ਆਸਾਨ ਬਣਾਉਣ ਆਉਂਦੇ ਆ। ਜਿੱਥੇ ਸਾਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਨੂੰ ਆਸਾਨੀ, ਜਿੱਦਾਂ ਹੁਣ ਕਈ ਵਾਰ ਕੋਈ ਸਾਨੂੰ ਦੱਸਦਾ ਕਿ ਮਾਲਕੋ ਫਲਾਨਾ ਬੰਦਾ ਕਹਿੰਦਾ ਮੈਂ ਤੁਰ ਕੇ ਆਉਣਾ ਜੀ, ਮੈਂ ਸੁਖਣਾ ਕੀਤੀ ਸੀ ਕਿ ਜੇ ਮੈਂ ਆਹ ਠੀਕ ਹੋ ਗਿਆ, ਉਹ ਇਹ ਕਹਿੰਦੇ ਨਹੀਂ ਸੁਖਣਾ ਸਾਡੇ ਵਾਸਤੇ ਕੀਤੀ ਸੀ ਨਾ, ਉਹਨੂੰ ਆਰਾਮ ਨਾਲ ਗੱਡੀ 'ਚ ਬਹਿ ਕੇ ਆਵੇ, ਕਿ ਕਿਉਂਕਿ ਬਾਪ ਨਹੀਂ ਕਦੀ ਚਾਹੁੰਦਾ ਕਿ ਮੇਰੇ ਬੱਚੇ ਤਕਲੀਫ ਵਿੱਚ ਆਉਣ। ਹੁਣ ਜੇ ਸਾਨੂੰ ਤੁਹਾਡੇ ਨਾਲ ਪਿਆਰ ਹੈ, ਅਸੀਂ ਨਹੀਂ ਕਦੀ ਚਾਹਾਂਗੇ ਕਿ ਤੁਹਾਨੂੰ ਤਕਲੀਫ ਹੋਵੇ, ਤੁਹਾਨੂੰ ਕੋਈ ਪਰੇਸ਼ਾਨੀ ਆਵੇ। ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿੱਦਾਂ ਇੱਕ ਬਾਪ ਦਾ ਕਰਮ ਹੁੰਦਾ ਹੈ ਕਿ ਮੈਂ ਦੁੱਖ ਝੱਲਾਂ ਪਰ ਮੇਰਾ ਬੱਚਾ ਮੁਸਕਰਾਵੇ, ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਹਰ ਮੁਸ਼ਕਿਲ ਨੂੰ ਸੰਭਾਲਣ ਵਾਸਤੇ ਅਸੀਂ ਅੱਗੇ ਖੜੇ ਹਾਂ। ਭਾਈ ਤੁਸੀਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਕਿ ਹੱਸਦੇ ਮੁਸਕਰਾਉਂਦੇ ਖੁਸ਼ ਰਹੋ ਤੁਸੀਂ, ਸਾਡੇ ਹੁੰਦੇ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ। ਠੀਕ ਹੈ, ਜਦੋਂ ਆਪਣਾ ਕਿਹਾ ਹੈ ਤਾਂ ਇੱਥੇ ਉੱਥੇ ਦੋਨਾਂ ਜਹਾਨਾਂ 'ਚ ਸੰਭਾਲ ਵੀ ਕਰਾਂਗੇ ਤਾਂ ਆਪਣਾ ਬਣਾ ਕੇ ਵੀ ਰੱਖਾਂਗੇ ਅਸੀਂ। ਜੈ ਮੌਲਕਾ ਦੀ। ਫਿਕਰ ਨਾ ਕਰੋ ਕੋਈ ਵੀ। ਹੁਣ ਤੁਹਾਨੂੰ ਥੋੜ੍ਹੀ ਦੇਰ ਅਸੀਂ ਬਹਿ ਕੇ ਰਹਿਮਤ ਤਿਆਰ ਕਰਕੇ ਦੇ ਕੇ ਜਾਵਾਂਗੇ ਅੱਜ, ਤਾਂ ਕਿ ਆਉਣ ਵਾਲਾ ਸਮਾਂ ਬਸ ਤੂੰ ਦੁਗਣੇ ਤਿਗਣੇ ਜੋਸ਼ ਨਾਲ ਹੁਣ ਕਰਨਾ ਅੱਗੇ ਤੋਂ, ਠੀਕ ਹੈ।
ਸ਼ੋਰੂਮ ਵੱਲ ਵੀ ਚੱਕਰ ਮਾਰਨਾ ਹੈ। ਮਾਲਕ ਜੀ ਸਾਡੀ ਕੋਠੀ ਮੇਰੇ ਭਰਾ ਦੀ ਬਣਾਉਂਦੇ, ਉੱਥੇ ਵੀ ਨਹੀਂ ਜਾਂਦੇ, ਉਹ ਵੀ ਕੰਮ ਬੰਦ। ਜਾਣਾ ਹੈ ਵੀ ਹੁਣ ਜਾਣਾ ਹੈ, ਹੁਣ ਹਰ ਪਾਸੇ ਜਾਣਾ ਹੈ। ਮੰਮੀ ਮੇਰੀ ਔਰ ਬਾਕੀ ਜਿਹੜੀ ਗੱਲ ਆ ਰਹੀ ਹੈ ਕਿਸੇ ਦੇ 5 ਦੇਣੇ ਆ, ਤਾਂ ਇਹ ਵੀ ਗੱਲ ਹਮੇਸ਼ਾ ਯਾਦ ਰੱਖਣਾ ਕਿ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਹੋਣੀ ਚਾਹੀਦੀ, ਮੇਰੇ ਕੋਲ ਹੈ ਤਾਂ ਜੇ ਤਾਂ ਮੈਂ ਦੇਣਾ ਨਾ ਪਹਿਲਾਂ ਉਹ ਦੇਵਾਂ। ਠੀਕ ਹੈ, ਇੱਕ ਬੰਦਾ ਸੋਚਦਾ ਮੈਂ ਆਹ ਚੀਜ਼ ਖਾਵਾਂ ਜਾਂ ਆਹ ਚੀਜ਼ ਪਾਵਾਂ, ਪਰ ਇੱਕ ਹੁੰਦਾ ਕਿ ਮੈਂ ਉਹਨੂੰ ਦੇਣਾ ਹੈ। ਕੋਈ ਨਹੀਂ, ਖਾਣਾ ਮੈਂ ਲੇਟ ਕਰ ਦੇਵਾਂ, ਪਾਣਾ ਲੇਟ ਕਰ ਦੇ, ਪਰ ਪਹਿਲਾਂ ਉਹ ਲਾਵਾਂ। ਕਿਉਂਕਿ ਜਦੋਂ ਸਾਡੇ ਸਿਰ ਕਿਸੇ ਦਾ ਭਾਰ ਹੁੰਦਾ ਤਾਂ ਬਰਕਤ ਲੈ ਜਾਂਦਾ ਨਾਲ ਹੀ। ਅਸੀਂ ਲੈਣੇ ਆ ਉਹ ਠੀਕ ਹੈ, ਪਰ ਅਸੀਂ ਕਿਸੇ ਦੇ ਦੇਣੇ ਆ ਨਾ, ਉਹ ਦਿਓ ਪਹਿਲਾਂ, ਫਿਰ ਬਰਕਤ ਆਉਂਦੀ ਸਾਡੀ ਕਮਾਈ 'ਚ। ਔਰ ਦੂਸਰਾ, ਜਿੱਥੇ ਵੀ ਅਸੀਂ ਪੈਸਾ ਦੇਣਾ ਕਿਸੇ ਨੂੰ, ਖੁਸ਼ੀ ਨਾਲ ਦੇਣਾ ਹੈ। ਸਮਝਦੇ ਹੋ ਕਿ ਨਹੀਂ, ਕਿ ਮੈਨੂੰ ਯਕੀਨ ਆਪਣੇ ਮਾਲਿਕ ਤੇ ਕਿ ਜੇ ਮੈਂ ਇੰਨਾ ਦੇ ਰਿਹਾ ਤਾਂ ਮਾਲਿਕ ਨੇ ਮੈਨੂੰ ਕਈ ਹਜ਼ਾਰ ਗੁਣਾ ਕਰਕੇ ਵਾਪਸ ਹੀ ਮੋੜਨਾ, ਕਿਉਂਕਿ ਰਿਜ਼ਕ ਦੇਣ ਵਾਲਾ ਹੋਊਗਾ। ਜੇ ਤੁਸੀਂ ਇਹ ਕਹਿੰਦੇ ਆ ਨਾ ਅਸੀਂ ਕਿਸੇ ਨੂੰ ਦੇਣ ਲੱਗੇ ਹਾਂ ਕਿ ਮੈਂ ਦੇ ਰਿਹਾ ਹਾਂ, ਕਿ ਮੈਨੂੰ ਯਕੀਨ ਹੈ ਮੇਰਾ ਮਾਲਕ ਇਹਨੂੰ ਬਰਕਤ ਪਾ ਕੇ ਕਈ ਗੁਣਾ ਕਰਕੇ ਦੁਬਾਰਾ ਲੈ ਕੇ ਆਏਗਾ, ਤਾਂ ਫਿਰ ਉਹ ਦੁਬਾਰਾ ਆਉਂਦਾ ਵੀ ਹੈ। ਹੁਣ ਕਈ ਵਾਰ ਦੇਖਿਆ ਕਿ ਬੰਦਾ ਪੈਟਰੋਲ ਪੰਪ ਤੇ ਜਾਂਦਾ ਹੈ, 4000 ਦਾ, ਅੱਛਾ 4000 ਦਾ ਤੇਲ ਪੈ ਗਿਆ, 4000 ਦੇਣਾ ਪੈਣਾ। ਉਹ ਪੈਸਾ ਦੇ ਰਿਹਾ ਤਾਂ ਜਿਹੜਾ ਉਹ ਬਦਲੇ ਤੇਲ ਪੈ ਰਿਹਾ ਉਹਦਾ ਵੀ ਤਾਂ ਆਨੰਦ ਤੂੰ ਹੀ ਲੈਣਾ ਨਾ। ਜੇ ਮੈਂ ਰੋਟੀ ਦੇ ਉੱਤੇ ਪੈਸਾ ਖਰਚ ਰਿਹਾ ਤਾਂ ਰੋਟੀ ਖਾ ਕੇ ਪੇਟ ਵੀ ਤਾਂ ਮੇਰਾ ਭਰ ਰਿਹਾ, ਵਿਟਾਮਿਨਸ ਵੀ ਤਾਂ ਮੈਨੂੰ ਮਿਲ ਰਹੇ, ਤਾਕਤ ਵੀ ਤਾਂ ਮੈਨੂੰ ਮਿਲ ਰਹੀ ਹੈ ਨਾ। ਇਸ ਕਰਕੇ ਹਰ ਚੀਜ਼ ਬਾਰੇ ਸੋਚੇ ਕਿ ਅਗਰ ਮੈਂ ਦੇ ਰਿਹਾ ਹਾਂ, ਖੁਸ਼ੀ ਨਾ ਦੇਈਏ, ਕਿਉਂਕਿ ਇਹਦੇ ਬਦਲੇ ਮੈਨੂੰ ਮਿਲ ਵੀ ਤਾਂ ਰਿਹਾ ਨਾ। ਸਮਝਦਾ ਕਿ ਨਹੀਂ। ਹੁਣ ਇੱਕ ਬੰਦਾ ਬਿਜਲੀ ਦਾ ਫੂਕੇਗਾ ਪਰ ਬਿੱਲ ਦੇਣ ਲੱਗੇ, ਹੈ ਸਰਕਾਰ ਨੇ ਨਾ ਬਿੱਲ ਦੇ ਦਿੱਤਾ। ਉਹ ਭਾਈ ਜਿਹੜਾ ਤੇ ਇੰਨਾ ਆਨੰਦ ਲਿਆ, ਉਹ ਬਿਜਲੀ 'ਚ ਬਹਿ ਕੇ ਕਿਤਾਬ ਪੜ੍ਹੀ ਹੈ, ਟੀਵੀ ਦੇਖਿਆ, ਬੱਚਿਆਂ ਦੀਆਂ ਸ਼ਕਲਾਂ ਦੇਖੀਆਂ, ਜਾਂ ਤਾਂ 1 ਮਹੀਨਾ ਲਾਈਟ ਬੰਦ ਕਰਕੇ ਹਨੇਰੇ 'ਚ ਰਹਿ ਕੇ ਦੇਖ, ਫਿਰ ਪਤਾ ਲੱਗੇ ਕਿ ਪੈਸਾ ਤਾਂ ਬਚਾ ਲਿਆ, ਪਰ ਮੈਂ ਜੀਵਨ ਦਾ ਕਈ ਚੀਜ਼ਾਂ ਦਾ ਆਨੰਦ ਗਵਾ ਲਿਆ। ਸੋ ਉਹਦੇ ਬਦਲੇ ਦੇਖੀ ਜੇ ਬਿੱਲ ਪੇ ਕਰ ਰਿਹਾ ਤਾਂ ਉਹਦੇ ਬਦਲੇ ਮੈਂ ਆਨੰਦ ਵੀ ਤਾਂ ਲੈ ਰਿਹਾ ਨਾ। ਸ਼ੁਕਰ ਹੈ ਮੇਰੇ ਮਾਲਿਕ ਦਾ। ਸੋ ਖੁਸ਼ੀ ਨਾਲ ਬਿੱਲ ਵੀ ਪੇ ਕਰੀਏ, ਖੁਸ਼ੀ ਨਾਲ ਕਿਸੇ ਦੇਈਏ। ਕਹਿੰਦੇ ਪੈਸਾ ਆਉਣ ਤੇ ਉਨੀ ਖੁਸ਼ੀ ਨਾ ਹੋਵੇ ਜਿੰਨੀ ਅਸੀਂ ਦੇਣ ਲੱਗਿਆ ਖੁਸ਼ੀ ਨਾ ਦੇਈਏ। ਉਹ ਫਿਰ ਜਲਦੀ ਆਉਂਦਾ ਸਾਡੇ ਕੋਲ ਵਾਪਸ। ਇਸ ਲਈ ਸ਼ੁਕਰ ਕਰਕੇ, ਸ਼ੁਕਰ ਹੈ ਮੇਰੇ ਮਾਲਿਕ, ਕਿਉਂਕਿ ਕਹਿੰਦੇ ਆ ਕਿ ਆਉਂਦਾ ਹੈ ਤਾਂ ਸਾਰੇ ਸ਼ੁਕਰ ਕਰਦੇ ਆ, ਪਰ ਜੇ ਜਾਂਦਾ ਤਾਂ ਵੀ ਸ਼ੁਕਰ ਕਰੀਏ ਕਿ ਮੈਨੂੰ ਯਕੀਨ ਹੈ ਮੈਂ ਖੁਸ਼ੀ ਨਾਲ ਦੇ ਰਿਹਾ ਹਾਂ। ਇਹ ਕਈ ਗੁਣਾ ਹੋ ਕੇ ਮੇਰੇ ਮਾਲਿਕ ਨੇ ਮੈਨੂੰ ਦੇਣਾ ਵੀ ਹੈ। ਜੇ ਮੈਂ ਇੱਕ ਖਰਚਦਾ ਉਹਨਾਂ 10 ਦੇਣੇ ਵੀ ਹੈ, 10 ਖਰਚਦਾ ਉਹਨਾਂ 100 ਦੇਣਾ ਹੈ, 100 ਖਰਚਦਾ ਉਹਨਾਂ 1000 ਦੇਣਾ। ਮੈਨੂੰ ਯਕੀਨ ਆਪਣੇ ਮਾਲਿਕ ਤੇ। ਸੋ ਆਉਣ ਵਾਲਾ ਸਮਾਂ ਦੇਖ, ਬਹੁਤ ਕੁਛ ਮਾਲਿਕ ਨੇ ਦਿੱਤਾ ਹੈ ਔਰ ਬਹੁਤ ਕੁਛ ਦੇਣਾ ਹੈ। ਜਿਹੜਾ ਬਾਹਰ ਪਲਾਟ ਲਿਆ ਹੈ ਉੱਥੇ ਘਰ ਵੀ ਬਣੇਗਾ ਤਾਂ ਦਰਬਾਰ ਵੀ ਬਣੇਗਾ, ਸੋਹਣਾ ਹੋਏਗਾ, ਬਹੁਤ ਰਹਿਮਤ ਹੋਏਗੀ। ਬਸ ਅੱਜ ਤੋਂ ਸਾਰੀਆਂ ਟੈਨਸ਼ਨਾਂ ਇਹ ਸੋਚ ਲਾ ਮਾਲਿਕ ਆ ਕੇ ਲੈ ਚੱਲੇ ਨਾਲ। ਹੁਣ ਮੈਂ ਟੈਨਸ਼ਨ ਫਰੀ ਹੋ ਕੇ ਬਸ ਦੁਬਾਰਾ ਮੈਂ ਨਵੇਂ ਜੋਸ਼ ਨਾਲ ਸ਼ੁਰੂਆਤ ਕਰਨੀ ਹੈ। ਸਮਝ ਲੈ ਕਿ ਨਵਾਂ ਜੀਵਨ, ਇੱਕ ਨਵੀਂ ਸ਼ੁਰੂਆਤ ਅੱਜ ਤੋਂ ਇਹ ਸੋਚ ਲੈਣਾ ਕਿ ਅੱਜ ਮਾਲਕ ਆ ਗਏ ਨਾ। ਪਰ ਵੈਸੇ ਵੀ ਕਿਹਾ ਜਾਂਦਾ ਪੀਰਾਂ ਫਕੀਰਾਂ ਗੁਰੂਆਂ ਰਹਿਬਰਾਂ ਦੇ ਘਰ 'ਚ ਚਰਨ ਪਾਉਣ ਦਾ ਜਿਹੜਾ ਹੁੰਦਾ ਕੋਈ ਇੱਕ ਉਹ ਰਹਿਮਤ ਦਾ ਪਲ ਹੁੰਦਾ ਹੈ, ਉਹ ਰਹਿਮਤ ਦੀ ਘੜੀ ਹੁੰਦੀ ਜਦੋਂ ਸਭ ਕੁਝ ਬਦਲ ਜਾਂਦਾ ਹੈ। ਸਾਈਂ ਕਹਿੰਦੇ ਸੋ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਇੱਕ ਲੋਹਾ ਜਦੋਂ ਪਾਰਸ ਨਾਲ ਸ਼ੋਅ ਕਰਦਾ ਤਾਂ ਸਭ ਕੁਝ ਬਦਲ ਜਾਂਦਾ 1 ਸੈਕਿੰਡ ਵਿੱਚ ਹੀ। ਉਹ ਲੋਹਾ ਨਹੀਂ ਰਹਿੰਦਾ, ਫਿਰ ਸੋਨਾ ਹੋ ਜਾਂਦਾ ਹੈ। ਅੱਜ ਤੂੰ ਵੀ ਇਹੀ ਸੋਚਣਾ ਹੈ ਕਿ ਮਾਲਕ ਆ ਗਿਆ, ਹੁਣ ਸਭ ਕੁਝ ਬਦਲ ਗਿਆ, ਮੇਰਾ ਜੀਵਨ ਬਦਲ ਗਿਆ, ਮੇਰੀ ਸੋਚ ਬਦਲ ਗਈ। ਹੁਣ ਮਾਲਕ ਦੀ ਕਿਰਪਾ ਨਾਲ ਇੱਕ ਨਵਾਂ ਜੀਵਨ, ਇੱਕ ਨਵੀਂ ਉਮੰਗ, ਇੱਕ ਨਵੀਂ ਉਮੀਦ, ਇੱਕ ਨਵਾਂ ਵਿਸ਼ਵਾਸ, ਇੱਕ ਨਵੀਂ ਐਨਰਜੀ ਲੈ ਕੇ ਮੈਂ ਵਧਣਾ ਅੱਗੇ ਨੂੰ। ਕਮੀ ਨਹੀਂ ਕੋਈ ਆਉਣ ਦੇਣੀ ਤੈਨੂੰ। ਚਲੋ ਫਿਕਰ ਨਾ ਕਰ। ਇਸ ਵੇਲੇ ਰਹਿਮਤ ਤਿਆਰ ਕਰ ਦੀ, ਟਾਈਮ ਵੀ ਕਾਫੀ ਹੋ ਗਿਆ। ਠੀਕ ਹੈ, ਬਾਕੀ ਹਾਲੇ ਤੱਕ ਇਕੱਠੇ ਹੋ ਕੇ ਚੱਲਣਾ ਹੈ। ਅਭੀ ਦੇਖੋ ਨਹੀਂ ਇੰਨੇ ਤਾਂ ਚੁੱਲ੍ਹੇ 2 ਕਰ ਲਏ। ਬੋਲਦੇ ਬੜੇ ਵਧੀਆ ਆ, ਚੁੱਲ੍ਹੇ 2। ਕੋਈ ਗੱਲ ਨਹੀਂ, ਚੁੱਲ੍ਹੇ ਬੇਸ਼ੱਕ 2 ਹੋਏ ਨੇ, ਦਿਲ ਇੱਕ ਰਹਿਣੇ ਚਾਹੀਦੇ। ਹਾਂਜੀ ਮਾਲਕ ਜੀ, ਇਹਨਾਂ ਨੇ ਗੁੱਸੇ ਨੇ, ਆਪ ਗੁੱਸੇ ਬਹੁਤ ਹੁੰਦੇ ਇਹਨਾਂ ਦੋਹਾਂ ਜੀਆਂ ਦੀ ਬਣਦੀ। ਪਿਆਰ ਨਾਲ ਰਿਹਾ ਕਰੋ ਨਹੀਂ। ਬਹੁਤ ਕਰੋਧ ਹੁੰਦਾ ਇਹਨਾਂ ਨੂੰ। ਇਧਰ ਪਰੇਸ਼ਾਨੀ ਦੇ ਨਾਲ ਮੈਂ ਫਿਰ ਬਿਮਾਰ ਹੋ ਜਾਂਦੀ ਸੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਪਿਆਰ ਨਾਲ ਰਹੋ। ਉਹਦੇ ਘਰ ਅਲੱਗ ਹੋ ਜਾਣ ਪਰ ਦਿਲ ਨਹੀਂ ਕਦੀ ਅਲੱਗ ਹੋਣੇ ਚਾਹੀਦੇ। ਆਜੋ ਤੁਸੀਂ ਵੀ ਆਸ਼ੀਰਵਾਦ ਲਵਾ ਫਿਰ ਕਰੋਗੇ। 2 ਮਹੀਨਾ ਬੋਲਦੇ ਨਹੀਂ, ਉਹਨਾਂ 10 ਦਿਨ ਬੋਲਣਾ। ਪਿਆਰ ਨਾਲ ਰਹਿ, ਖੁਸ਼ ਰਹਿ, ਤੂੰ ਸ਼ੇਰ ਆ ਸਾਡਾ। ਉਹ ਜਿੱਦਾਂ ਕਹਿੰਦੇ ਕੋਈ ਵੀ ਜੰਗ ਨਾ ਸੈਨਾਪਤੀ ਲੜਦਾ ਹੁੰਦਾ, ਤੇ ਜੇ ਸੈਨਾਪਤੀ ਉਹ ਹੋ ਜਾਵੇ ਤਾਂ ਫਿਰ ਜੰਗ ਦਾ ਜਿੱਤਣੀ ਹੈ। ਇਹਦੇ ਮਾਲਕ, ਜੇ ਆਪਾਂ ਆਪਣੇ ਮਾਲਕ ਨੂੰ ਬਾਦਸ਼ਾਹ ਮੰਨੀਏ ਤਾਂ ਅਸੀਂ ਆਜੋ ਤੁਸੀਂ ਕਰਕੇ ਕਰ ਲਓ। ਪਿਆਰ ਮਾਲਕ ਰਹਿਮਤ ਕਰ। ਆਜੋ ਬੱਚੋ, ਆਜੋ ਆਜੋ ਸ਼ਾਬਾਸ਼। ਮਾਲਕ ਰਹਿਮਤ ਕਰ। ਤੁਸੀਂ ਟੈਨਸ਼ਨ ਨਹੀਂ ਲਿਆ ਕਰੋ ਉਹਦੀ, ਠੀਕ ਹੈ। ਇੰਨਾ ਟੈਨਸ਼ਨ ਬਹੁਤ ਰਹੀ ਕਿ ਹਾਂ ਇਹ ਹੈ, ਖੁਸ਼ ਰਿਹਾ ਕਰੋ। ਦੋਵੇਂ ਜਿਹੜੇ ਕਰਦੇ ਫਿਰ ਦੇਖ ਰਹੀ। ਕੋਈ ਨਹੀਂ, ਕਈ ਵਾਰ ਮਾੜਾ ਮੋਟਾ ਹੁੰਦਾ ਪਰ ਪਿਆਰ ਬਹੁਤ ਹੈ ਨਾ। ਠੀਕ ਹੈ, ਮਾਲਿਕ ਰਹਿਮਤ ਕਰਨਾ। ਮਾਲਕ ਜੀ ਮੇਰੇ ਨਾਲ ਲੜਦੀ ਵੀ ਬਹੁਤ ਆ।
ਬੀਨ ਠੀਕ ਹੋਈ ਮੇਨ ਸਾਧ ਵਿੱਚ ਆ ਮੈਂ ਤਾਂ ਕਿਹਾ ਸੀ ਇਹਨੂੰ ਭੇਜੀ ਸੀ ਮੈਂ ਕਿਹਾ ਛੱਡ ਗਿਆ ਜੈ मैंने कोई मिल जाती है तो प्राण पे हम करा दे ਜੈ ਮਾਲਕਾਂ ਦੀ ਜੈ ਮਾਤਾ ਦੀ। ਜਿੱਦਾਂ ਤੁਹਾਨੂੰ ਦੱਸਿਆ ਕਿ 30 ਤਰੀਕ ਨੂੰ ਰਹੀਮਪੁਰ ਸਤਸੰਗ ਹੈ। ਕਿਸ਼ਨਗੜ੍ਹ ਤੋਂ ਜਦੋਂ ਆਪਾਂ ਕਰਤਾਰਪੁਰ ਨੂੰ ਜਾਂਦੇ ਆ ਨਾ, ਸੱਜੇ ਹੱਥ ਰਾਈਟ ਹੈਂਡ ਦੇ ਉੱਤੇ ਸੈਂਟਰ ਵਿੱਚ ਰਹੀਮਪੁਰ ਪਿੰਡ ਪੈਂਦਾ। ਉੱਥੇ ਮਿਲਾਂਗੇ, ਠੀਕ ਹੈ ਜੀ। 30 ਤਰੀਕ ਨੂੰ ਜੈ ਮਾਤਾ ਦੀ। ਜੈ ਮਾਲਕਾਂ ਦੀ। ਜੈ ਮਾਲਕਾ ਜੈ